जागत जोत जपै निस बासुर, एक बिना मन नैक न आनੈ। पूरन प्रेम प्रतीत सजै, व्रत गोर मणि मठ पूल न मानੈ। तीर्थ दान दया तप संयम, एक बिना नह एक पछानੈ। पूरन जोत जगै घट मैं, तब खालस ताहें नखालस जानै। खालसा खास कहावै सोई, ਜਾਂ ਕੈ ਹਿਰਦੈ ਪਰਮ ਨਾ ਹੋਈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋਂ ਕਰੋ ਨਿਵਾਸ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੇਉ ਮੈਂ ਸਾਰਾ। ਜੋਇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਇਕ ਓੰਕਾਰ ਸਤਿਗੁਰ ਪ੍ਰਸਾਦ ਜਾਪ। ਸ੍ਰੀ ਮੁਖ ਬਾਗ ਪਾਤਸ਼ਾਹੀ ਦਸਵੀਂ ਛਪੈ ਛੰਦ ਤੋਇ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹੀਜੈ। ਕੋਟ ਇੰਦਰ ਇੰਦਰਾਣ, ਸ਼ਾਹ ਸ਼ਾਹਾਨ ਗਣੀਜੈ। ਤਿਰਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਭੁਜੰਗ ਪਰਿਆਤ ਛੰਦ, ਨਵਸਤੰ ਅਕਾਲੇ। ਨਵਸਤੰ ਕਿਰਪਾਲੇ, ਨਵਸਤੰ ਅਰੂਪੇ। ਨਵਸਤੰ ਅਨੂਪੇ, ਨਵਸਤੰ ਅਪੇਖੇ। ਨਵਸਤੰ ਅਲੇਖੇ, ਨਵਸਤੰ ਅਕਾਏ। ਨਵਸਤੰ ਅਜਾਏ, ਨਵਸਤੰ ਅਗੰਜੇ। ਨਵਸਤੰ ਅਭੰਜੇ, ਨਵਸਤੰ ਅਨਾਮੇ। ਨਵਸਤੰ ਅਠਾਮੇ, ਨਵਸਤੰ ਅਕਰਮੰ। ਨਵਸਤੰ ਅਧਰਮੰ, ਨਵਸਤੰ ਅਨਾਮੰ। ਨਵਸਤੰ ਅਧਾਮੰ, ਨਵਸਤੰ ਅਜੀਤੇ। ਨਵਸਤੰ ਅਪੀਤੇ, ਨਵਸਤੰ ਅਬਾਹੇ। ਨਵਸਤੰ ਅਡਾਹੇ, ਨਵਸਤੰ ਅਨੀਲੇ। ਨਵਸਤੰ ਅਨਾਦੇ, ਨਵਸਤੰ ਅਛੇਦੇ। ਨਵਸਤੰ ਅਗਾਧੇ, ਨਵਸਤੰ ਅਗੰਜੇ। ਨਵਸਤੰ ਅਭੰਜੇ, ਨਵਸਤੰ ਉਦਾਰੇ। ਨਵਸਤੰ ਅਪਾਰੇ, ਨਵਸਤੰ ਸੋ ਏਕੈ। ਨਵਸਤੰ ਅਨੇਕੈ, ਨਵਸਤੰ ਅਭੂਤੇ। ਨਵਸਤੰ ਅਜੂਪੇ, ਨਵਸਤੰ ਨਿਰਕਰਮੇ। ਨਵਸਤੰ ਨਿਰਭਰਮੇ, ਨਵਸਤੰ ਨਿਰਦੇਸੇ। ਨਵਸਤੰ ਨਿਰਭੇਸੇ, ਨਵਸਤੰ ਨਿਰਨਾਮੇ। ਨਵਸਤੰ ਨਿਰਕਾਮੇ, ਨਵਸਤੰ ਨਿਰਧਾਤੇ। ਨਵਸਤੰ ਨਿਰਗਾਤੇ, ਨਵਸਤੰ ਨਿਰਧੂਤੇ। ਨਵਸਤੰ ਅਭੂਤੇ, ਨਵਸਤੰ ਆਲੋਕੇ। ਨਵਸਤੰ ਅਸ਼ੋਕੇ, ਨਵਸਤੰ ਨਿਰਤਾਪੇ। ਨਵਸਤੰ ਅਥਾਪੇ, ਨਵਸਤੰ ਤ੍ਰਿਮਾਨੇ। ਨਵਸਤੰ ਨਿਧਾਨੇ, ਨਵਸਤੰ ਅਗਾਹੇ। ਨਵਸਤੰ ਅਵਾਹੇ, ਨਵਸਤੰ ਤ੍ਰਿਵਰਗੇ। ਨਵਸਤੰ ਅਸਰਗੇ, ਨਵਸਤੰ ਪਰਭੋਗੇ। ਨਵਸਤੰ ਸੁਜੋਗੇ, ਨਵਸਤੰ ਅਰੰਗੇ। ਨਵਸਤੰ ਅਭੰਗੇ, ਨਵਸਤੰ ਅਗੰਮੇ। ਨਵਸਤੰ ਅਸਤਰਮੇ, ਨਵਸਤੰ ਜਲਾਸਰੇ। ਨਵਸਤੰ ਨਿਰਾਸਰੇ, ਨਵਸਤੰ ਅਜਾਤੇ। ਨਵਸਤੰ ਅਪਾਤੇ, ਨਵਸਤੰ ਅਮਜਬੇ। ਨਮਸਤਸਤ ਅਜਬੇ, ਅਦੇਸੰ ਅਦੇਸੇ। ਨਵਸਤੰ ਅਭੇਸੇ, ਨਮਸਤੰ ਨਿਰਧਾਮੇ। ਨਮਸਤੰ ਨਿਰਵਾਮੇ, ਨਮੋ ਸਰਬ ਕਾਲੇ। ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ। ਨਮੋ ਸਰਬ ਭੂਪੇ, ਨਮੋ ਸਰਬ ਖਾਪੇ। ਨਮੋ ਸਰਬ ਥਾਪੇ, ਨਮੋ ਸਰਬ ਕਾਲੇ। ਨਮੋ ਸਰਬ ਪਾਲੇ, ਨਮੋ ਸਰਬ ਕਾਲੇ। ਨਮੋ ਸਰਬ ਪਾਲੇ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਪਤਵੰਤੇ ਸੱਜਣੋ। ਅੱਜ ਜਾਪ ਸਾਹਿਬ ਜਿਹੜੀ ਨਿਤਨੇਮ ਦੀ ਬਾਣੀ ਹੈ, ਦਸ਼ਮੇਸ਼ ਜੀ ਦੁਆਰਾ ਸਾਨੂੰ ਬਖਸ਼ਿਸ਼ ਕਰੀ ਹੋਈ,
ਇਹਦੀ ਵਿਚਾਰ ਸ਼ੁਰੂ ਹੋਣ ਜਾ ਰਹੀ ਹੈ। ਤੇ ਆਪਣੀ ਹਕੀਰ ਬੁੱਧੀ ਦੁਆਰਾ, ਕਿਉਂਕਿ ਇਹ ਜਿਹੜੀ ਬਾਣੀ ਹੈ, ਇਹਦੇ ਜਿਹੜੇ ਸ਼ਬਦ ਹੈ ਉਹ ਥੋੜ੍ਹੇ ਜਿਹੇ ਮੁਸ਼ਕਲ ਵੀ ਲੱਗਦੇ ਹੈ, ਸੰਗਤ ਨੂੰ ਵੀ ਲੱਗਦੇ, ਸਭ ਨੂੰ ਲੱਗਦੇ ਹੈ, ਕਿਉਂਕਿ ਇਹਦੇ ਵਿੱਚ ਜ਼ਿਆਦਾ ਸੰਸਕ੍ਰਿਤ ਦਾ ਪ੍ਰਯੋਗ ਹੈ। ਪਰ ਫਿਰ ਵੀ ਕੋਈ ਐਸੀ ਗੱਲ ਤਾਂ ਹੈ ਨਹੀਂ, ਜੇ ਸਮਝ ਨਾ ਆਵੇ ਆ ਜਾਂਦੀ ਹੈ, ਸੰਗਤ ਵਿੱਚ ਸਾਰਾ ਕੁਛ ਸਮਝ ਆ ਜਾਂਦਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹ ਇੱਕ ਓਂਕਾਰ ਵਾਹਿਗੁਰੂ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਜਾਪ ਬਾਣੀ ਦਾ ਨਾਮ ਆਪਾਂ ਸਤਿਕਾਰ ਨਾਲ ਜਾਪ ਸਾਹਿਬ ਕਹਿੰਦੇ ਹਾਂ। ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ। ਇਹ ਸਾਰੀ ਬਾਣੀ ਛੰਦਾਂ ਵਿੱਚ ਹੈ, ਛੰਦਾਬੰਦੀ 'ਚ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਹੈ, ਇਹਦੇ ਵਿੱਚ ਛੰਦ ਲਿਖੇ ਹੋਏ ਨੇ। ਹੈ ਸਾਰਾ ਗਾਉਣ ਦੇ ਨਾਲ ਤਾਲੁਕ ਰੱਖਦੀ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੀ। ਨਾ ਹੀ ਉਹਦਾ ਕੋਈ ਚਿਹਨ ਚੱਕਰ ਹੈ, ਨਾ ਹੀ ਉਹਦੀ ਕੋਈ ਜਾਤ ਹੈ, ਨਾ ਹੀ ਉਹਦੀ ਕੋਈ ਗੋਤ ਹੈ, ਨਾ ਹੀ ਉਹਦਾ ਕੋਈ ਵਰਨ ਹੈ। ਵਰਨ ਰੰਗ ਨੂੰ ਵੀ ਕਹਿੰਦੇ, ਸ਼ਕਲ ਨੂੰ ਵੀ ਕਹਿ ਦਿੰਦੇ। ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇ। ਨਾ ਕੋਈ ਰੂਪ, ਨਾ ਰੰਗ, ਨਾ ਰੇਖ ਰੇਖਾ, ਨਾ ਕੋਈ ਉਹਦਾ ਭੇਸ, ਕੋਈ ਨਹੀਂ ਕਹਿ ਸਕਦਾ ਉਹ ਕਿਹੋ ਜਿਹਾ। ਅਚਲ ਮੂਰਤ ਅਨੁਭਵ ਪ੍ਰਕਾਸ਼, ਉਹ ਸਟੇਸ਼ਨਰੀ ਮੂਰਤ ਹੈ। ਅਨੁਭਵ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਸ਼ੰਭੋ ਅਮਿਤੋਜ ਕਹਿਜੈ, ਉਹ ਬਿਆਨ ਤੋਂ ਬਾਹਰ ਹੈ, ਵਰਣਨ ਕਰਨ ਤੋਂ ਬਾਹਰ ਹੈ। ਅਮਿਤੋਜ ਨੌਨ ਸਕ੍ਰਿਪਟ, ਉਹਦਾ ਬਿਆਨ ਨਹੀਂ ਕਰਿਆ ਜਾ ਸਕਦਾ। ਸਾਧ ਸੰਗਤ ਜੀਓ, ਇਹ ਸਾਰਾ ਹੀ ਜਿਹੜਾ ਛੰਦ ਦਾ ਪਹਿਲਾ ਹਿੱਸਾ ਹੈ, ਇਹ ਮੂਲ ਮੰਤਰ ਦੇ ਨਾਲ ਮਿਲਦਾ ਜੁਲਦਾ ਹੈ। ਸ਼ੰਭੋ ਆਪਣੇ ਆਪ ਤੋਂ ਪੈਦਾ ਹੋਣਾ, ਉਹ ਅਨੁਭਵ ਪ੍ਰਕਾਸ਼ ਲਿਖ ਦਿੱਤਾ। ਉੱਥੇ ਅਕਾਲ ਮੂਰਤ ਹੈ, ਉਰੇ ਅਚਲ ਮੂਰਤ ਹੈ, ਬਾਤ ਇੱਕੋ ਹੀ ਹੈ। ਜਿਹਦੇ ਸਿਰ ਪਰ ਕਾਲ ਨਹੀਂ ਹੈ, ਉਹੀ ਅਚਲ ਹੁੰਦਾ। ਕੋਈ ਰੇਖ ਭੇਖ ਨਹੀਂ ਹੈ, ਅਜੂਨੀ ਹੈ, ਉਹ ਸਾਰਾ ਕੁਛ ਲਗਭਗ ਉਹੋ ਜਿਹਾ ਹੀ ਹੈ। ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ, ਉਹ ਕਰੋੜਾਂ ਹੀ ਇੰਦਰਾਂ ਦਾ ਇੰਦਰ ਹੈ, ਕਰੋੜਾਂ ਹੀ ਰਾਜਿਆਂ ਦਾ ਰਾਜਾ। ਸ਼ਾਹ ਫਾਰਸੀ ਦੇ ਵਿੱਚ ਸ਼ਾਹ ਬਾਦਸ਼ਾਹ ਨੂੰ ਕਹਿੰਦੇ ਆ, ਆਪਾਂ ਸ਼ਾਹ ਕਹਿੰਦੇ ਹਾਂ ਹਿੰਦੀ ਦੇ ਵਿੱਚ। ਆਪਣੇ ਇਲਾਕੇ 'ਚ, ਹਿੰਦੁਸਤਾਨ 'ਚ ਸ਼ਾਹ ਉਹ ਹੁੰਦਾ ਜਿਹੜਾ ਪੈਸੇ ਧੇਲੇ ਦਿਆ ਕਰਦਾ ਸੀ ਲੋਕਾਂ ਨੂੰ ਵਣਜ ਕਰਨ ਖਾਤਰ, ਜਾਂ ਕਿਸੇ ਅਕਾਲ ਦੇ ਸਮੇਂ 'ਚ ਦਾਣੇ ਵਗੈਰਾ ਦਿਆ ਕਰਦਾ ਸੀ। ਤੋ ਫਾਰਸੀ ਦਾ ਜਿਹੜਾ ਸ਼ਬਦ ਸ਼ਾਹ ਹੈ, ਉਹਦਾ ਮਤਲਬ ਬਾਦਸ਼ਾਹ ਹੁੰਦਾ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਤਿੰਨਾਂ ਭਵਨਾਂ ਦਾ ਹੋਰ ਮਹਾਰਾਜਾ। ਮਹੀਪ ਪ੍ਰਿਥਵੀ ਦਾ ਪਾਲਣਹਾਰ ਨੂੰ ਕਹਿੰਦੇ ਮਹੀਪਤੀ। ਮਹੀਪਤੀ ਦਾ ਛੋਟਾ ਸ਼ਬਦ ਹੈ ਮਹੀਪ। ਮਹੀ ਮੈਨੇ ਧਰਤੀ, ਮੱਝ ਵੀ ਹੁੰਦਾ ਵੈਸੇ ਮਹੀ ਦਾ ਮਤਲਬ, ਪਰ ਇੱਥੇ ਧਰਤੀ ਹੈ। ਧਰਤੀ ਦਾ ਪਤੀ ਮਹੀਪ, ਤਿੰਨਾਂ ਭਵਨਾਂ ਦਾ ਮਾਲਕ। ਨਰ ਅਸੁਰ ਬੰਦੇ ਦੈਂਤ, ਨੇਤ ਨੇਤ ਬਣ ਤ੍ਰਿਣ ਕਹਿਤ। ਇਹ ਸਭ ਤੈਨੂੰ ਜਿੰਨੇ ਬਣ ਵੀ ਹੈ, ਦਰਖਤ ਵੀ ਹੈ, ਪੱਤੇ ਵੀ ਹੈ, ਸਭ ਤੈਨੂੰ ਇਸ ਕਰਕੇ ਵਡਿਆਉਂਦੇ ਹੈ, ਤੈਨੂੰ ਗਾਉਂਦੇ ਆ ਵੀ ਤੂੰ ਆ ਵੀ ਨਹੀਂ ਹੈ, ਤੂੰ ਆ ਵੀ ਨਹੀਂ ਹੈ। ਕਿਉਂਕਿ ਕਿਹਾ ਵੀ ਕਿਹਾ ਜਾਵੇ ਉਹਨੂੰ, ਜਿਵੇਂ ਭਾਈ ਨੰਦ ਲਾਲ ਜੀ ਨੇ ਇੱਕ ਵਾਰ ਕਹਿ ਦਿੱਤਾ, ਦਸ਼ਮੇਸ਼ ਜੀ ਤੁਸੀਂ ਖੰਡ ਦੀ ਬੋਰੀ ਹੈ, ਪਰ ਮੇਰੇ ਤੋਂ ਨਿਆਂ ਨਹੀਂ ਹੋ ਰਿਹਾ ਇਸ ਗੱਲ ਦਾ। ਤੁਸੀਂ ਤਾਂ ਬਹੁਤ ਕੁਛ ਹੈ, ਖੰਡ ਦੀ ਬੋਰੀ ਤਾਂ ਛੋਟੀ ਚੀਜ਼ ਹੈ, ਉਪਮਾ ਠੀਕ ਨਹੀਂ ਹੈ। ਤੋ ਉਹੀ ਚੀਜ਼ ਹੈ, ਨੇਤ ਨੇਤ ਕਥੰਤ ਬੇਦਾ, ਗੁਰਬਾਣੀ 'ਚ ਵੀ ਆਉਂਦਾ। ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਕੀਰਤਮ ਨਾਮ ਤੇਰੇ ਕਥੇ ਜੇਬਾ, ਸਤਨਾਮ ਤੇਰਾ ਪਰਾ ਪੁਰਬਲਾ। ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ, ਉਹੀ ਇੱਥੇ ਹੈ। ਤਬ ਸਰਬ ਨਾਮ ਕਥੈ ਕਵਨ, ਤੇਰੇ ਇੰਨੇ ਨਾਮ ਹੈ, ਸਭ ਨਾਮ ਤੇਰੇ ਹੈ। ਕੌਣ ਕੌਣ ਕਿਹਾ, ਕਿਹੜੇ ਕਿਹੜੇ ਦਾ ਬਿਆਨ ਕਰਿਆ ਜਾਵੇ, ਕਿਹਾ ਜਾਵੇ। ਸਿਰਫ ਕੀਰਤਮ ਨਾਮ ਹੈ। ਜੇ ਤੂੰ ਧਰਤੀ ਦਾ ਰਾਖਾ ਹੈ ਤਾਂ ਤੂੰ ਗੋਪਾਲ ਹੈ। ਜੇ ਤੂੰ ਧਰਤੀ ਚੱਕੀ ਹੋਈ ਹੈ ਤਾਂ ਧਰਨੀ ਧਾਰ ਹੈ। ਜੇ ਤੈਂ ਗੋਵਰਧਨ ਪਹਾੜ ਚੱਕਿਆ ਤਾਂ ਗੋਵਰਧਨ ਧਾਰੀ ਹੈ। ਤੂੰ ਕੁਛ ਵੀ ਹੈ, ਤੂੰ ਜਗਦੀਸ਼ ਹੈ, ਜਗਤ ਦਾ ਈਸ਼ ਹੈ। ਤੂੰ ਸਭ ਦਾ ਪਾਲਣਹਾਰ ਹੈ, ਜਗਜੀਵਨ ਹੈ।
सब नाम तेरे हैं, एक कीर्तम नाम है, पर असल ਵਿੱਚ तेरा नाम सतनाम है। भुजंग प्रयात छंद। नवस्तंग अकाले। नवस्तंग ਇਹ ਸੰਸਕ੍ਰਿਤ ਦੀ ਤਰ੍ਹਾਂ ਬੋਲ ਹੋਣਾ। ਤੈਨੂੰ ਨਮਸਕਾਰ ਹੈ ਹੇ ਅਕਾਲ ਰੂਪ, ਤੇਰੇ ਸਿਰ ਪਰ ਕਾਲ ਨਹੀਂ ਹੈ। ਨਵਸਤੰ ਕਿਰਪਾਲੇ, ਤੂੰ ਸਦਾ ਹੀ ਕਿਰਪਾ ਕਰਦਾ, ਤੈਨੂੰ ਨਮਸਕਾਰ ਹੈ। ਨਵਸਤੰ ਅਰੂਪੇ, ਤੇਰਾ ਕੋਈ ਰੂਪ ਨਹੀਂ ਹੈ। ਨਵਸਤੰ ਅਨੂਪੇ, ਤੂੰ ਅਨੂਪ ਹੈ, ਉਪਮਾ ਤੋਂ ਰਹਿਤ ਹੈ, ਤੈਨੂੰ ਨਮਸਕਾਰ ਹੈ। ਨਵਸਤਮ ਅਭੇਖੇ, ਤੇਰਾ ਕੋਈ ਭੇਖ ਨਹੀਂ। ਨਵਸਤਮ ਅਲੇਖੇ, ਤੇਰੇ ਸਿਰ ਦੇ ਉੱਤੇ ਮੱਥੇ ਦੇ ਉੱਤੇ ਕੋਈ ਲੇਖ ਨਹੀਂ ਹੈ। ਸਭ ਦੁਨੀਆ ਦੇ ਮੱਥੇ ਤੇ ਲੇਖ ਹੈ, ਪਰ ਤੇਰੇ ਮੱਥੇ ਤੇ ਕੋਈ ਲੇਖ ਨਹੀਂ, ਤੂੰ ਲਿਖਣ ਵਾਲਾ ਹੈ, ਤੈਨੂੰ ਨਮਸਕਾਰ ਹੈ। ਨਵਸਤਮ ਅਕਾਏ। ਅਕਾਏ, ਕਾਏ ਹੁੰਦਾ ਸਰੀਰ, ਅਕਾਏ ਜਿਹਦਾ ਸਰੀਰ ਨਹੀਂ ਕੋਈ ਹੈ। ਨਵਸਤੰ ਅਜਾਏ। ਤੋ ਸਾਧ ਸੰਗਤ ਜੀ, ਨਵਸਤੰ ਅਗੰਜੇ, ਨਵਸਤੰ ਅਪੰਜੇ, ਇਹ ਵੀ ਸ਼ਬਦ ਥੋੜ੍ਹੇ ਬਹੁਤੇ ਅਲੱਗ ਅਲੱਗ ਰਾਈਟਰਾਂ ਨੇ ਅਲੱਗ ਅਲੱਗ ਇਹਨਾਂ ਦੇ ਅਰਥ ਕਰੇ ਹੈ, ਪਰ ਜ਼ਿਆਦਾਤਰ ਇਹ ਹੈ ਅਪੰਜ, ਜਿਹਨੂੰ ਭੰਜਿਆ ਨਹੀਂ ਜਾ ਸਕਦਾ। ਅਗੰਜ ਵੀ ਇਸ ਤਰ੍ਹਾਂ ਦਾ ਹੀ ਸ਼ਬਦ ਹੈ। ਨਵਸਤੰ ਅਨਾਮੇ, ਤੇਰਾ ਕੋਈ ਨਾਮ ਨਹੀਂ ਹੈ। ਨਵਸਤੰ ਅਠਾਮੇ, ਤੇਰਾ ਕੋਈ ਜਗ੍ਹਾ ਨਹੀਂ ਹੈ। ਸਭ ਜਗ੍ਹਾ ਹੀ ਤੇਰੀਆਂ, ਪਰ ਤੇਰੀ ਕੋਈ ਪਰਟੀਕੂਲਰ ਜਗ੍ਹਾ ਨਹੀਂ ਹੈ। ਨਵਸਤੰ ਅਕਰਮੰ। ਨਵਸਤੰ ਅਧਰਮ, ਤੂੰ ਕਾਰਿਆ ਰਹਿਤ ਹੈ, ਤੂੰ ਕੁਛ ਨਹੀਂ ਕਰਦਾ, ਨਿਸ਼ਕਰੀ ਹੈ। ਅਸਲ ਵਿੱਚ ਤੂੰ ਸਭ ਕੁਛ ਕਰ ਰਿਹਾ। ਦੋਨੋਂ ਗੱਲਾਂ ਚੱਲਦੀਆਂ ਨੇ ਗੁਰਬਾਣੀ 'ਚ। ਤੂੰ ਅਕਰਮੰ ਵੀ ਹੈ, ਤੂੰ ਸਭ ਕਾਸੇ ਦਾ ਕਰਤਾ ਵੀ ਹੈ। ਤੂੰ ਅਧਰਮੰ ਵੀ ਹੈ, ਤੇਰਾ ਕੋਈ ਧਰਮ ਨਹੀਂ ਹੈ। ਸਾਰਿਆਂ ਧਰਮਾਂ 'ਚ ਤੂੰ ਹੀ ਹੈ। ਨਵਸਤੰ ਅਨਾਮੰ, ਤੇਰਾ ਕੋਈ ਨਾਮ ਨਹੀਂ ਹੈ। ਨਵਸਤੰ ਅਧਾਮੰ, ਤੇਰਾ ਕੋਈ ਜਗ੍ਹਾ ਨਹੀਂ ਹੈ। ਨਵਸਤੰ ਅਜੀਤੇ, ਤੂੰ ਜਿੱਤਿਆ ਨਹੀਂ ਜਾ ਸਕਦਾ। ਨਵਸਤੰ ਅਭੀਤੇ, ਤੂੰ ਡਰ ਤੋਂ ਰਹਿਤ ਹੈ। ਭੀਤ ਮੈਨੇ ਡਰ। ਨਵਸਤੰ ਅਵਾਹੇ। ਅਵਾਹੇ ਦਾ ਮਤਲਬ ਹੁੰਦਾ, ਵਾਹੇ ਹੁੰਦਾ ਵਾਹਣ। ਜਿਵੇਂ ਹਰ ਇੱਕ ਦੇਵੀ ਦੇਵਤੇ ਦਾ ਇੱਕ ਨਾ ਇੱਕ ਅੱਧਾ ਵਾਹਣ ਹੁੰਦਾ ਹੈ। ਵਿਸ਼ਨੂੰ ਜੀ ਗਰੜ ਦੀ ਸਵਾਰੀ ਕਰਦੇ ਹੈ, ਔਰ ਜਿਹੜੀ ਮਾਤਾ ਹੈ ਚੀਚਕ ਸੀਤਲਾ, ਉਹ ਗਧੇ ਦੀ ਸਵਾਰੀ ਕਰਦੀ ਹੈ। ਇਸ ਤਰ੍ਹਾਂ ਹਰ ਇੱਕ ਦੇਵਤੇ ਦਾ ਇੱਕ ਵਾਹਣ ਹੁੰਦਾ, ਪਰ ਗੁਰੂ ਸਾਹਿਬ ਫਰਮਾਉਂਦੇ ਦਸ਼ਮੇਸ਼ ਜੀ ਵੀ ਹੇ ਵਾਹਿਗੁਰੂ ਜੀ, ਤੂੰ ਵਾਹਣ ਰਹਿਤ ਹੈ, ਤੇਰਾ ਕੋਈ ਵਾਹਣ ਨਹੀਂ। ਔਰ ਬਾਹਾਂ ਨੂੰ ਵੀ ਕਹਿੰਦੇ ਆ ਵੀ ਤੇਰੀ ਕੋਈ ਬਾਂਹ ਨਹੀਂ ਹੈ, ਤੇਰੀਆਂ ਸਾਰੀਆਂ ਹੀ ਬਾਹਾਂ। ਨਵਸਤੰ ਅਡਾਹੇ। ਨਵਸਤੰ ਅਨੀਲੇ, ਤੈਨੂੰ ਢਾਇਆ ਨਹੀਂ ਜਾ ਸਕਦਾ, ਤੂੰ ਰੰਗ ਤੋਂ ਰਹਿਤ ਹੈ। ਨਵਸਤੰ ਅਨਾਦੇ, ਤੇਰਾ ਕੋਈ ਆਦ ਨਹੀਂ। ਨਵਸਤੰ ਅਛੇਦੇ, ਤੈਨੂੰ ਛੇਦਿਆ ਨਹੀਂ ਜਾ ਸਕਦਾ, ਤੈਨੂੰ ਭੰਗ ਨਹੀਂ ਕਰਿਆ ਜਾ ਸਕਦਾ। ਨਵਸਤੰ ਅਗਾਧੇ, ਤੂੰ ਅਗਾਧ ਬੋਧ ਹੈ। ਨਵਸਤੰ ਅਗੰਜੇ। ਨਵਸਤੰ ਅਭੰਜੇ। ਨਵਸਤੰ ਉਦਾਰੇ, ਤੂੰ ਬਹੁਤ ਉਦਾਰ ਹੈ, ਤੈਨੂੰ ਨਮਸਕਾਰ ਹੈ। ਨਵਸਤੰ ਅਪਾਰੇ, ਤੂੰ ਅਪਰਪਾਰ ਹੈ। ਨਵਸਤੰ ਸੋ ਇੱਕ ਹੈ। ਨਵਸਤੰ ਅਨੇਕ ਹੈ, ਤੂੰ ਇੱਕ ਵੀ ਹੈ, ਅਨੇਕ ਵੀ ਹੈ, ਤੈਨੂੰ ਨਮਸਕਾਰ ਹੈ। ਨਵਸਤੰ ਅਭੂਤੇ। ਨਵਸਤੰ ਅਜੂਪੇ, ਤੂੰ ਸਰੀਰ ਰਹਿਤ ਹੈ ਔਰ ਤੂੰ ਲਿਮਟਲੈਸ ਹੈ। ਤੂੰ ਬੰਧਨਾਂ ਤੋਂ ਰਹਿਤ ਹੈ। ਅਜੂਪਾ, ਬੰਧਨਾਂ ਤੋਂ ਰਹਿਤ। ਨਵਸਤੰ ਨਿਰਕਰਮੇ। ਨਵਸਤੰ ਨਿਰਭਰਮੇ, ਨਾ ਤੈਨੂੰ ਕੋਈ ਭਰਮ ਹੈ, ਨਾ ਤੂੰ ਕੋਈ ਕਰਮ ਕਰਦਾ। ਨਵਸਤੰ ਨਿਰਦੇਸ਼ੇ। ਸਾਧ ਸੰਗਤ ਜੀ, ਇਹ ਜਿਹੜਾ ਆਪਾਂ ਨਿਰਦੇਸ਼ੇ ਪੜ੍ਹਦੇ ਹਾਂ ਪੰਜਾਬੀ 'ਚ, ਅਸਲ ਵਿੱਚ ਸੰਸਕ੍ਰਿਤ ਦੇ ਵਿੱਚ ਇਹ ਸਿਆਰੀ ਰਾਰੇ ਨੂੰ ਲੱਗੀ ਹੋਈ ਹੈ। ਨਰਿਕਰਮੇ, ਨਰਿਭਰਮੇ, ਨਰਿਦੇਸ਼ੇ, ਨਰਿਭੇਸੇ, ਇਸ ਤਰ੍ਹਾਂ ਇਹਦਾ ਉਚਾਰਨ ਬਣਦਾ ਹੈ, ਪਰ ਆਪਾਂ ਪੰਜਾਬੀ 'ਚ ਇਹਨੂੰ ਸਿਆਰੀ ਨੰਨੇ ਨਾਲ ਲਾ ਕੇ ਪੜ੍ਹ ਲੈਂਦੇ ਹਾਂ। ਨਵਸਤੰ ਨਰਿਨਾਮੇ। ਨਵਸਤੰ ਨਰਿਕਾਮੇ, ਤੇਰਾ ਕੋਈ ਨਾਮ ਨਹੀਂ, ਤੇਰਾ ਕੋਈ ਕਾਮ ਨਹੀਂ, ਕਾਮਨਾ ਰਹਿਤ ਹੈ, ਤੈਨੂੰ ਨਮਸਕਾਰ ਹੈ। ਨਵਸਤੰ ਨਿਰਧਾਤੇ। ਧਾਤ ਹੁੰਦੀ ਹੈ ਐਲੀਮੈਂਟ, ਤੂੰ ਧਾਤ ਤੋਂ ਰਹਿਤ ਹੈ, ਤੇਰਾ ਕੋਈ ਐਲੀਮੈਂਟ ਨਹੀਂ, ਤੂੰ ਨੌਨ ਐਲੀਮੈਂਟ ਹੈ, ਤੈਨੂੰ ਨਮਸਕਾਰ ਹੈ। ਨਮਸਤੰ ਨਿਰਘਾਤੇ, ਤੂੰ ਘਾਤ ਰਹਿਤ ਹੈ, ਇਨਵਿੰਸੀਬਲ, ਤੈਨੂੰ ਘਾਤ ਨਹੀਂ ਕਰਿਆ ਜਾ ਸਕਦਾ। ਜਿਵੇਂ ਹੋਰ ਹਰ ਬੰਦੇ ਨੂੰ ਮਾਰਿਆ ਜਾ ਸਕਦਾ, ਘਾਤ ਲਾਈ ਜਾ ਸਕਦੀ ਹੈ, ਉਹਨੂੰ ਜ਼ਖਮ ਦਿੱਤੇ ਜਾ ਸਕਦੇ, ਪਰ ਤੈਨੂੰ ਨਹੀਂ। ਨਵਸਤੰ ਨਿਰਧੂਤੇ, ਤੂੰ ਅਡੋਲ ਹੈ, ਅਚਲ ਹੈ। ਨਵਸਤੰ ਅਭੂਤੇ, ਤੂੰ ਐਲੀਮੈਂਟ ਰਹਿਤ ਹੈ, ਕੋਈ ਤੇਰਾ ਸਰੀਰ ਨਹੀਂ। ਨਵਸਤੰ ਅਲੋਕੇ, ਤੇਰਾ ਕੋਈ ਲੋਕ ਨਹੀਂ। ਨਵਸਤੰ ਅਸ਼ੋਕੇ, ਤੂੰ ਸ਼ੋਕ ਰਹਿਤ ਹੈ, ਤੈਨੂੰ ਕੋਈ ਕਦੇ ਕੋਈ ਸ਼ੋਕ ਨਹੀਂ ਆਉਂਦਾ।
ਤੈਨੂੰ ਕਦੇ ਕੋਈ ਵਰੀ ਨਹੀਂ ਆਉਂਦੀ ਔਰ ਸੰਤਾਪ ਨਹੀਂ ਆਉਂਦਾ। ਨਵਸਤੰ ਨਿਰਤਾਪੇ, ਨਵਸਤੰ ਅਥਾਪੇ, ਤੂੰ ਥਾਪਿਆ ਨਹੀਂ ਜਾ ਸਕਦਾ। ਜਿਵੇਂ ਜਪਜੀ ਸਾਹਿਬ 'ਚ ਬਚਨ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੂੰ ਅਥਾਪਿਆ ਵਾ, ਅਥਾਪ ਹੈ, ਮਤਲਬ ਕੋਈ ਤੈਨੂੰ ਥਾਪ ਨਹੀਂ ਸਕਦਾ, ਤੂੰ ਆਪਣੇ ਆਪ ਤੋਂ ਹੈ। ਤੂੰ ਤਾਪ ਤੋਂ ਰਹਿਤ ਹੈ। ਨਵਸਤੰ ਤ੍ਰਿਮਾਨੇ, ਤਿੰਨਾਂ ਲੋਕਾਂ 'ਚ ਤੂੰ ਮਾਨਿਆ, ਤੇਰੀ ਮਾਨਤਾ ਹੈ, ਤੈਨੂੰ ਜਾਣਦੇ ਆ ਲੋਕ, ਤੈਨੂੰ ਤੇਰਾ ਮਾਣ ਕਰਦੇ ਆ, ਤੇਰੇ ਤੋਂ ਡਰਦੇ ਆ। ਨਵਸਤੰ ਨਿਧਾਨੇ, ਨਵਸਤੰ ਅਗਾਹੇ, ਨਵਸਤੰ ਆਵਾਹੇ, ਤੂੰ ਬਹੁਤ ਵੱਡਾ ਹੈ, ਅਗਾਹ ਹੈ, ਅਥਾਹ ਹੈ, ਔਰ ਤੂੰ ਵਾਹਨ ਰਹਿਤ ਹੈ, ਸਵਾਰੀ ਰਹਿਤ ਹੈ, ਤੂੰ ਕਿਸੇ ਦੀ ਸਵਾਰੀ ਨਹੀਂ ਕਰਦਾ, ਆਪਣੇ ਆਪ ਤੋਂ ਹੈ, ਤੈਨੂੰ ਨਮਸਕਾਰ ਹੈ। ਨਵਸਤੰ ਤ੍ਰਿਵਰਗੇ, ਤਿੰਨਾਂ ਗੁਣਾ ਰਜੋ ਸਤੋ ਤਮੋ ਤੋਂ ਤੂੰ ਬਾਹਰ ਵੀ ਹੈ ਅਤੇ ਇਹਨਾਂ ਦੇ ਵਿੱਚ ਵੀ ਰਮਿਆ ਹੋਇਆ, ਤੈਨੂੰ ਨਮਸਕਾਰ ਹੈ। ਨਵਸਤੰ ਅਸਰਗੇ, ਤੂੰ ਉਤਪਤੀ ਰਹਿਤ ਹੈ, ਤੈਨੂੰ ਕੋਈ ਪੈਦਾ ਨਹੀਂ ਕਰ ਸਕਦਾ। ਨਵਸਤੰ ਪਰਭੋਗੇ, ਨਵਸਤੰ ਸੰਜੋਗੇ, ਨਵਸਤੰ ਅਰੰਗੇ, ਤੂੰ ਚੰਗੀ ਤਰ੍ਹਾਂ ਭੋਗਿਆ ਜਾਂਦਾ, ਮਤਲਬ ਤੂੰ ਭੋਗਦਾ ਹੈ, ਸਾਰਿਆਂ ਭੋਗਾਂ ਵਿੱਚ ਤੂੰ ਹੀ ਹੈ, ਸਾਰਿਆਂ ਜੋਗਾਂ 'ਚ ਵੀ ਤੂੰ ਹੀ ਹੈ। ਯੋਗ ਹੁੰਦਾ ਜਿੱਥੇ ਭੋਗ ਤੋਂ ਰਹਿਤ ਹੋਵੇ ਬੰਦਾ, ਬਹੁਤਾਤ ਵੀ ਜਿਹੜਾ ਭੋਗ ਕਰਦੇ ਹਾਂ ਆਪਾਂ, ਲਗਜ਼ਰੀ ਕਹਿੰਦੇ ਜਿਹਨੂੰ, ਅਤੇ ਭੋਗਣਾ ਹੁੰਦਾ ਜਿਹੜਾ ਲਗਜ਼ਰੀ ਕਰਨੀ, ਤੂੰ ਇਹਨਾਂ ਤੋਂ ਬਾਹਰ ਹੈ। ਨਵਸਤੰ ਅਰੰਗੇ, ਨਵਸਤੰ ਅਭੰਗੇ, ਤੇਰਾ ਕੋਈ ਰੰਗ ਨਹੀਂ, ਤੂੰ ਭੰਗ ਰਹਿਤ ਹੈ, ਤੂੰ ਭੰਗ ਨਹੀਂ ਕਰਿਆ ਜਾ ਸਕਦਾ, ਤੈਨੂੰ ਨਮਸਕਾਰ ਹੈ। ਨਵਸਤੰ ਅਗੰਮੇ, ਤੂੰ ਅਗੰਮ ਹੈ, ਤੇਰੇ ਥਾਈਂ ਪਹੁੰਚ ਨਹੀਂ ਹੈ। ਸਾਧ ਸੰਗਤ ਜੀਓ, ਜਿੱਥੇ ਪਰਮਾਤਮਾ ਅਗੰਮ ਹੈ, ਗੁਰਬਾਣੀ 'ਚ ਜ਼ਿਕਰ ਆਉਂਦਾ ਵੀ ਸਤਿਗੁਰ ਅਗੰਮ ਕਹੋ ਕਿਉਂ ਲਖੀਐ, ਜਿਸ ਬਖਸ਼ੇ ਤਿਸੈ ਪਛਾਤਾ। ਸਤਿਗੁਰੂ ਵੀ ਅਗੰਮ ਹੈ, ਪਰਮਾਤਮਾ ਵੀ ਅਗੰਮ ਹੈ। ਸ਼ਾਇਦ ਆਪਾਂ ਸਮਝਦੇ ਹਾਂ ਵੀ ਗੁਰੂ ਕੋਲ ਆਪਾਂ ਜਾਂਦੇ ਆਉਂਦੇ ਹਾਂ, ਗੁਰੂ ਤਾਂ ਅਗੰਮ ਨਹੀਂ ਹੈ। ਨਹੀਂ ਨਹੀਂ ਸਾਧ ਸੰਗਤ ਜੀਓ, ਉਹ ਗੁਰੂ ਦਾ ਬਾਹਰੀ ਰੂਪ ਹੈ। ਜੋ ਅੰਦਰ ਹੈ, ਵਿਵੇਕ ਹੈ ਜਿਹੜਾ ਗੁਰੂ ਦੇ ਅੰਦਰ, ਉਹ ਸਾਡੀ ਪਹੁੰਚ ਵਾਸਤੇ, ਪਹੁੰਚ ਤੋਂ ਬਾਹਰ ਹੈ, ਉਹ ਅਗੰਮ ਹੈ। ਉਹਨੂੰ ਨਹੀਂ ਆਪਾਂ ਪਹੁੰਚ ਸਕਦੇ ਜਿੰਨਾ ਚਿਰ ਗੁਰੂ ਕਿਰਪਾ ਨਹੀਂ ਕਰਦਾ। ਇਸੀ ਕਰਕੇ ਸੰਗਤ ਵੀ ਅਗੰਮ ਹੈ। ਭਾਵੇਂ ਕਿ ਆਪਾਂ ਜਾਂਦੇ ਹਾਂ ਸੰਗਤ ਕੋਲ, ਸਰੀਰਕ ਤੌਰ ਪਰ ਚਲੇ ਜਾਂਦੇ, ਪਰ ਜੋ ਸੰਗਤ ਦੇ ਵਿੱਚ ਵਰਤਾਵਾ ਹੁੰਦਾ ਪਰਮਾਤਮਾ ਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਉਹ ਸਾਡੇ ਵਾਸਤੇ ਅਗੰਮ ਹੈ, ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ। ਨਵਸਤੰ ਰਮੇ, ਨਵਸਤਸਤ ਰਮੇ, ਤੂੰ ਰਮਿਆ ਹੋਇਆ ਸਭ ਦੇ ਵਿੱਚ, ਤੈਨੂੰ ਨਮਸਕਾਰ ਹੈ। ਨਵਸਤੰ ਜਲਾਸਰੇ, ਨਵਸਤੰ ਨਿਰਾਸਰੇ, ਸਾਰੇ ਜਲਾਂ ਦਾ, ਸਮੁੰਦਰਾਂ ਦਾ ਆਸਰਾ ਵੀ ਤੂੰ ਹੀ ਹੈ, ਔਰ ਤੇਰਾ ਕੋਈ ਆਸਰਾ ਵੀ ਨਹੀਂ ਹੈ, ਤੂੰ ਆਸਰੇ ਤੋਂ ਬਿਨਾਂ। ਸਭ ਦਾ ਆਸਰਾ ਤੂੰ ਹੈ, ਪਰ ਤੈਨੂੰ ਕਿਸੇ ਦਾ ਕੋਈ ਆਸਰਾ ਨਹੀਂ, ਤੈਨੂੰ ਨਮਸਕਾਰ ਹੈ। ਨਵਸਤੰ ਅਜਾਤੇ, ਨਵਸਤੰ ਅਪਾਤੇ, ਨਾ ਤੇਰੀ ਕੋਈ ਜਾਤ ਹੈ, ਨਾ ਤੇਰਾ ਕੋਈ ਗੋਤ ਹੈ, ਤੈਨੂੰ ਨਮਸਕਾਰ ਹੈ। ਨਵਸਤੰ ਅਮਜ਼ਬੇ, ਤੇਰਾ ਕੋਈ ਮਜ਼ਹਬ ਨਹੀਂ ਹੈ, ਕੋਈ ਧਰਮ ਨਹੀਂ ਹੈ। ਨਵਸਤਸਤ ਅਜਬੇ, ਅਜੀਬ ਹੈ ਤੂੰ ਸਭ ਤੋਂ, ਤੈਨੂੰ ਨਮਸਕਾਰ ਹੈ। ਆਦੇਸੰ ਆਦੇਸੇ, ਨਵਸਤੰ ਅਪੇਸੇ, ਤੈਨੂੰ ਆਦੇਸ਼ ਹੈ, ਨਮਸਕਾਰ ਹੈ। ਹੇ ਬਿਨਾਂ ਦੇਸ਼ ਤੋਂ ਤੂੰ, ਤੇਰਾ ਕੋਈ ਦੇਸ਼ ਨਹੀਂ ਹੈ, ਤੇਰਾ ਕੋਈ ਭੇਸ ਨਹੀਂ ਹੈ। ਨਵਸਤੰ ਨਿਰਧਾਮੇ, ਤੇਰਾ ਕੋਈ ਧਾਮ ਨਹੀਂ ਹੈ। ਨਵਸਤੰ ਨਿਰਬਾਮੇ, ਤੂੰ ਮਾਇਆ ਤੋਂ ਰਹਿਤ ਹੈ, ਤੈਨੂੰ ਨਮਸਕਾਰ। ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮਸਕਾਰ ਹੈ ਤੈਨੂੰ ਹੇ ਸਰਬ ਕਾਲ, ਹੇ ਸਰਬ ਦਿਆਲ, ਤੂੰ ਸਭ ਦਾ ਕਾਲ ਹੈ, ਸਭ ਦੇ ਉੱਤੇ ਦਿਆਲੂ ਵੀ ਹੈ। ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਸਾਰਿਆਂ ਰੂਪਾਂ 'ਚ ਵੀ ਤੂੰ ਹੀ ਹੈ, ਸਾਰੇ ਭੂਪਾਂ ਵਿੱਚ ਵੀ ਤੂੰ ਹੀ ਹੈ, ਭੂਪ ਰਾਜਿਆਂ ਨੂੰ ਕਹਿੰਦੇ। ਨਮੋ ਸਰਬ ਖਾਪੇ, ਸਭ ਨੂੰ ਖਪਾਉਂਦਾ ਵੀ ਤੂੰ ਹੀ ਹੈ, ਸਭ ਦਾ ਕਾਲ ਵੀ ਤੂੰ ਹੀ ਹੈ। ਨਮੋ ਸਰਬ ਥਾਪੇ, ਸਭ ਨੂੰ ਥਾਪਦਾ ਵੀ ਤੂੰ ਹੀ। ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਸਭ ਨੂੰ ਪਾਲਦਾ ਵੀ ਤੂੰ ਹੀ ਹੈ, ਸਭ ਦਾ ਕਾਲ ਵੀ ਤੂੰ ਹੀ ਹੈ, ਤੈਨੂੰ ਨਮਸਕਾਰ ਹੈ। ਤੋ ਸਾਧ ਸੰਗਤ ਜੀਓ, ਇਹ ਤਾਂ ਸੀ ਅੱਜ ਦੀ ਵਿਚਾਰ। ਤਕਰੀਬਨ 10-12 ਦਿਨਾਂ 'ਚ ਭਾਈ ਰਣਜੀਤ ਸਿੰਘ ਜੀ ਦਾ ਹੁਕਮ ਹੈ ਵੀ ਇਹ ਸਮਾਪਤੀ ਕਰਨੀ ਹੈ। ਉਹਦਾ ਕਾਰਨ ਇਹ ਹੈ ਵੀ ਫਿਰ ਉਹ ਦੇਖਦੇ ਹੁੰਦੇ ਵੀ ਇੰਟਰਨੈੱਟ ਪਰ ਚੜ੍ਹਾਉਣਾ ਹੈ, ਫੇਸਬੁੱਕ ਵਗੈਰਾ ਪਰ, ਸਾਊਂਡ ਕਲਾਊਡ ਪਰ ਜਾਂ ਯੂਟਿਊਬ ਪਰ, ਉਹ ਚੜ੍ਹਾਉਣ ਦੇ ਵੀ ਕੁਛ ਕਾਇਦੇ ਹੁੰਦੇ ਵੀ ਕਿੰਨਾ ਕੁ ਲੰਬਾਈ ਚੜ੍ਹਾਈ ਹੋਣੀ ਚਾਹੀਦੀ ਹੈ, ਕਿੰਨੇ ਕੁ ਮਿੰਟਾਂ ਦਾ ਹੋਣਾ ਚਾਹੀਦਾ। ਉਹਦਾ ਦੇ ਕਹਿਣ ਦੇ ਮੁਤਾਬਕ ਵੀ 30-40 ਮਿੰਟ ਤੋਂ ਵਧਣਾ ਨਹੀਂ ਚਾਹੀਦਾ।
ਤਾਂ ਉਨੇ ਇੱਕ ਦੀ ਲਿਮਿਟ ਦੇ ਵਿੱਚ ਆਪਾਂ ਨੇ ਰਹਿਣਾ। ਇਸੇ ਕਰਕੇ ਗੱਲ ਤਾਂ ਇੱਕੋ ਹੀ ਹੈ, ਔਰ ਗੱਲ ਬਹੁਤ ਬੜੀ ਵੀ ਹੈ, ਛੋਟੀ ਵੀ ਹੈ। ਗੱਲ 2.5 ਹਰਫੀ ਵੀ ਹੈ, ਗੱਲ ਐਡੀ ਬੜੀ ਹੈ ਵੀ ਉਹ ਅੱਖਰਾਂ 'ਚ ਬਿਆਨ ਵੀ ਨਹੀਂ ਹੋ ਸਕਦੀ। ਜੇ ਸਮਝ ਆ ਜਾਏ ਤਾਂ ਸਭ ਕੁਛ ਹੈ, ਜੇ ਨਾ ਆਵੇ ਤਾਂ ਕੁਛ ਵੀ ਪੱਲੇ ਨਹੀਂ ਪੈਂਦਾ। ਤਾਂ ਸਾਧ ਸੰਗਤ ਜੀਓ, ਆਪਾਂ ਹੋਰ ਵਿਚਾਰ ਕਰਨੀ ਹੈ ਨਾਲ ਜੁੜੀ ਹੋਈ। ਇੱਕ ਸ਼ਬਦ ਆਉਨੇ ਚਾਰ: ਜਪਣਾ, ਧਿਆਉਣਾ ਔਰ ਅਰਾਧਨਾ, ਸਿਮਰਨਾ। ਇਹ ਚਾਰ ਸ਼ਬਦ ਆਉਂਦੇ ਗੁਰਬਾਣੀ 'ਚ, ਬਹੁਤ ਵਾਰੀ ਆਉਂਦੇ। ਇਹਨਾਂ ਦੀ ਆਪਣੀ ਆਪਣੀ ਅਹਿਮੀਅਤ ਹੈ। ਇਹ ਚਾਰੇ ਇੱਕ ਵੀ ਹੈ, ਭੇਦਾ ਭੇਦ ਵੀ ਹੈ, ਇੱਕ ਦੂਜੇ ਖਾਤਰ ਵਰਤੇ ਗਏ ਹੈ ਗੁਰਬਾਣੀ 'ਚ, ਲੇਕਿਨ ਚਾਰਾਂ ਦੀ ਆਪਣੀ ਪਰਸਨੈਲਿਟੀ ਵੀ ਹੈ। ਉਹ ਥੋੜ੍ਹੀ ਜਿਹੀ ਵਿਚਾਰ ਕਰਨੀ ਆਪਣੀ ਤੁੱਛ ਬੁੱਧੀ ਅਨੁਸਾਰ। ਬਹੁਤ ਸਾਰੇ ਵਿਦਵਾਨ ਬੁੱਧੀ ਨਾਲ ਇਹਨਾਂ ਦਾ ਵਿਆਖਿਆ ਕਰਦੇ ਹੈ ਬਈ, ਕਿਉਂਕਿ ਉਹਨਾਂ ਦਾ ਕਹਿਣਾ ਇਹ ਹੈ ਵੀ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਇੱਥੋਂ ਸ਼ੁਰੂ ਕਰਦੇ ਹਾਂ। ਨਾਮ ਹੁਕਮ ਹੈ, ਉਹ ਕਿਵੇਂ ਹੁਕਮ ਹੈ? ਇਹ ਗੱਲ ਬਹੁਤ ਲੰਬੀ ਚੌੜੀ ਵਿਆਖਿਆ ਦੀ ਹੱਕਦਾਰ ਹੈ। ਨਾਮ ਨੂੰ ਸਮਝਣਾ ਸਿੱਖ ਧਰਮ ਵਿੱਚ ਸਭ ਤੋਂ ਔਖਾ ਲੱਗ ਰਿਹਾ ਹੈ। ਸਾਧ ਸੰਗਤ ਜੀਓ, ਨਾਮ ਰੱਬ ਦਾ ਅਲੱਗ ਗੱਲ ਹੈ, ਅਤੇ ਨਾਮ ਜਿਹੜਾ ਗੁਰਬਾਣੀ ਵਿੱਚ ਹੈ, ਉਸ ਰੱਬ ਦੇ ਨਾਮ ਨੂੰ ਕਿਵੇਂ ਪਾਉਣਾ, ਕਿਵੇਂ ਉਹਨੂੰ ਜਪਣਾ, ਕਿਵੇਂ ਧਿਆਉਣਾ, ਕਿਵੇਂ ਉਹਦਾ ਅੰਦਰ ਤੋਂ ਚਸ਼ਮੇ ਦੀ ਤਰ੍ਹਾਂ ਫੁੱਟਦਾ, ਉਹ ਇਹ ਸਾਰਾ ਕੁਛ ਨਾਮ ਦੇ ਵਿੱਚ ਆਉਂਦਾ। ਉਹਦੀ ਡਿਸਕ੍ਰਿਪਸ਼ਨ ਹੈ। ਅੱਖਰੀ ਅਰਥ ਨਹੀਂ ਹੈ ਇਹਦਾ, ਜਿਵੇਂ ਸਾਡੇ ਵਿਦਵਾਨ ਲਗਾਉਂਦੇ। ਜਿਵੇਂ ਕੱਲ੍ਹ ਪਰਸੋਂ ਕੋਈ ਵਿਦਵਾਨ ਕਹਿ ਰਿਹਾ ਸੀ ਫੇਸਬੁੱਕ 'ਤੇ, ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋਂ ਦੇ ਦੜਾਏ। ਉਹ ਗੁਰੂ ਦੇ ਗਿਆਨ ਨੂੰ ਹੀ ਨਾਮ ਕਹਿ ਰਿਹਾ ਸੀਗਾ, ਇਸ ਤਰ੍ਹਾਂ ਜਿਵੇਂ ਲਿਖਿਆ ਹੋਇਆ। ਨਹੀਂ ਨਹੀਂ ਸਾਧ ਸੰਗਤ ਜੀ, ਉਹ ਗਿਆਨ ਸ਼ਬਦ ਵੀ ਭੇਦਾ ਭੇਦ ਹੈ ਵਿਵੇਕ ਦੇ ਨਾਲ। ਵਿਵੇਕ ਗਿਆਨ ਗੁਰਬਾਣੀ ਵਿੱਚ ਹੈ ਸਾਰੀ ਬਿੱਦਤ। ਗਿਆਨ ਬਾਹਰੀ ਹੁੰਦਾ ਹੈ, ਜਿਹੜਾ ਆਪਾਂ ਬਾਹਰ ਤੋਂ ਲੈਂਦੇ ਹਾਂ, ਔਰ ਜਿਹੜਾ ਅੱਖਰਾਂ ਦਾ ਗਿਆਨ ਹੈ ਉਹ ਵੀ ਬਾਹਰੀ ਗਿਆਨ ਹੈ। ਅੱਖਰਾਂ ਦੇ ਵਿੱਚ ਜਿਹੜਾ ਗਿਆਨ ਹੈ, ਵਿਦਇਨ ਦਾ ਵਰਡਸ, ਉਹ ਵਿਵੇਕ ਗਿਆਨ ਹੈ। ਉਹ ਗੁਰੂ ਹੈ ਸਾਡਾ, ਨਾ ਕਿ ਬਾਹਰਲਾ ਗਿਆਨ ਗੁਰੂ ਹੈ। ਬਾਹਰਲਾ ਗਿਆਨ ਤਾਂ ਦੁਨੀਆ ਕੋਲ ਬਹੁਤ ਹੈ, ਕੈਮਿਸਟਰੀ, ਫਿਜ਼ਿਕਸ, ਸਾਇੰਸ ਜਿੰਨੀ ਵੀ ਹੈ ਸਾਰੀ, ਜੋਗਰਾਫੀ, ਹਿਸਟਰੀ, ਪਤਾ ਨਹੀਂ ਕਿੰਨਾ ਗਿਆਨ ਹੈ ਅੱਜ ਕੱਲ੍ਹ ਲੋਕਾਂ ਦੇ ਕੋਲ। ਉਸ ਗਿਆਨ ਨੂੰ ਗੁਰੂ ਨਹੀਂ ਕਿਹਾ ਗਿਆ। ਇਹ ਗਿਆਨ ਸ਼ਬਦ ਭੇਦਾ ਭੇਦ ਹੈ ਵਿਵੇਕ ਗਿਆਨ ਖਾਤਰ। ਕਿਤੇ ਕਿਤੇ ਵਿਵੇਕ ਆਉਂਦਾ, ਕਿਤੇ ਕਿਤੇ ਗਿਆਨ ਆਉਂਦਾ, ਮਤਲਬ ਦੋਹਾਂ ਦਾ ਇੱਕੋ ਹੀ ਹੈ, ਇੱਕ ਦੂਜੇ ਖਾਤਰ ਵਰਤੇ ਗਏ। ਜਿਵੇਂ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਹੁਣ ਅੱਖਰੀ ਅਰਥ ਬੁੱਧੀ ਇਹੀ ਕਰੂਗੀ ਵੀ ਗਿਆਨ ਨਾਲ ਮਨ ਬੰਨ ਹੋ ਜਾਂਦਾ। ਨਹੀਂ ਨਹੀਂ ਸਾਧ ਸੰਗਤ ਜੀ, ਉਹ ਗਿਆਨ ਨਾਲ ਸਗੋਂ ਮਨ ਜ਼ਿਆਦਾ ਭਟਕਦਾ। ਜਿੰਨੇ ਗਿਆਨਵਾਨ ਪੜ੍ਹੇ ਲਿਖੇ ਸੰਸਾਰ ਦੇ ਵਿੱਚ ਹੋਏ ਹੈ, ਬੜੇ ਬੜੇ ਮਸੋਲਿਨੀ, ਹਿਟਲਰ, ਮਾਓ ਸੇ ਤੁੰਗ, ਸਾਰਿਆਂ ਨੇ ਕਤਲੋ ਗਾਰਤ ਕਰੀ ਹੈ, ਲੱਖਾਂ ਦੀ ਗਿਣਤੀ 'ਚ ਮਨੁੱਖਾਂ ਦੀ। ਉਹੇ ਜਿਹੇ ਗਿਆਨ ਤੋਂ ਤੋਬਾ ਹੈ ਗੁਰਬਾਣੀ ਦੀ। ਬਾਹਰਲਾ ਗਿਆਨ ਹੈ ਜਿਹੜਾ, ਇਹ ਭਟਕਾਉਂਦਾ ਬੰਦੇ ਨੂੰ। ਜਿਹੜਾ ਵਿਵੇਕ ਗਿਆਨ ਹੈ, ਸ਼ਬਦਾਂ ਦੇ ਵਿੱਚ ਜਿਹੜਾ ਗਿਆਨ ਹੈ ਅੰਦਰ, ਜਿਹੜਾ ਗੁਰੂ ਤੋਂ ਪ੍ਰਾਪਤ ਹੁੰਦਾ, ਬੁੱਧੀ ਨਾਲ ਨਹੀਂ ਹੁੰਦਾ ਕਦੇ ਵੀ ਉਹ ਪ੍ਰਾਪਤ, ਉਹ ਗੁਰੂ ਹੈ ਸਾਡਾ। ਵਿਵੇਕ ਗਿਆਨ ਗੁਰੂ ਹੈ, ਨਾ ਕਿ ਗਿਆਨ ਗੁਰੂ ਹੈ। ਉਂਝ ਗਿਆਨ ਨੂੰ ਵਿਵੇਕ ਦੀ ਤਰ੍ਹਾਂ ਵਰਤਿਆ ਗਿਆ ਗੁਰਬਾਣੀ 'ਚ, ਇਹ ਅਲੱਗ ਬਾਤ ਹੈ। ਭੇਦਾ ਭੇਦ ਸ਼ਬਦ ਹੈ, ਉਹੀ ਸ਼ਬਦ ਉੱਧਰ ਆਉਣੇ। ਅਰਾਧਨਾ, ਜਪਣਾ, ਧਿਆਉਣਾ, ਸਿਮਰਨ, ਉਹਨਾਂ ਦੀ ਵਿਚਾਰ ਆਪਾਂ ਨੇ ਅੱਜ ਕਰਨੀ। ਇਹ ਸ਼ੁਰੂਆਤ ਇਸ ਤੋਂ ਤਾਂ ਕਰੀਏ। ਤੋ ਸਾਧ ਸੰਗਤ ਜੀਓ, ਇਹੀ ਨਾਮ ਹੈ ਜਿਹੜਾ ਭਗਤਾਂ ਨੂੰ ਤਾਰਦਾ ਆਇਆ ਸਦੀਆਂ ਤੋਂ, ਟਾਈਮ ਇਮੈਮੋਰੀਅਲ ਤੋਂ। ਭੱਟ ਸਾਹਿਬ ਫਰਮਾ ਰਹੇ ਹੈ ਵੀ ਉਹੀ ਗੁਰੂ ਅਮਰਦਾਸ ਜੀ ਦੇ ਅੰਦਰ ਫੁੱਟ ਪਿਆ। ਸੋਈ ਨਾਮ ਭਗਤੈ ਭਵ ਤਾਰਨ, ਅਮਰਦਾਸ ਗੁਰ ਕਉ ਫੁਰਿਆ। ਉਹ ਫੁਰਦਾ ਹੈ ਅੰਦਰੋਂ। ਰੱਬ ਦਾ ਨਾਮ ਸਭ ਕੋਲ ਹੈ, ਸਾਰੀ ਸ੍ਰਿਸ਼ਟੀ ਕੋਲ ਹੈ। ਕੋਈ ਅੱਲਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਜੀਹੋਵਾ ਕਹਿੰਦਾ, ਕੋਈ ਗੋਡ ਕਹਿੰਦਾ, ਸਭ ਕੋਲ ਹੈ ਰੱਬ ਦਾ ਨਾਮ। ਲੇਕਿਨ ਜਿਹੜਾ ਨਾਮ ਹੈ ਉਹ ਨਹੀਂ ਹੈ। ਇਹੀ ਨਾਮ, ਜਿਹੜਾ ਨਾਮ ਇੱਕ ਖਾਸ ਹਾਲਤ ਵਿੱਚ ਅੰਦਰੋਂ ਪੈਦਾ ਹੁੰਦਾ ਹੈ, ਉਹ ਇਹ ਨਹੀਂ ਹੈ। ਹਾਲਾਂਕਿ ਇਸੇ ਨੇ ਬਣਨਾ ਉਹ, ਇਹ ਵੀ ਗੱਲ ਨਾਲ ਹੈ। ਉਹੀ ਵਾਹਿਗੁਰੂ, ਉਹੀ ਰਾਮ, ਉਹੀ ਅੱਲਾ
ਜਦੋਂ ਅੰਦਰ ਤੇ ਫੁੱਟ ਕੇ ਨਿਕਲੂਗਾ ਨਾ, ਮੈਂ ਟੁੱਟ ਕੇ, ਕੰਡੀਸ਼ਨ ਹੈ ਪਹਿਲੀ ਗੁਰਬਾਣੀ ਦੀ ਵੀ ਹਉਮੈ ਟੁੱਟਣੀ ਚਾਹੀਦੀ ਹੈ, ਗੁਰੂ ਤੋੜ ਸਕਦਾ ਉਹਨੂੰ, ਆਪਣੇ ਆਪ ਤੋਂ ਉਹ ਟੁੱਟਦੀ ਨਹੀਂ। ਸਮਝ ਲੈਣਾ ਗੁਰਬਾਣੀ ਨੂੰ ਹੋਰ ਚੀਜ਼ ਹੈ, ਚੰਗੀ ਚੀਜ਼ ਹੈ, ਲੇਕਿਨ ਉਹ ਬਹੁਤ ਛੋਟੀ ਬਾਹਰ ਦੀ ਚੀਜ਼ ਹੈ ਐਜ਼ ਕੰਪੇਅਰਡ ਵਿਦ ਵਿਵੇਕ ਗਿਆਨ ਜਾਂ ਗੁਰੂ ਤੋਂ ਜਿਹੜਾ ਅੰਦਰਲਾ ਗਿਆਨ ਮਿਲਦਾ, ਜਿਹਨੂੰ ਨਾਮ ਕਿਹਾ ਜਾਂਦਾ, ਉਹ ਸਭ ਤੋਂ ਉੱਚੀ ਚੀਜ਼ ਹੈ। ਨਾਮ ਤੋਂ ਬਿਨਾਂ ਸਭ ਕੁਝ ਹੇਚ ਹੈ, ਕੁਛ ਵੀ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਨਾਮ ਬਹੁਤ ਨਾਯਾਬ ਵਸਤੂ ਹੈ, ਅਲੱਭ ਵਸਤੂ ਹੈ, ਇਹ ਆਪਣੇ ਆਪ ਤੋਂ ਨਹੀਂ ਪ੍ਰਾਪਤ ਹੁੰਦੀ ਕਦੇ ਵੀ। ਗੁਰਬਾਣੀ ਪੜ੍ਹ ਕੇ ਆਪਾਂ ਗਿਆਨ ਤਾਂ ਪ੍ਰਾਪਤ ਕਰ ਲੈਂਦੇ ਹਾਂ, ਬਹੁਤ ਸਾਰਾ ਕੰਠ ਵੀ ਕਰ ਲੈਂਦੇ, ਬਹੁਤ ਸਾਰੀ ਗੁਰਬਾਣੀ ਨੂੰ, ਲੇਕਿਨ ਜਿਹੜਾ ਵਿਵੇਕ ਗਿਆਨ ਹੈ ਉਹ ਹੋਰ ਚੀਜ਼ ਹੈ, ਨਾਮ ਹੋਰ ਚੀਜ਼ ਹੈ। ਹਾਲਾਂਕਿ ਇਹ ਸਾਰੀ ਉਹ ਨਾਮ ਦੀ ਐਪਲੀਕੇਸ਼ਨ ਹੈ ਜਿਹੜੀ ਅੱਖਰਾਂ 'ਚ ਆਈ ਹੋਈ ਹੈ, ਪਰ ਅੱਖਰਾਂ ਦੇ ਪਿੱਛੇ ਕੋਈ ਜਿਹੜੀ ਗੱਲ ਹੋਰ ਹੈ ਉਹ ਹੈ ਨਾਮ, ਉਹ ਵਿਵੇਕ ਗਿਆਨ ਹੈ। ਸੋ ਜਪਣਾ ਕਿਹਨੂੰ ਕਹਿੰਦੇ? ਅੱਖਰੀ ਅਰਥ ਜਪਣੇ ਦਾ ਇਹ ਹੈ ਵੀ ਜ਼ਬਾਨ ਬੋਲੇ ਤੇ ਮਨ ਸੁਣੇ ਕੰਨਾਂ ਦੇ ਰਾਹੀਂ, ਇਹਨੂੰ ਜਪਣਾ ਕਿਹਾ ਜਾਂਦਾ। ਆਰਾਧਨਾ ਹੁੰਦਾ ਹੈ ਜਦੋਂ ਆਪਾਂ ਆਪਣੇ ਇਸ਼ਟ ਦੇ ਸਾਹਮਣੇ ਬੈਠ ਕੇ ਉਹਦਾ ਧਿਆਨ ਧਰਦੇ ਹਾਂ। ਇਸ਼ਟ ਸਾਹਮਣੇ ਹੋਣਾ ਚਾਹੀਦਾ ਸਾਕਾਰ ਰੂਪ 'ਚ, ਔਰ ਧਿਆਉਣਾ ਹੁੰਦਾ ਹੈ ਇਸ਼ਟ ਭਾਵੇਂ ਸਾਹਮਣੇ ਹੋਵੇ ਨਾ ਹੋਵੇ, ਕਿਤੇ ਵੀ ਬੈਠ ਕੇ ਉਹਨੂੰ ਧਿਆਨ ਲਾਉਣਾ ਉਹਦੇ ਉੱਪਰ। ਉਹਦੇ 'ਚ ਜਾਪ ਜ਼ਰੂਰੀ ਨਹੀਂ ਹੈ, ਸਿਰਫ ਧਿਆਨ ਉੱਧਰ ਲਾਉਣਾ, ਅੱਖਰ ਜ਼ਰੂਰੀ ਨਹੀਂ ਬੋਲਣੇ। ਅੱਗੇ ਹੈ ਸਿਮਰਨਾ। ਸਿਮਰਨਾ ਵੀ ਅੱਖਰਾਂ ਦਾ ਮੁਹਤਾਜ ਨਹੀਂ ਹੈ, ਸਿਮਰਨਾ ਯਾਦ ਨੂੰ ਕਹਿੰਦੇ ਆ। ਸਿਮਰਨਾ ਯਾਦ ਕਰਨਾ, ਉਹਨੂੰ ਚੇਤੇ ਕਰਨਾ, ਉਹਨੂੰ ਚਿਤਵਣਾ, ਇਹ ਸਭ ਤੋਂ ਉੱਪਰਲੀ ਅਵਸਥਾ ਇਹਨਾਂ ਚਾਰਾਂ ਵਿੱਚ। ਇਹ ਵੀ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਇਹ ਆਪਣੇ ਕਰੇ ਤੋਂ ਨਹੀਂ ਹੁੰਦਾ। ਜੇ ਗੁਰੂ ਬਖਸ਼ਿਸ਼ ਕਰੂਗਾ ਤਾਂ ਕਿਸੇ ਨੂੰ ਸਿਮਰਨ ਮਿਲ ਸਕਦਾ ਹੈ, ਨਹੀਂ ਤਾਂ ਨਹੀਂ ਮਿਲਦਾ। ਹਾਲਾਂਕਿ ਆਪ ਜੀ ਕਹੋਗੇ ਵੀ ਜਿਹੜਾ ਧਿਆਉਣਾ ਜਪਣਾ ਇਹ ਵੀ ਤਾਂ ਬਖਸ਼ਿਸ਼ ਹੈ, ਬਿਲਕੁਲ ਬਖਸ਼ਿਸ਼ ਹੈ ਵੀ, ਪਰ ਪੂਰੀ ਬਖਸ਼ਿਸ਼ ਜਦੋਂ ਹੋਏਗੀ ਉਦੋਂ ਸਿਮਰਨਾ ਮਿਲਣਾ। ਬਖਸ਼ਿਸ਼ ਦੇ ਵੀ ਤਾਂ ਅਲੱਗ ਅਲੱਗ ਸਟੇਜਾਂ ਹੈ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਜਦੋਂ ਪੂਰੀ ਕਿਰਪਾ ਹੋਊਗੀ ਉਦੋਂ ਸਿਮਰਨਾ ਮਿਲਣਾ, ਉਸ ਤੇ ਉਰੇ ਨਹੀਂ ਮਿਲਦਾ। ਉਸ ਤੇ ਉਰੇ ਅਸੀਂ ਆਪ ਕਰਦੇ ਹਾਂ। ਜਪਣਾ ਧਿਆਉਣਾ ਆਰਾਧਨਾ ਸਾਧ ਸੰਗਤ ਜੀ, ਇਹਦੇ 'ਚ ਸਾਡੀ ਹਿੰਮਤ ਸ਼ਾਮਲ ਹੁੰਦੀ ਹੈ। ਸਿਮਰਨ ਦੇ ਵਿੱਚ ਸਾਡੀ ਹਿੰਮਤ ਬਿਲਕੁਲ ਨਹੀਂ ਹੁੰਦੀ, ਉਹ ਬਖਸ਼ਿਸ਼ ਹੈ, ਕੇਵਲ ਬਖਸ਼ਿਸ਼। ਹਾਲਾਂਕਿ ਸਭ ਕਾਸੇ ਦੇ ਪਿੱਛੇ ਪਰਮਾਤਮਾ ਹੀ ਹੈ, ਉਹਦੇ ਹੁਕਮ ਤੋਂ ਬਿਨਾਂ ਤਾਂ ਬੰਦਾ ਇੱਧਰ ਨੂੰ ਆਉਂਦਾ ਹੀ ਨਹੀਂ। ਰੱਬ ਵੱਲ ਕਿੱਥੇ ਤੁਰਦਾ, ਦੁਨੀਆਦਾਰੀ ਕਰਦਾ ਰਹਿੰਦਾ। ਬਖਸ਼ਿਸ਼ ਤਾਂ ਇਹ ਵੀ ਹੈ, ਲੇਕਿਨ ਪੂਰੀ ਬਖਸ਼ਿਸ਼ ਹੋਣੀ ਹੈ ਜਦੋਂ ਸਾਨੂੰ ਸਿਮਰਨ ਉਹ ਦੇਵੇਗਾ, ਤਦ ਉਹ ਮਿਲਣਾ ਉਦੋਂ ਆ ਜਦੋਂ ਮੈਂ ਟੁੱਟੂਗੀ, ਹਉਮੈ ਟੁੱਟੂਗੀ। ਹਉਮੈ ਦਾ ਬਹੁਤ ਇੱਕ ਪ੍ਰੀ ਕੰਡੀਸ਼ਨ ਹੈ ਨਾਮ ਚੱਲਣ ਖਾਤਰ। ਆਪਣਾ ਕੋਈ ਕਰਮ ਵਿਸ਼ੇਸ਼ ਇਹਦੇ 'ਚ ਸਹਾਈ ਨਹੀਂ ਹੁੰਦਾ ਜਿੰਨਾ ਚਿਰ ਹਉਮੈ ਗੁਰੂ ਨਾ ਤੋੜੇ। ਸਭ ਤੋਂ ਬੇਸਿਕ ਕੰਡੀਸ਼ਨ ਇਹ ਹੈ ਵੀ ਬੰਦੇ ਦੀ ਹਉਮੈ ਟੁੱਟਣੀ ਚਾਹੀਦੀ। ਉਹ ਹਾਲਾਤ ਬਣਾ ਕੇ ਤੋੜੂਗਾ, ਉਦੋਂ ਇੱਕ ਵਾਰ ਗੁੱਸਾ ਜਿਹਾ ਵੀ ਆਉਂਦਾ ਵੀ ਮੇਰੇ ਨਾਲ ਕਾਹਤੇ ਏਕਣ ਹੋਇਆ, ਲੇਕਿਨ ਜਦੋਂ ਤੋੜ ਦਿੰਦਾ, ਉਹਨੂੰ ਮੰਨ ਲਵੇ ਬੰਦਾ ਵੀ ਤੇਰੀ ਰਜਾ ਸੀ, ਠੀਕ ਹੈ ਕਰਿਆ ਸੀ, ਫਿਰ ਉਹ ਘਟਦੀ ਘਟਦੀ ਘਟ ਜਾਂਦੀ ਹੈ। ਇੱਕ ਵਾਰੀ ਜ਼ਰੂਰ ਬਹੁਤ ਔਖਾ ਜਿਹਾ ਲੱਗਦਾ ਮਨ ਨੂੰ, ਕਿਉਂਕਿ ਬੇਇੱਜ਼ਤੀ ਹੁੰਦੀ ਹੈ ਸੰਸਾਰ ਦੇ ਵਿੱਚ, ਲੇਕਿਨ ਗੁਰੂ ਕੋਲ ਇਹ ਪਾਵਰ ਹੁੰਦੀ ਹੈ। ਗੁਰੂ ਨੇ ਇਸ ਤਰ੍ਹਾਂ ਕਰਕੇ ਉਹਨੂੰ ਹਟਾਉਣਾ ਹੁੰਦਾ, ਔਰ ਹਟਾਏ ਗੁਰੂ ਸਾਹਿਬ ਨੇ। ਇੱਕ ਵਾਰੀ ਝਟਕਾ ਦੇਣਾ ਪੈਂਦਾ, ਫਿਰ ਬੰਦਾ ਸਮਝਦਾ ਨਹੀਂ ਇਹ ਮਨ ਇੰਨੀਆਂ ਸਦੀਆਂ ਤੋਂ ਢਕਿਆ ਪਿਆ ਗਰਦ ਨਾਲ, ਹਉਮੈ ਦੀ ਨਾਲ, ਵਿਕਾਰਾਂ ਦੀ ਨਾਲ, ਇਹ ਕਿੱਥੇ ਐਂ ਸਮਝਦਾ। ਗੁਰੂ ਕੋਲ ਸ਼ਕਤੀ ਹੁੰਦੀ ਹੈ, ਗੁਰੂ ਸਮਝਾ ਕੇ ਔਰ ਝਟਕਾ ਦੇ ਦਿੰਦਾ ਹੈ, ਹਉਮੈ ਤੋੜ ਦਿੰਦਾ। ਕੌਡੇ ਰਾਖਸ਼ ਦੀ ਤੋੜੀ, ਸੱਜਣ ਦੀ ਤੋੜੀ, ਹਮਜਾ ਗੌਂਸ ਦੀ ਤੋੜੀ, ਬਲੀ ਕੰਧਾਰੀ ਦੀ ਤੋੜੀ, ਭੂਮੀਏ ਚੋਰ ਦੀ ਵੀ ਤੋੜੀ। ਇਹ ਗੁਰੂ ਕੋਲ ਪਾਵਰ ਹੈ, ਉਹ ਕਰ ਸਕਦਾ ਹੈ ਕੰਮ। ਤੋ ਸਾਧ ਸੰਗਤ ਜੀ, ਇੱਕ ਦਿਨ ਇੱਕ ਕੋਈ ਸੱਜਣ ਵਿਦਵਾਨ ਕਹਿ ਰਿਹਾ ਸੀਗਾ ਵੀ ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਵੀ ਗਿਆਨ ਨੂੰ ਕਿਵੇਂ ਜਪਿਆ ਜਾ ਸਕਦਾ? ਦੇਖੋ ਇਹ ਗੱਲ ਸਮਝਣ ਵਾਲੀ ਹੈ ਗੁਰਬਾਣੀ ਦੀ। ਗਿਆਨ ਨੂੰ ਜਪਣਾ ਹੈਗਾ ਹੈ ਕਿਵੇਂ? ਪਰਮਾਤਮਾ ਦੇ ਗੁਣ ਹੈ ਜਿਹੜੇ ਉਹ ਹਰ ਵਕਤ ਯਾਦ ਰੱਖਣੇ ਮਨ 'ਚ, ਇਕੱਲਾ ਰੱਟਣ ਨਹੀਂ ਕਰਨਾ ਹੈ, ਜਿਹਦੇ ਕਰਕੇ ਫਿਰ ਇਹ ਲੋਕ
ਦੇਖਦੇ ਆ ਨਾ ਜਦੋਂ ਜਪਣੇ ਵਾਲਿਆਂ ਨੂੰ, ਉਹਨਾਂ ਦਾ ਜ਼ਿੰਦਗੀ ਚੇਂਜ ਨਹੀਂ ਹੁੰਦੀ ਅੰਦਰੋਂ, ਗੁਣ ਰੱਬ ਵਾਲੇ ਆਉਂਦੇ ਨਹੀਂ, ਫਿਰ ਉਹ ਤਾਂ ਹੀ ਕਹਿੰਦੇ ਆ ਵੀ ਇਹਨਾਂ ਦੀ ਲੋੜ ਹੀ ਨਹੀਂ ਜਪਣੇ ਦੀ, ਉਹ ਐਂ ਲੱਗ ਪੈਂਦੇ ਕਹਿਣ ਵੀ ਇਹ ਤਾਂ ਉੱਤਾ ਰਟਣ ਹੈ, ਐਂ ਕਹਿੰਦੇ। ਪਰ ਬਿਲਕੁਲ ਨਹੀਂ ਹੈ, ਇਹ ਤਾਂ ਜ਼ਰੂਰੀ ਹੈ, ਕਰਨਾ ਹੈ। ਲੇਕਿਨ ਇਹ ਕਰਨਾ ਕਿਵੇਂ ਹੈ, ਇਹਦਾ ਵੀ ਫਿਰ ਤਰੀਕਾ ਦੱਸਿਆ ਵੀ ਸ਼ੇਸ਼ਨਾਗ ਦੀ ਤਰ੍ਹਾਂ ਨਹੀਂ, ਟੈਕਨੀਕਲ ਜਾਪ ਨਹੀਂ ਕਰਨਾ, ਉਹਦੇ ਗੁਣਾਂ ਨੂੰ ਹਰ ਵਕਤ ਮਨ ਵਿੱਚ ਰੱਖ ਕੇ ਜਪਣਾ, ਨਾਲ ਨਾਲ ਪਤਾ ਚੱਲੇ ਵੀ ਹਾਂ ਮੈਂ ਕਿਆ ਕਹਿ ਰਿਹਾ, ਇੱਕ ਓੰਕਾਰ ਸਤਨਾਮ, ਤੂੰ ਇੱਕ ਹੈ, ਤੂੰ ਇੱਕ ਤੇ ਅਨੇਕ ਵੀ ਹੈ, ਤੂੰ ਸੱਤਾ ਹੈ, ਸੱਚ ਹੈ, ਹਮੇਸ਼ਾ ਤੇ ਹੈ, ਕਰਤਾ ਵੀ ਹੈ, ਪੁਰਖ ਵੀ ਹੈ, ਨਿਰਭਉ ਵੀ ਹੈ, ਨਿਰਵੈਰ ਵੀ ਹੈ। ਨਾਲੇ ਤਾਂ ਇਹ ਜਾਪ ਕਰੀ ਜਾਣਾ ਆਪਾਂ ਨੇ, ਬੋਲੀ ਜਾਣਾ, ਨਾਲੇ ਉਹਦੇ ਇਹ ਗੁਣਾਂ ਨੂੰ ਅੰਦਰ ਲਿਆਈ ਜਾਣਾ, ਤਾਂ ਕਿ ਸਾਡੇ ਅੰਦਰ ਵੀ ਆਉਣ ਇਹ। ਜਦੋਂ ਆਪਾਂ ਵਾਰ-ਵਾਰ ਕਿਸੇ ਚੀਜ਼ ਨੂੰ ਬੋਲਾਂਗੇ ਉਹ ਫਿਰ ਅੰਦਰ ਵੀ ਆ ਜਾਂਦੀ ਹੈ। ਸਾਧ ਸੰਗਤ ਜੀ, ਉਹ ਜਿਹੜਾ ਆਪਾਂ ਕਰਦੇ ਹਾਂ ਨਾ ਤਿੰਨੇ ਕਰਮ, ਇਹ ਜਪਣਾ, ਧਿਆਉਣਾ ਤੇ ਆਰਾਧਨਾ, ਇਹ ਆਪਾਂ ਕੌਨਸ਼ੀਅਸ ਮਾਈਂਡ ਨਾਲ ਕਰਦੇ ਹਾਂ। ਜਿਹੜਾ ਆਪਣਾ ਬਾਹਰਲਾ ਮਾਈਂਡ ਆ, ਦਿਮਾਗ ਜਿਹੜਾ ਬਾਹਰਲੀ ਬੁੱਧੀ ਹੈ, ਜਿਹੜਾ ਸਬ ਕੌਨਸ਼ੀਅਸ ਹੈ, ਅੱਧਾ ਕੌਨਸ਼ੀਅਸ ਹੈ, ਉਹਦੇ ਵਿੱਚ ਹੁੰਦਾ ਫਿਰ ਸਿਮਰਨ ਨਾਲ ਜਿਹੜਾ 24 ਘੰਟੇ ਸੁੱਤੇ ਪਿਆਂ ਵੀ ਜਿਹੜਾ ਚੱਲਦਾ। ਕੋਈ ਇਨਕਾਰ ਨਹੀਂ ਕਰ ਸਕਦਾ, ਕਿਉਂਕਿ ਨਾੜੀ ਵੀ ਤਾਂ ਚੱਲਦੀ ਹੈ ਸੁੱਤੇ ਪਿਆਂ ਦੀ, ਸਾਹ ਵੀ ਚੱਲਦਾ ਹੈ। ਤੇ ਇਸੇ ਤਰ੍ਹਾਂ ਉਹ ਜਿਨ੍ਹਾਂ ਨੂੰ ਅਭਿਆਸ ਹੈ ਉਹਨਾਂ ਨੇ ਇਹ ਗੱਲ ਲਿਖੀ ਹੈ ਵੀ 8 ਪਹਿਰ ਜਪੋ, ਤਾਂ ਲਿਖਿਆ ਹੋਇਆ। ਸਾਡਾ ਅਭਿਆਸ ਨਹੀਂ, ਸਾਨੂੰ ਮੰਨਣਾ ਔਖਾ ਲੱਗਦਾ, ਪਰ ਉਹ ਹੁੰਦਾ ਹੈ ਸਬਕੌਨਸ਼ੀਅਸ ਮਾਈਂਡ 'ਚ, ਜਦੋਂ ਅਰਧ ਚੇਤਨਾ ਮਨ ਵਿੱਚ ਪਹੁੰਚ ਜਾਂਦਾ ਉਹ। ਔਰ ਇਹ ਵੀ ਇੱਕ ਗੱਲ ਹੈ ਵੀ ਜਿਹੜਾ ਸਾਡਾ ਬਾਹਰਲਾ ਕੌਨਸ਼ੀਅਸ ਮਾਈਂਡ ਹੈ, ਜਿਹੜਾ ਦੇਖਦਾ, ਸੁਣਦਾ, ਬੁੱਝਦਾ, ਸਭ ਕੁਝ ਕਰਦਾ ਹੈ, ਇਹ ਤਾਂ ਸਮਝ ਜਾਂਦਾ ਦਲੀਲ ਨਾਲ। ਜਿਹੜਾ ਸਬਕੌਨਸ਼ੀਅਸ ਹੈ, ਅੱਧਾ ਕੌਨਸ਼ੀਅਸ ਹੈ, ਉਹ ਦਲੀਲ ਨਾਲ ਨਹੀਂ ਸਮਝਦਾ, ਉਹ ਬਾਰ-ਬਾਰ 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 ਕਰਨ ਦੇ ਨਾਲ ਸਮਝਦਾ, ਕਿਉਂਕਿ ਅੱਧਾ ਸੁੱਤਾ ਪਿਆ ਹੁੰਦਾ। ਬਾਹਰਲਾ ਥੋੜ੍ਹਾ ਬਹੁਤਾ ਜਾਗਦਾ ਹੁੰਦਾ, ਇਹ ਛੇਤੀ ਦਲੀਲ ਨਾਲ ਸਮਝ ਜਾਂਦਾ। ਜਿਹੜਾ ਸੈਮੀ ਕੌਨਸ਼ੀਅਸ, ਅਰਧ ਕੌਨਸ਼ੀਅਸ ਹੈ, ਉਹ ਨਹੀਂ ਸਮਝਦਾ, ਉਹਨੂੰ ਬਾਰ-ਬਾਰ ਜਪਣ ਨਾਲ ਉਹਨੇ ਸਮਝਣਾ। ਇਹ ਮਨੋਵਿਗਿਆਨਕਾਂ ਦੀ ਦਲੀਲ ਇਹ ਹੈ ਗੁਰਬਾਣੀ ਬਾਰੇ 'ਚ, ਤਾਂ ਜਪਣ ਦੀ ਹਦਾਇਤ ਹੈ ਬਾਰ-ਬਾਰ। ਫਿਰ ਜੇ ਇਕੱਲਾ ਜਪੀ ਜਾਊਂਗੇ ਉਂਝ ਹੀ, ਧਿਆਨ ਕਿਸੇ ਹੋਰ ਪਾਸੇ ਹੋਊਗਾ, ਫਿਰ ਉਹ ਤੋਤਾ ਰਟਣ ਬਣੀ ਜਾਊਗਾ, ਔਕਣ ਵੀ ਨਹੀਂ ਕਰਨਾ। ਕਰਨਾ ਜ਼ਰੂਰ ਹੈ, ਇਹਦਾ ਮਤਲਬ ਇਹ ਨਹੀਂ ਵੀ ਨਹੀਂ ਕਰਨਾ ਹੈ। ਆ ਜਿਹੜਾ ਫਿਰ ਸਾਡੇ ਵਿਦਵਾਨ ਲੋਕ ਨੈਗੇਟਿਵ ਕਰ ਦਿੰਦੇ ਵੀ ਜਪਣ ਦੀ ਤਾਂ ਲੋੜ ਹੀ ਨਹੀਂ ਹੈ ਜੀ, ਗੁਰੂ ਐਸਾ ਗਿਆਨ ਜਪੋ, ਵੀ ਗਿਆਨ ਤਾਂ ਜਪਿਆ ਹੀ ਨਹੀਂ ਜਾ ਸਕਦਾ, ਗਿਆਨ ਤਾਂ ਪ੍ਰਾਪਤ ਕਰਿਆ ਜਾ ਸਕਦਾ। ਸਾਧ ਸੰਗਤ ਜੀਓ, ਇਹ ਗਿਆਨ ਉਰੇ ਵਿਵੇਕ ਖਾਤਰ ਆਇਆ ਹੋਇਆ, ਇਹ ਭੇਦਾ ਭੇਦ ਕਰਕੇ ਐਸਾ ਗਿਆਨ ਜਪੋ। ਹੁਣ ਜਿਹੜਾ ਵਿਵੇਕ ਗਿਆਨ ਹੈ ਉਹ ਜਪਣਾ ਹੈ। ਕਿਵੇਂ ਜਪਣਾ ਹੈ? ਹਰ ਵਕਤ ਧਿਆਨ ਨਾਲ, ਤੂੰ ਇੱਕ ਵੀ ਹੈ, ਤੂੰ ਅਨੇਕ ਵੀ ਹੈ, ਤੂੰ ਕਰਤਾ ਪੁਰਖ ਵੀ ਹੈ, ਤੂੰ ਸਭ ਕੁਛ ਹੈ, ਉਹਦੇ ਗੁਣਾਂ ਨੂੰ ਯਾਦ ਕਰਨਾ। ਨਾਨਕ ਨਾਮ ਮਿਲੈ ਗੁਣ ਗਾਏ, ਉਹ ਜਿਹੜੇ ਗੁਣ ਗਾਉਣੇ ਹੈ ਉਹ ਜਪਣਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਹੁਣ ਜੇ ਤਾਂ ਮਹਿਜ਼ ਪੜ੍ਹਦੇ ਹਾਂ, ਜਿਵੇਂ ਪਾਠੀ ਵੀ ਅੱਜ ਕੱਲ੍ਹ ਕਰ ਰਹੇ ਹਾਂ ਰੁਜ਼ਗਾਰ ਖਾਤਰ, ਉਹਦੇ ਨਾਲ ਤਾਂ ਬਹੁਤ ਥੋੜ੍ਹਾ ਬਹੁਤਾ ਫਾਇਦਾ ਹੁੰਦਾ। ਪਰ ਜਿਹੜੇ ਜਗਾ ਕੇ ਬਾਣੀ ਨੂੰ ਪੜ੍ਹਦੇ ਹੈ, ਧਿਆਨ ਪੂਰਵਕ ਵਿੱਚ ਰੱਖ ਕੇ ਸੁਰਤੀ ਨੂੰ ਪੜ੍ਹਦੇ ਆ, ਉਹਨਾਂ ਨੂੰ ਜ਼ਿਆਦਾ ਲਾਭ ਹੁੰਦਾ। ਕਿਉਂਕਿ ਉਹ ਜਿਹੜੇ ਗੁਣ ਆਪਾਂ ਪੜ੍ਹ ਰਹੇ ਹਾਂ ਪਰਮਾਤਮਾ ਦੇ, ਸਾਰੀ ਬਾਣੀ ਉਹਦੇ ਗੁਣਾਂ ਦਾ ਹੀ ਵਰਣਨ ਕਰਦੀ ਹੈ। ਉਹ ਗੁਣ ਫਿਰ ਸਾਡੇ ਅੰਦਰ ਵੀ ਪੈਦਾ ਹੋਣੇ, ਜਦ ਬਾਰ-ਬਾਰ 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 ਪੜ੍ਹੀ ਜਾਣਾ, ਉਹੀ ਵਿਚਾਰੀ ਜਾਣਾ, ਸੁਣੀ ਜਾਣਾ, ਫਿਰ ਬੰਦਾ ਬੁੱਝਣ ਲੱਗ ਪੈਂਦਾ, ਉਹ ਅੰਦਰ ਆਉਣ ਲੱਗ ਪੈਂਦੇ ਸਾਰੇ ਗੁਣ। ਆਹ ਮਕਸਦ ਹੈ ਵੀ ਉਹ ਗਿਆਨ ਨੂੰ ਕਿਵੇਂ ਜਪਣਾ ਹੈ। ਇਹਦਾ ਟੈਕਨੀਕਲ ਹੈ, ਬਾਹਰਲਾ ਅਰਥ ਨਹੀਂ ਲੈਣਾ ਬਿਲਕੁਲ ਵੀ ਗਿਆਨ ਨੂੰ ਜਪਿਆ ਨਹੀਂ ਜਾ ਸਕਦਾ, ਗਿਆਨ ਤਾਂ ਪ੍ਰਾਪਤ ਕਰਿਆ ਜਾ ਸਕਦਾ ਹੈ। ਸਾਧ ਸੰਗਤ ਜੀਓ, ਇਹ ਜਪਣਾ, ਧਿਆਉਣਾ ਔਰ ਆਰਾਧਨਾ, ਇਹਨਾਂ ਤਿੰਨਾਂ ਦਾ, ਬਲਕਿ ਨਾਲ ਸਿਮਰਨਾ ਵੀ, ਇਹ ਚਾਰੇ ਗੁਰਬਾਣੀ 'ਚ ਇੱਕ ਦੂਜੇ ਦੀ ਜਗ੍ਹਾ ਵਰਤੇ ਗਏ। ਜਿਵੇਂ ਸ਼ਬਦ ਔਰ ਨਾਮ, ਵਿਦਵਾਨ ਸ਼ਬਦ ਨੂੰ ਹੋਰ ਸਮਝਦੇ, ਨਾਮ ਨੂੰ ਹੋਰ ਸਮਝਦੇ। ਬੇਸ਼ੱਕ ਪਰਸਨੈਲਿਟੀ 'ਚ ਅੰਤਰ ਹੈ, ਪਰ ਦੋਨੋਂ ਇੱਕੋ ਜਗ੍ਹਾ, ਇੱਕ ਦੂਜੇ ਦੀ ਜਗ੍ਹਾ ਵਰਤੇ ਗਏ हैं ਗੁਰਬਾਣੀ 'ਚ, ਬਹੁਤ ਜਗ੍ਹਾ, ਅਨੇਕਾਂ ਹੀ ਜਗ੍ਹਾ। ਉੱਥੋਂ ਫਿਰ ਸ਼ੰਕਾ ਪੈਦਾ ਹੋ ਜਾਂਦਾ ਬੁੱਧੀ ਵਿੱਚ ਵੀ ਸ਼ਬਦ ਦੀ ਗੱਲ ਹੋ ਰਹੀ, ਉਹਦੇ ਨਾਮ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਨਹੀਂ, ਉਹ ਗੱਲ ਨਾਮ ਦੀ ਹੁੰਦੀ ਹੈ ਅਸਲ 'ਚ, ਕਿਉਂਕਿ ਦੋਨੋਂ ਭੇਦਾ ਭੇਦ ਹੈ। ਹੁਣ ਜਿੱਥੇ ਕਿਤੇ ਆਰਾਧਨ ਦੀ ਵੀ ਗੱਲ ਆਉਂਦੀ ਹੈ ਗੁਰਬਾਣੀ 'ਚ, ਆਰਾਧਨ ਦਾ ਜਿਹੜਾ ਟੈਕਨੀਕਲ ਅਰਥ ਹੈ, ਯਾਨੀ ਲਿਟਰੇਰੀ ਅਰਥ ਹੈ, ਉਹ ਤਾਂ ਇਹੀ ਹੈ ਵੀ ਸਾਹਮਣੇ ਬੈਠ ਕੇ ਕਰਨਾ। ਲੇਕਿਨ ਨਹੀਂ, 8 ਪਹਿਰ ਆਰਾਧਨ ਦਾ ਵੀ ਜ਼ਿਕਰ ਗੁਰਬਾਣੀ 'ਚ। ਉਹ ਆਰਾਧਨਾ ਜਿਹੜਾ ਹੈ ਉਹ ਧਿਆਉਣੇ ਦੇ ਭੇਦਾ ਭੇਦ ਹੋਣੇ ਕਰਕੇ ਉਹ ਧਿਆਉਣੇ ਦੇ ਅਰਥਾਂ 'ਚ ਲਿਆ ਹੋਇਆ। 8 ਪਹਿਰ ਆਰਾਧਨਾ,
ਫਿਰ ਟਪਲਾ ਜਿਹਾ ਲੱਗ ਜਾਂਦਾ ਵੀ ਗੱਲ ਕੁਝ ਹੋਰ ਹੈ, ਅਸੀਂ ਸਮਝਦੇ ਤਾਂ ਕੁਝ ਹੋਰ ਹੈ। ਉਹ ਸਮਝ ਹੈ ਜਿਹੜੀ, ਉਹ ਵੀ ਸਮਝ ਨੂੰ ਪਿੱਛੇ ਹਟਾ ਕੇ ਗੁਰੂ ਦੀ ਸਮਝ ਲੈਣੀ ਹੈ, ਜਿਹਨੂੰ ਬੁੱਝਣਾ ਕਹਿੰਦੇ ਆ। ਯਾਨੀ ਗੁਰੂ ਸਾਨੂੰ ਸਮਝਾਊਗਾ ਇਹ ਸਾਰੀਆਂ ਬਾਤਾਂ, ਸੰਗਤ ਵਿੱਚ ਆਉਣੀਆਂ। ਇਹ ਸੰਗਤ ਤੋਂ ਬਾਹਰ ਕਿਤੇ ਨਹੀਂ ਸਮਝ ਲੱਗਣੀ ਇਹਨਾਂ ਦੀ, ਆਪਣੀ ਬੁੱਧੀ ਨਾਲ ਨਹੀਂ ਇਹ ਸਮਝ ਆਉਂਦੀਆਂ ਕਦੇ ਵੀ। ਤੋ ਸਾਧ ਸੰਗਤ ਜੀਓ, ਇਹ ਜਿਹੜੇ ਤਿੰਨੇ ਚਾਰੇ ਸ਼ਬਦ ਹੈ, ਇਹਨਾਂ ਦੀ ਪਰਸਨੈਲਿਟੀ ਆਪਣੀ ਹੈਗੀ ਹੈ, ਆਪਣਾ ਆਪਣਾ ਇਹਨਾਂ ਦਾ ਭਾਵ ਵੀ ਹੈਗਾ, ਪਰ ਇਹ ਇੱਕ ਦੂਜੇ ਨਾਲ ਭੇਦਾ ਭੇਦ ਵੀ ਹੈ। ਜਿਵੇਂ ਸੋਨਾ ਤੇ ਸੋਨੇ ਦਾ ਗਹਿਣਾ, ਦੋਹਾਂ ਦੀ ਪਰਸਨੈਲਿਟੀ 'ਚ ਅੰਤਰ ਹੈ, ਪਰ ਦੋਨੋਂ ਇੱਕੋ ਹੀ ਹੈ, ਦੋ ਨਹੀਂ ਹੈ। ਢਾਲ ਦੋ ਰੰਗ, ਅੱਗ ਵਿੱਚ ਗਰਮ ਕਰ ਦੋ, ਸਾਰਿਆਂ ਗਹਿਣਿਆਂ ਨੇ ਸੋਨਾ ਬਣ ਜਾਣਾ, ਥੈਲੀ ਬਣ ਜਾਣਾ। ਇਸ ਕਰਕੇ ਇਹਨਾਂ ਨੂੰ ਆਪਾਂ ਨੇ ਇਸ ਤਰੀਕੇ ਨਾਲ ਲੈਣਾ ਹੁੰਦਾ, ਜਿਵੇਂ ਗਿਆਨ ਔਰ ਵਿਵੇਕ ਗਿਆਨ ਇੱਕ ਦੂਜੇ ਨਾਲ ਭੇਦਾ ਭੇਦ ਹੈ। ਗਿਆਨ ਵਿਵੇਕ ਗਿਆਨ ਖਾਤਰ ਅਕਸਰ ਵਰਤਿਆ ਜਾਂਦਾ ਹੈ, ਵਿਵੇਕ ਗਿਆਨ ਦਾ ਆਪਣਾ ਜ਼ਿਕਰ ਵੀ ਆਉਂਦਾ, ਪਰ ਇਹ ਗੱਲ ਸਮਝ ਕਿੱਥੋਂ ਆਊਗੀ? ਸੰਗਤ ਵਿੱਚ ਔਰ ਸਮੱਗਰਤਾ 'ਚੋਂ। ਗੁਰਬਾਣੀ ਦੀ ਸਮੁੱਚੀ ਸਮੱਗਰਤਾ ਜਦੋਂ ਸਾਡੇ ਕੋਲ ਮਹਾਰਾਜ ਬਖਸ਼ੂਗਾ, ਯਾਨੀ ਅਸੀਂ ਪੂਰਾ ਉਹਦੇ ਵਿੱਚ ਗਹਿਰਾਈ ਨਾਲ ਰੋਜ਼ ਦੀ ਰੋਜ਼ ਵਿੱਚ ਵੜਾਂਗੇ। ਇਹ ਨਹੀਂ ਵੀ ਇੱਕ ਦਿਨ ਵੜ ਕੇ ਜਾਂ 2 ਦਿਨ ਵੜ ਕੇ ਅਸੀਂ ਉਹਦੇ 'ਚੋਂ ਮੋਤੀ ਲੱਭ ਲਾਂਗੇ। ਠੀਕ ਹੈ, 1-2 ਦਿਨ 'ਚ ਜਿੰਨੇ ਕੁ ਆ ਸਕਦੇ ਆ ਜਾਣਗੇ ਹੱਥ 'ਚ। ਜਿੰਨੀ ਵਾਰ ਵੀ ਵੜਾਂਗੇ, ਸਾਰੀ ਉਮਰ ਵੀ ਵੜਾਂਗੇ, 95 ਸਾਲ ਦੇ ਹੋ ਕੇ ਵੀ ਵੜਾਂਗੇ, ਉਦੋਂ ਵੀ ਹੋਰ ਮੋਤੀ ਹੱਥ ਲੱਗੀ ਜਾਣੇ। ਇਹ ਨੈਵਰ ਐਂਡਿੰਗ ਜੌਬ ਹੈ। ਇਹਦੇ ਵਿੱਚ ਇੰਨੇ ਸਮੁੰਦਰ 'ਚ ਮੋਤੀ ਹੀਰੇ ਜਵਾਹਰਾਤ ਭਰੇ ਪਏ ਹੈ, ਮੂੰਗੇ ਪਰਵਾਲੇ ਭਰੇ ਪਏ ਹੈ, ਵੀ ਕੋਈ ਗਿਣਤੀ ਓ ਨਹੀਂ ਹੈ। ਜਿੰਨੀਆਂ ਟੋਬੀਆਂ ਲਾਉਂਗੇ ਉਨੇ ਹੀ ਹੱਥ 'ਚ ਆਈ ਜਾਣੇ, ਗਿਣਤੀ ਕੋਈ ਨਹੀਂ ਹੋਣੀ। ਉਨੇ ਹੀ ਗੁਣ ਪੈਦਾ ਹੋਈ ਜਾਣੇ ਆਪਣੇ ਅੰਦਰ, ਜਿੰਨੇ ਆਪਾਂ ਬਾਰ-ਬਾਰ ਉਹਨੂੰ ਜਪਾਂਗੇ, ਬਾਰ-ਬਾਰ ਉਹਨੂੰ ਧਿਆਉਂਗੇ, ਬਾਰ-ਬਾਰ ਆਰਾਧੂਗੇ, ਬਾਰ-ਬਾਰ ਸਿਮਰੂਗੇ। ਇਹ ਅਲੱਗ-ਅਲੱਗ ਵੀ ਹੈ ਚਾਰੇ ਸ਼ਬਦ, ਇਹ ਇੱਕ ਵੀ ਹੈ, ਜਿਹਨੂੰ ਆਪਾਂ ਭੇਦਾ ਅਭੇਦ ਕਹਿੰਦੇ ਹਾਂ। ਸਾਧ ਸੰਗਤ ਜੀ, ਇਹ ਸ਼ਬਦ ਭੇਦਾ ਭੇਦ ਸਿੱਖ ਸਰਕਲਾਂ ਵਿੱਚ ਨਹੀਂ ਚੱਲਦਾ ਬਹੁਤਾ, ਸਾਹਿਤ ਵਿੱਚ ਵੀ ਨਹੀਂ ਬਹੁਤਾ ਲਿਖਿਆ ਹੋਇਆ, ਟੀਕਿਆਂ 'ਚ ਵੀ। ਇਹ ਸ਼ਬਦ ਤਾਂ ਸਾਨੂੰ ਹਿੰਦੂ ਵਿਦਵਾਨਾਂ ਤੋਂ ਮਿਲਿਆ ਹੈ। ਉਹਨਾਂ ਨੇ ਇਹ ਗੱਲ ਸਮਝਾਈ ਹੈ ਵੀ ਵੇਦਾਂ ਵਿੱਚ ਭੇਦਾ ਭੇਦ ਬਹੁਤ ਸਾਰੇ ਸ਼ਬਦ ਹੈ। ਤੋ ਇਹ ਫਲਸਫਾ ਜਿਹੜਾ ਵੇਦਾਂ ਨਾਲ ਵਿੱਚੋਂ ਵੀ ਅੱਧੀਆਂ ਗੱਲਾਂ ਤਾਂ ਵੇਦਾਂ ਦੀਆਂ ਹੀ ਹੈ, ਉਪਨਿਸ਼ਦਾਂ ਦੀਆਂ ਹੀ ਹੈ ਗੁਰਬਾਣੀ 'ਚ। ਇਹ ਭੇਦਾ ਭੇਦ ਸ਼ਬਦ ਨਾਲ ਸਮਝ ਆਉਂਦੀਆਂ, ਨਹੀਂ ਤਾਂ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਜਿਵੇਂ ਗੀਤਾ ਦਾ ਇੱਕ ਵਚਨ ਹੈ, ਤ੍ਰੈਗੁਣ ਵਿਸ਼ੈ ਵੇਦਾ, ਤ੍ਰੈਗੁਣ ਵਿਸ਼ੈ ਵੇਦਾ ਗੁਣਿਓ ਪਾਵਰਜਨ। ਤ੍ਰੈਗੁਣ ਵਿਸ਼ੈ ਵੇਦਾ ਗੁਣਿਓ ਪਾਵਰਜਨ। ਇਹਦਾ ਭਾਵ ਇਹ ਹੈ ਵੀ ਜਿਹੜੇ ਵੇਦ ਹੈ ਇਹ ਤਿੰਨੇ ਗੁਣਾਂ ਦੀ ਵਿਸ਼ਾ ਹੈ, ਰਜੋ ਸਤੋ ਔਰ ਤਮੋ ਦਾ। ਗੁਰਬਾਣੀ ਵੀ ਇਹੀ ਗੱਲ ਨੂੰ ਮੰਨਦੀ ਹੈ, ਗੀਤਾ ਜੀ ਵੀ ਮੰਨਦੀ ਹੈ, ਉਪਨਿਸ਼ਦ ਮੰਨਦੇ ਹੈ। ਗੀਤਾ ਨੂੰ ਵੀ ਇੱਕ ਉਪਨਿਸ਼ਦ ਕਿਹਾ ਜਾਂਦਾ, ਗੀਤਾ ਉਪਨਿਸ਼ਦ ਕਹਿੰਦੇ ਇਹਨੂੰ। ਵੇਦ ਹੋਰ ਚੀਜ਼ਾਂ ਜਿਹੜੇ ਉਹ 4 ਹੈ, ਉਹਨਾਂ ਦੀ ਗੱਲ ਹੋ ਰਹੀ ਹੈ। ਬਈ ਤ੍ਰੈਗੁਣ ਵਿਸ਼ੈ ਵੇਦਾ, ਉਹ ਤਿੰਨੇ ਗੁਣਾਂ ਵਿੱਚ ਹੈ। ਨਿਸਤਰੈ ਗੁਣਿਓ ਪਾਵਰਜਨ। ਨਿਸਤਾਰਾ ਕਿਹਦੇ ਨਾਲ ਹੋਣਾ? ਹੇ ਅਰਜਨ, ਕ੍ਰਿਸ਼ਨ ਜੀ ਸਮਝਾ ਰਹੇ ਅਰਜਨ ਨੂੰ, ਹੇ ਅਰਜਨ ਨਿਸਤਰੈ ਗੁਣਿਓ। ਗੁਣਿਓ ਦਾ ਮਤਲਬ ਹੈ ਚੌਥਾ ਗੁਣ, ਯਾਨੀ ਚੌਥੀ ਪਦਵੀ, ਚੌਥੀ ਪੌੜੀ, ਜਿਹਨੂੰ ਆਪਾਂ ਤੁਰੀਆ ਪਦ ਕਹਿੰਦੇ ਹਾਂ, ਜਿਹੜਾ ਸਤਿਗੁਰੂ ਦੇ ਕੋਲ ਹੈ। ਵੇਦਾਂ ਨੂੰ ਨਹੀਂ ਇਸ ਗੱਲ ਦਾ ਪਤਾ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਸਤਿਗੁਰੂ ਨੂੰ ਪਤਾ ਹੈ। ਚਾਰੇ ਵੇਦ ਕਥੈ ਆਕਾਰ, ਤੀਨ ਅਵਸਥਾ ਕਹੈ ਬਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰਿ ਜਾਨ। ਵੇਦਾਂ 'ਚ, ਚਾਰਾਂ ਵੇਦਾਂ ਵਿੱਚ ਉਹ ਬਾਤ ਨਹੀਂ ਹੈ, ਹਾਲਾਂਕਿ ਉਪਨਿਸ਼ਦਾਂ ਵਿੱਚ ਹੈਗੀ ਹੈ। ਇਸੀ ਕਰਕੇ ਗੁਰਬਾਣੀ 'ਚ ਜ਼ਿਕਰ ਆਉਂਦਾ, ਗੁਰੂ ਮਹਾਰਾਜ ਆਨੰਦ ਸਾਹਿਬ ਵਿੱਚ ਤੀਜੇ ਗੁਰਾਂ ਜੀ ਫਰਮਾਉਂਦੇ ਹੈ, ਤੀਜੇ ਗੁਰੂ ਜੀ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ। ਜਦ ਕਿ ਵੇਦਾਂ ਵਿੱਚ ਇਹ ਵੀ ਲਿਖ ਦਿੱਤਾ ਵੀ ਨਾਮ ਦੀ ਗੱਲ ਨਹੀਂ ਹੈ, ਤਿੰਨੇ ਗੁਣਾਂ 'ਚ ਹੈ। ਲੇਕਿਨ ਨਾਲ ਹੁਣ ਇੱਥੇ ਜ਼ਿਕਰ ਆ ਗਿਆ ਵੀ ਵੇਦਾਂ ਮੈਂ ਨਾਮ ਉੱਤਮ ਵੀ ਹੈਗਾ। ਉਹ ਇਹੀ ਮਤਲਬ ਹੈ ਵੀ ਜਿਹੜੇ ਉਪਨਿਸ਼ਦ ਵੇਦਾਂ ਦੇ ਨਾਲ ਜੁੜੇ ਹੋਏ ਹੈ, ਕਿਉਂਕਿ ਹਰ ਇੱਕ ਵੇਦ ਦੇ ਨਾਲ 3 ਕਿਸਮ ਦੇ ਗ੍ਰੰਥ ਜੁੜੇ ਹੋਏ ਹੈ।
ਇੱਕ ਬ੍ਰਾਹਮਣਾਜ ਗ੍ਰੰਥ, ਇੱਕ ਆਰੀਅੰਕਾਜ, ਇੱਕ ਉਪਨਿਸ਼ਦ, ਹਰ ਇੱਕ ਵੇਦ ਦੇ ਨਾਲ ਹੈ ਉਹ। ਤੋ ਜਿਹੜੇ ਉਪਨਿਸ਼ਦ ਹੈ ਉਹਨਾਂ ਦੇ ਵਿੱਚ ਆਤਮਾ ਪਰਮਾਤਮਾ ਦੇ ਸੰਬੰਧੀ ਬਹੁਤ ਸਾਰਾ ਗਿਆਨ, ਗੁਰਬਾਣੀ ਨਾਲ ਮੇਲ ਜੋਲ ਵੀ ਹੈ ਉਹਨਾਂ ਦਾ ਬਹੁਤ ਸਾਰਾ। ਅਹਮ ਬ੍ਰਹਮਾਸਮੀ, ਇਹ ਵੀ ਵੇਦਾਂ ਦੀ ਤੁਕ ਹੈ ਵੀ ਮੈਂ ਹੀ ਬ੍ਰਹਮ ਹਾਂ, ਮਨ ਤੂੰ ਜੋਤ ਸਰੂਪ ਹੈ। ਜਦੋਂ ਹਉਮੈ ਦੀ ਮੈਲ ਲੈ ਜਾਂਦੀ ਹੈ ਬੰਦਾ ਹੀ ਰੱਬ ਹੁੰਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਖਿਆਲ ਹੈ, ਉਹ ਵੇਦਾਂ 'ਚੋਂ ਆਏ ਹੋਏ ਆ। ਵੇਦਾਂ ਵਿੱਚ ਵੀ ਨਾਮ ਦੀ ਬਾਤ ਹੈਗੀ ਹੈ। ਤਾਂ ਮੁੱਕਦੀ ਗੱਲ ਇਹ ਵੀ ਕ੍ਰਿਸ਼ਨ ਜੀ ਕਹਿ ਰਹੇ ਵੀ ਅਰਜੁਨ ਨਿਸਤਾਰਾ ਚੌਥੇ ਗੁਣ ਨਾਲ ਹੋਣਾ, ਤੁਰਿਆ ਪਦ ਨਾਲ ਹੋਣਾ, ਬ੍ਰਹਮ ਗਿਆਨ ਨਾਲ ਹੋਣਾ, ਵੇਦਾਂ ਨਾਲ ਨਹੀਂ ਹੋਣਾ। ਉਹ ਤਿੰਨਾਂ ਗੁਣਾਂ ਦੀ ਬਾਤ ਕਰਦੇ। ਤ੍ਰੈ ਗੁਣ ਵਿਸ਼ਾ ਵੇਦਾ, ਉਹਨਾਂ ਦਾ ਜਿਹੜਾ ਵਿਸ਼ਾ ਹੈ ਵੇਦਾਂ ਦਾ ਉਹ ਤ੍ਰੈ ਗੁਣ ਹੈ। ਉਹ ਰਿਸ਼ੀਆਂ ਦੇ ਲਿਖੇ ਹੋਏ ਹੈ, ਸਤਿਗੁਰੂ ਦੇ ਨਹੀਂ ਲਿਖੇ ਹੋਏ। ਸਤਿਗੁਰੂ ਔਰ ਰਿਸ਼ੀ ਦੇ ਵਿੱਚ ਬਹੁਤ ਅੰਤਰ ਹੈ। ਸਤਿਗੁਰੂ ਦੀ ਉਪਾਧੀ ਬਹੁਤ ਪਹਿਲਾਂ ਤਾਂ ਹੈ ਹੀ ਨਹੀਂ ਸੀ ਸੰਸਾਰ ਦੇ ਵਿੱਚ। ਰਿਸ਼ੀਆਂ ਵਾਲੀਆਂ ਉਪਾਧੀਆਂ ਸੀਗੀਆਂ, ਸੰਤ ਵਾਲੀ ਵੀ ਸੀਗੀ, ਲੇਕਿਨ ਜਿਹੜੀ ਸਤਿਗੁਰੂ ਦੀ ਉਪਾਧੀ ਹੈ ਤਾਂ ਬਹੁਤ ਨਾਯਾਬ ਚੀਜ਼ ਹੈ। ਤਾਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਰੂਪ 'ਚ ਆਈ ਹੈ। ਸਤਿਗੁਰੂ ਹਰ ਬੰਦਾ ਨਹੀਂ ਹੋ ਸਕਦਾ, ਸਤਿਗੁਰੂ ਦਾ ਰੁਤਬਾ ਬਹੁਤ ਉੱਚਾ ਹੁੰਦਾ। ਹੁਣ ਇਹ ਗੱਲਾਂ ਸਭ ਸਮਝਣ ਵਾਲੀਆਂ। ਜੇ ਸਮੱਗਰਤਾ ਆ ਜਾਊਗੀ ਗੁਰਬਾਣੀ ਦੀ ਫਿਰ ਸਮਝ ਆ ਜਾਊਗੀ। ਜੇ ਇੱਕ ਦੋ ਤੁਕਾਂ ਲੈ ਕੇ ਜਾਂ ਇੱਕ ਦੋ ਸ਼ਬਦਾਂ ਨੂੰ ਲੈ ਕੇ ਆਪਾਂ ਗੁਰਬਾਣੀ ਦੀ ਵਿਆਖਿਆ ਕਰਨੀ ਚਾਹੂੰਗੇ, ਨਹੀਂ ਹੋ ਸਕਣੀ। ਲੌਪਸਾਈਡਡ ਹੋਊਗੀ, ਇੱਕ ਪਾਸੜ ਹੋਊਗੀ। ਉਸੇ ਸ਼ਬਦ ਦੀ ਵਿਚਾਰ ਨੂੰ ਜਦ ਅੱਗੇ ਗੁਰਬਾਣੀ 'ਚ ਅੱਗੇ ਖੋਲ੍ਹਿਆ ਵਾ ਹੋਊਗਾ, ਉਹ ਬਿਲਕੁਲ ਉਹਦੇ ਉਲਟ ਵੀ ਚਲੇ ਜਾਂਦੀ ਹੈ ਗੱਲ। ਉਹ ਸਮੱਗਰਤਾ ਕਹਾਉਂਦੀ ਹੈ। ਫਿਰ ਸਮਝ ਆਊਗੀ ਵੀ ਅਸਲ 'ਚ ਗੁਰਬਾਣੀ ਕਿੱਥੇ ਕੁ ਜੇ ਸਟੈਂਡ ਕਰਦੀ। ਉਹ ਇਨ ਬਿਟਵੀਨ ਰਸਤਾ ਹੈ, ਮੱਧ ਮਾਰਗੀ ਜਿਹਨੂੰ ਕਹਿੰਦੇ, ਨਾ ਇੱਧਰ ਨਾ ਉੱਧਰ। ਇੱਕ ਪਾਸੇ ਗੁਰਬਾਣੀ ਦੀਆਂ ਤੁਕਾਂ ਨੇ ਫਰਮਾ ਦੇਣਾ ਬਈ ਆ ਜਿਹੜੀ ਮਾਇਆ ਇਹ ਸਭ ਝੂਠੀ ਹੈ, ਸੰਸਾਰ ਸਭ ਝੂਠਾ ਹੈ। ਇੱਕ ਪਾਸੇ ਮਾਇਆ ਨੇ ਪਰਮਾਤਮਾ ਨੇ ਗੁਰਬਾਣੀ ਨੇ ਫਰਮਾ ਦੇਣਾ ਵੀ ਇਹ ਸੰਸਾਰ ਤਾਂ ਸੱਚਾ ਹੈ, ਇਹ ਜੱਗ ਸੱਚਾ ਕੀ ਹੈ, ਕੋਰੜੀ ਸੱਚੇ ਕਾ ਵਿਚਵਾਸ, ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰਾ ਕਰੀਆ। ਇਹ ਤਾਂ ਅੰਮ੍ਰਿਤ ਦੀ ਬਾੜੀ ਹੈ ਭਾਈ ਸੰਸਾਰ ਹੈ ਜਿਹੜਾ। ਇੱਕ ਪਾਸੇ ਆਪਣਾ ਝੂਠਾ ਵੀ ਕਿਹਾ ਗਿਆ ਹੈ। ਤੋ ਗੱਲ ਜਦ ਸਮਝਣੀ ਹੈ ਸਮੱਗਰਤਾ ਵਿੱਚ, ਉਹ ਇਨ ਬਿਟਵੀਨ ਗੱਲ ਆਉਣੀ ਹੈ, ਉਹ ਬਿਹਾਈਂਡ ਦਾ ਲਾਈਨ ਗੱਲ ਆਉਣੀ ਹੈ। ਜਿਹੜੀਆਂ ਅੱਖਰ ਹੈ, ਅੱਖਰਾਂ ਵਿੱਚ ਉਹ ਗੱਲ ਨਹੀਂ ਹੁੰਦੀ ਹੈ, ਅੱਖਰਾਂ ਦੇ ਪਿੱਛੇ ਹੁੰਦੀ ਹੈ ਗੱਲ, ਉਹ ਸਮਝਣਾ। ਤੋ ਚਲੋ ਸਾਧ ਸੰਗਤ ਜੀ, ਸਮਾਂ ਖਾਸਾ ਹੋ ਗਿਆ, ਵਿਆਖਿਆ ਕਰਦੇ ਹਾਂ। ਹੁਣ ਜਾਪ ਸਾਹਿਬ ਦੀ ਵਿਚਾਰ ਚੱਲ ਰਹੀ ਹੈ, ਉਹਦੇ ਨਾਲ ਇਹ ਵਿਚਾਰਾਂ ਹੋਰ ਵੀ ਚੱਲੀ ਜਾਣੀਆਂ ਗੁਰਮਤਿ ਦੀਆਂ, ਗੁਰਬਾਣੀ ਦੀਆਂ। ਔਰ ਸਾਧ ਸੰਗਤ ਜੀ, ਇਹ ਉਪਰਾਲਾ ਹੈ ਭਾਈ ਰਣਜੀਤ ਸਿੰਘ ਜੀ ਜਰਮਨੀ ਵਾਲਿਆਂ ਦਾ, ਵੀ ਉਹ ਨੈੱਟ ਦੇ ਉੱਤੇ ਪਾ ਰਹੇ ਹਨ। ਇਹ ਸਾਰੇ ਆਲ ਓਵਰ ਵਰਲਡ ਜਾ ਰਿਹਾ ਹੈ। ਔਰ ਅਸੀਂ ਤਾਂ ਸਾਲ 2 ਸਾਲ 4 ਸਾਲ ਪਤਾ ਨਹੀਂ ਕਈ ਸਾਲ ਰਹਿਣਾ ਹੈ। ਇਹ ਹਮੇਸ਼ਾ ਰਹੇਗੀ, ਗੁਰਬਾਣੀ ਦੀ ਵਿਚਾਰ ਹਮੇਸ਼ਾ ਹੀ ਰਹੇਗੀ। ਕੋਈ ਤੋਂ ਫਾਇਦਾ ਉਠਾਉਣਗੇ ਲੋਕ, ਜਿਵੇਂ ਸਾਨੂੰ ਵੀ ਫਾਇਦਾ ਹੋ ਰਿਹਾ ਹੈ। ਆਪਣੇ ਆਪ ਨੂੰ ਵਿਚਾਰ ਕਰਕੇ ਔਰ ਸੁਣ ਕੇ ਵੀ ਫਾਇਦਾ ਹੋ ਰਿਹਾ ਹੋਰ ਜ਼ਿਆਦਾ, ਅਤੇ ਹੋਰ ਦਾ ਵੀ ਭਲਾ ਹੋ ਸਕਦਾ, ਹੋਏਗਾ। ਤਾਂ ਉਹਨਾਂ ਨੂੰ ਇਹ ਸਿਹਰਾ ਜਾਂਦਾ ਸਾਰੇ ਹੀ ਜ਼ਿਆਦਾ, ਸਾਰਾ ਉਪਰਾਲਾ ਉਹਨਾਂ ਦਾ, ਉਹਨਾਂ ਦੇ ਭੁਜੰਗੀਆਂ ਦਾ ਉਹ ਕਰ ਰਹੇ ਆ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋ ਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਕੋ ਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਹਉ ਬਣ ਜਾਰੋ ਰਾਮ ਕੋ ਸਹਿਜ ਕਰਉ ਵਿਆਪਾਰ। ਮੈਂ ਰਾਮ ਨਾਮ ਤਨ ਲਾਦਿਆ ਬਿਖਲਾਦੀ ਸੰਸਾਰ। ਕੋ ਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਆਲ ਪਤਾਲ। ਮੋਹ ਜਮ ਡੰਡ ਨਾ ਲਾ ਗਈ
ਤਜੀਲੇ ਸਰਬ ਜੰਜਾਲ। ਕੋਵਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕਟ ਅਵ ਕਟ ਡੂੰਗਰ ਕਣਾ, ਇਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋਵਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਜੈਸਾ ਰੰਗ ਕਸੁੰਭ ਕਾ, ਤੈਸਾ ਏ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਉ ਰਵਿਦਾਸ ਚਮਾਰ। ਕੋਵਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕੋਵਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਨਮਸਤਸਤ ਦੇਵੈ ਨਮਸਤੰ ਅਭੇਵੈ, ਨਮਸਤੰ ਅਜਨਮੇ ਨਮਸਤੰ ਸਵਨਮੇ। ਨਮੋ ਸਰਬ ਗੌਨੇ ਨਮੋ ਸਰਬ ਭਉਨੇ, ਨਮੋ ਸਰਬ ਰੰਗੇ ਨਮੋ ਸਰਬ ਭੰਗੇ। ਨਮੋ ਕਾਲ ਕਾਲੇ ਨਮਸਤਸਤ ਦਿਆਲੇ, ਨਮਸਤੰ ਅਵਰਨੇ ਨਮਸਤੰ ਅਮਰਨੇ। ਨਮਸਤੰ ਜਰਾਰੰ ਨਮਸਤੰ ਕ੍ਰਿਤਾਰੰ, ਨਮੋ ਸਰਬ ਤੰਦੇ ਨਮੋ ਸਤ ਅਵੰਦੇ। ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ। ਨਮਸਤੰ ਰਹੀਮੇ ਨਮਸਤੰ ਕਰੀਮੇ। ਨਮਸਤੰ ਅਨੰਤੇ ਨਮਸਤੰ ਮਹੰਤੇ। ਨਮਸਤਸਤ ਰਾਗੇ ਨਮਸਤੰ ਸੁਹਾਗੇ। ਨਮੋ ਸਰਬ ਸੋਖੰ ਨਮੋ ਸਰਬ ਕੋਖੰ, ਨਮੋ ਸਰਬ ਕਰਤਾ ਨਮੋ ਸਰਬ ਹਰਤਾ। ਨਮੋ ਜੋਗ ਜੋਗੇ ਨਮੋ ਭੋਗ ਭੋਗੇ। ਨਮੋ ਸਰਬ ਦਿਆਲੇ ਨਮੋ ਸਰਬ ਪਾਲੇ। ਚਾਚਰੀ ਛੰਦ ਤੋਇ ਪ੍ਰਸਾਦ, ਅਰੂਪ ਹੈ ਅਨੂਪ ਹੈ, ਅਜੂ ਹੈ ਅਪੂ ਹੈ, ਅਲੇਖ ਹੈ ਅਭੇਖ ਹੈ, ਅਨਾਮ ਹੈ ਅਠਾਮ ਹੈ, ਅਧੇ ਹੈ ਅਭੇ ਹੈ, ਅਜੀਤ ਹੈ ਅਪੀਤ ਹੈ। ਤ੍ਰਿਮਾਨ ਹੈ ਨਿਧਾਨ ਹੈ, ਤ੍ਰਿਵਰਗ ਹੈ ਅਸਰਗ ਹੈ, ਅਨੀਲ ਹੈ ਅਨਾਦ ਹੈ, ਅਜੇ ਹੈ ਅਜਾਦ ਹੈ, ਅਜਨਮ ਹੈ ਅਵਰਨ ਹੈ, ਅਭੂਤ ਹੈ ਅਪਰਨ ਹੈ, ਅਗੰਜ ਹੈ ਅਭੰਜ ਹੈ, ਅਜੂਝ ਹੈ ਅਚੰਜ ਹੈ, ਅਮੀਕ ਹੈ ਰਫੀਕ ਹੈ, ਅਤੰਦ ਹੈ ਅਬੰਧ ਹੈ, ਨਿਰਬੂਝ ਹੈ ਅਸੂਝ ਹੈ, ਅਕਾਲ ਹੈ ਅਜਾਲ ਹੈ, ਅਲਾਹ ਹੈ ਅਜਾ ਹੈ, ਅਨੰਤ ਹੈ ਮਹੰਤ ਹੈ, ਅਲੀਕ ਹੈ ਨਿਰਸਰੀਕ ਹੈ, ਨਿਰਲੰਭ ਹੈ ਅਸੰਭ ਹੈ, ਅਗੰਮ ਹੈ ਅਜੰਮ ਹੈ, ਅਪੂਤ ਹੈ ਅਛੂਤ ਹੈ, ਅਲੋਕ ਹੈ ਅਸ਼ੋਕ ਹੈ, ਅਕਰਮ ਹੈ ਅਪਰਮ ਹੈ, ਅਜੀਤ ਹੈ ਅਪੀਤ ਹੈ, ਅਵਾਹ ਹੈ ਅਗਾਹ ਹੈ, ਅਮਾਨ ਹੈ ਨਿਧਾਨ ਹੈ, ਅਨੇਕ ਹੈ ਫਿਰ ਏਕ ਹੈ, ਅਮਾਨ ਹੈ ਨਿਧਾਨ ਹੈ, ਅਨੇਕ ਹੈ ਫਿਰ ਏਕ ਹੈ। ਪਾਵਨ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਭੌਰੀ ਸਤਿਕਾਰਯੋਗ ਪਰਮ ਸਨਮਾਨਯੋਗ ਸਾਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਨਮਸਕਾਰ ਹੈ ਆਪ ਜੀ ਦੇ ਚਰਨਾਂ 'ਚ। ਫਤਿਹ ਬੁਲਾਈਏ ਗੁਰੂ ਜੀ ਦੁਆਰਾ ਬਖਸ਼ੀ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਆਪਣੀ ਤੁੱਛ ਬੁੱਧੀ ਅਨੁਸਾਰ ਜਾਪ ਸਾਹਿਬ
ਦਸ਼ਮੇਸ਼ ਜੀ ਦੁਆਰਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਉਚਾਰੀ ਹੋਈ ਇਹ ਬਾਣੀ ਨਿਤਨੇਮ ਦੀ, ਇਹਦੀ ਵਿਚਾਰ ਅੱਗੇ ਹਾਜ਼ਰ ਹੈ। ਪਾਤਸ਼ਾਹ ਫਰਮਾਉਂਦੇ ਨਮਸਤਸਤ ਦੇਵ ਹੈ, ਨਮਸਕਾਰ ਹੈ ਤੈਨੂੰ ਹੇ ਦੇਵ, ਸਾਰਿਆਂ ਦੇਵਾਂ ਦੇ ਦੇਵ, ਦੇਵਾਦ ਦੇਵ, ਤੈਨੂੰ ਨਮਸਕਾਰ ਹੈ, ਨਮਸਤੇ ਹੈ। ਨਮਸਤੰ ਅਭੇਵੈ, ਤੈਨੂੰ ਨਮਸਕਾਰ ਹੈ, ਤੇਰਾ ਕੋਈ ਭੇਦ ਨਹੀਂ ਪਾਇਆ ਜਾ ਸਕਦਾ। ਸਾਧ ਸੰਗਤ ਜੀ, ਇਹ ਨਮਸਤੇ ਔਰ ਨਮਸਕਾਰ, ਪ੍ਰਣਾਮ, ਇਹ ਤਿੰਨ ਸ਼ਬਦ ਹੈ। ਇਹਨਾਂ ਦੀ ਵੈਸੇ ਪਰਸਨੈਲਿਟੀ ਅਲੱਗ ਅਲੱਗ ਹੈ। ਨਮਸਤੇ ਬਰਾਬਰ ਦੇ ਨੂੰ ਕਿਹਾ ਜਾਂਦਾ ਹੈ, ਨਮਸਕਾਰ ਉਸ ਤੋਂ ਥੋੜ੍ਹਾ ਜਿਹਾ ਜ਼ਿਆਦਾ ਸਤਿਕਾਰ ਵਾਲਾ ਸ਼ਬਦ ਹੈ। ਔਰ ਜਿਹੜਾ ਆਪਾਂ ਸਤਿਕਾਰ ਦੇ ਵਿੱਚ ਬੋਲਦੇ ਹਾਂ ਬਈ ਤੁਹਾਡਾ ਜੀ ਬਹੁਤ ਜ਼ਿਆਦਾ ਸਤਿਕਾਰ ਹੈ, ਉਹ ਸ਼ਬਦ ਦੱਸਦੇ ਨੂੰ ਭੁੱਲ ਜਾਂਦਾ ਕਈ ਵਾਰੀ। ਉਹ ਸ਼ਬਦ ਬਹੁਤ ਜ਼ਿਆਦਾ ਸਤਿਕਾਰ ਵਿੱਚ ਬੋਲਿਆ ਜਾਂਦਾ। ਜਿਵੇਂ ਹਿੰਦੀ ਦੇ ਵਿੱਚ ਹਿੰਦੀ ਵਾਲੇ ਲੋਕ ਹੈ ਜਿਹੜੇ ਸਾਡੇ ਭਰਾ, ਉਹ ਤੁਮ ਔਰ ਆਪ ਦੇ ਵਿੱਚ ਕਾਫੀ ਅੰਤਰ ਹੈ ਉਹਨਾਂ ਦਾ। ਤੁਮ ਬਰਾਬਰ ਦੇ ਨੂੰ ਬੋਲਦੇ ਆ, ਆਪ ਤੋਂ ਬੜੇ ਨੂੰ ਬੋਲਦੇ ਆ। ਪੰਜਾਬੀ ਸੁਭਾਅ ਹੈ ਸਾਡਾ, ਆਪਾਂ ਤੂੰ ਔਰ ਤੁਮ ਬੋਲਦੇ ਹਾਂ, ਆਪ ਬਹੁਤ ਘੱਟ ਬੋਲਦੇ ਹਾਂ। ਆਪ ਤੇ ਬੜੇ ਨੂੰ ਤੁਮ ਬੋਲਦੇ ਹਾਂ। ਹਿੰਦੀ ਵਾਲੇ ਗੁੱਸਾ ਕਰਦੇ ਬਹੁਤ ਇਸ ਗੱਲ ਦਾ। ਦਾਸਰੇ ਨਾਲ ਇਹੋ ਜਿਹੀ ਘਟਨਾ ਵੀ ਵਾਪਰੀ ਹੋਈ ਹੈ, ਬੜੀ ਬੁਰੀ ਘਟਨਾ ਸੀਗੀ ਉਹ, ਕਿਉਂਕਿ ਪਤਾ ਨਹੀਂ ਸੀ ਉਦੋਂ। ਹੁਣ ਪਤਾ ਲੱਗ ਗਿਆ ਬਈ ਆਪ ਸ਼ਬਦ ਜ਼ਿਆਦਾ ਉੱਚਾ ਹੈ। ਨਾ ਪਤਾ ਹੋਣ 'ਚ ਆਪਣੇ ਆਪਣੇ ਇਲਾਕੇ ਦੀ ਬੋਲੀ ਹੁੰਦੀ ਹੈ। ਤੋ ਪ੍ਰਣਾਮ ਸ਼ਬਦ ਜਿਹੜਾ ਸਾਧ ਸੰਗਤ ਜੀ ਹੈ, ਇਹ ਬਹੁਤ ਜ਼ਿਆਦਾ ਸਤਿਕਾਰ ਵਿੱਚ ਕਰਿਆ ਜਾਂਦਾ, ਬੋਲਿਆ ਜਾਂਦਾ। ਪ੍ਰਣਾਮ ਅਸਲ 'ਚ ਨੀਵੇਂ ਹੋ ਕੇ ਮੱਥਾ ਟੇਕਣ ਨੂੰ ਕਹਿੰਦੇ। ਤੋ ਸਾਧ ਸੰਗਤ ਦੇ ਚਰਨਾਂ 'ਚ ਪ੍ਰਣਾਮ, ਨਮਸਤੇ, ਗੁਰੂ ਸਾਹਿਬ ਨੇ ਤਾਂ ਇਹ ਸਭ ਇੱਕੋ ਸੈਂਸ ਵਿੱਚ ਲਏ ਹੋਏ ਹੈ। ਨਮਸਤੇ ਵੀ, ਨਮਸਕਾਰ ਵੀ, ਪ੍ਰਣਾਮ ਵੀ। ਉਂਝ ਇਹਨਾਂ ਦੀ ਆਪਣੀ ਪਰਸਨੈਲਿਟੀ 'ਚ ਅੰਤਰ ਜ਼ਰੂਰ ਹੈ। ਪਰ ਗੁਰੂ ਸਾਹਿਬ ਨੇ ਤਾਂ ਜਿਵੇਂ ਕੱਲ੍ਹ ਵਿਚਾਰ ਕਰੀ ਸੀ ਆਪਾਂ ਨੇ, ਜਪਣਾ, ਆਰਾਧਨਾ, ਧਿਆਉਣਾ, ਸਿਮਰਨਾ, ਇਹ ਇੱਕ ਦੂਜੇ ਖਾਤਰ ਵਰਤੇ ਗਏ ਔਰ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਰੱਖਿਆ ਗਿਆ। ਜਿਵੇਂ ਪਾਰ ਬ੍ਰਹਮ ਔਰ ਪਰਮਾਤਮਾ, ਬ੍ਰਹਮ ਔਰ ਭਗਵਾਨ, ਇਹਨਾਂ ਦੇ ਵਿੱਚ ਵੀ ਅੰਤਰ ਹੈ ਵੇਦਾਂ ਦੇ ਮੁਤਾਬਕ। ਪਰ ਗੁਰੂ ਸਾਹਿਬ ਨੇ ਸਾਰੀ ਬਾਣੀ 'ਚ ਔਰ ਭਗਤਾਂ ਨੇ ਇਹਨਾਂ ਨੂੰ ਇੱਕੋ ਹੀ ਸ਼ਬਦ ਦੇ ਨਾਲ ਪਰਮਾਤਮਾ ਨੂੰ ਯਾਦ ਕਰਿਆ। ਭਗਵਾਨ ਵੀ ਉਸੇ ਨੂੰ ਕਿਹਾ ਜਾਂਦਾ। ਹਾਲਾਂਕਿ ਜਿਹੜੀ ਸਾਡੀ ਹਿੰਦੀ ਬੈਲਟ ਹੈ ਹਿੰਦੁਸਤਾਨ ਦੀ, ਉਹਦੇ ਵਿੱਚ ਜਿਹੜੀ ਵੇਦਾਂ ਦੀ ਵਿਚਾਰ ਹੁੰਦੀ ਹੈ, ਉਹਦੇ 'ਚ ਭਗਵਾਨ ਦਾ ਕੋਰਸਪੋਂਡਿੰਗ ਸ਼ਬਦ ਸਿੱਖੀ ਦੇ ਵਿੱਚ ਸੰਤ ਹੈ। ਪਰਮਾਤਮਾ ਦਾ ਉਹ ਰੂਪ ਜਿਹੜਾ ਸੰਤ ਰੂਪ ਹੋ ਕੇ ਉੱਭਰਦਾ ਹੈ, ਉਹਨੂੰ ਉਹ ਭਗਵਾਨ ਕਹਿੰਦੇ। ਪਰਮਾਤਮਾ ਜਿਹੜਾ ਨਿਰਗੁਣ ਹੈ, ਉਹਨੂੰ ਉਹ ਬ੍ਰਹਮ ਕਹਿੰਦੇ। ਇਹਨਾਂ 'ਚ ਥੋੜ੍ਹਾ ਥੋੜ੍ਹਾ ਅੰਤਰ ਹੁੰਦਾ ਹੈ। ਭਗਵਾਨ ਦੇ ਵਿੱਚ ਪੂਰੀ ਲੀਲਾ ਹੁੰਦੀ ਹੈ, ਬ੍ਰਹਮ ਦੇ ਵਿੱਚ ਕੋਈ ਲੀਲਾ ਨਹੀਂ ਹੁੰਦੀ, ਨਿਸ਼ਕਰੀਆ ਹੁੰਦਾ, ਉਹ ਅਕਰਮਣ ਹੁੰਦਾ, ਕੋਈ ਕੁਛ ਨਹੀਂ ਕਰਦਾ ਉਹ। ਲੇਕਿਨ ਜਿਹੜਾ ਪਰਮਾਤਮਾ ਹੈ, ਉਹਦੇ 'ਚ ਥੋੜ੍ਹੀ ਜਿਹੀ ਲੀਲਾ ਆ ਜਾਂਦੀ ਹੈ। ਚਲੋ ਇਹ ਵਿਚਾਰਾਂ ਅੱਗੇ ਪਹਿਲਾਂ ਹੋ ਵੀ ਲਈਆਂ, ਜਸਟ ਯਾਦ ਕਰਾਉਣ ਦੇ ਮਕਸਦ ਨਾਲ ਦਸਰਾ ਇਹ ਵਿਚਾਰ ਕਰਿਆ। ਨਮਸਤੰ ਅਜਨਮੇ, ਤੈਨੂੰ ਨਮਸਤੇ ਹੈ, ਨਮਸਕਾਰ ਹੈ, ਹੇ ਜਨਮ ਤੋਂ ਰਹਿਤ, ਅਜੂਨੀ। ਨਮਸਤੰ ਸੁਬਨਮੇ, ਬਨ ਹੁੰਦਾ ਰੰਗ, ਸੁਬਨ ਬਹੁਤ ਵਧੀਆ ਰੰਗ ਵਾਲਾ, ਸੁੰਦਰਤਾ ਤੋਂ ਮੁਰਾਦ ਹੈ। ਨਮੋ ਸਰਬ ਗੌਨੇ, ਤੂੰ ਔਲ ਪਰਵੇਸ਼ਵ ਹੈ, ਤੇਰੀ ਸਭ ਜਗ੍ਹਾ ਪਹੁੰਚ ਹੈ। ਤੂੰ ਗੌਣ ਕਰ ਸਕਦਾ ਸਾਰੀ ਧਰਤੀ ਦਾ, ਆਕਾਸ਼ ਦਾ, ਸਾਰਿਆਂ ਅਸਮਾਨਾਂ ਦਾ। ਨਮੋ ਸਰਬ ਭਉਨੇ, ਭਉਨ ਸਾਧ ਸੰਗਤ ਜੀ ਹੁੰਦੇ ਅਕਸਰ ਇੱਕ ਪਿੰਡਾਂ ਦੇ ਵਿੱਚ ਮੁਹਾਵਰਾ ਬੋਲਿਆ ਜਾਂਦਾ ਵੀ ਦੇਵੀ ਭਉਣਾ 'ਚ ਆ ਗਈ। ਭਉਣ ਉਹਦੇ ਸਥਾਨਾਂ ਨੂੰ ਕਹਿੰਦੇ, ਮੰਦਰਾਂ ਨੂੰ, ਜਿੱਥੇ ਦੇਵੀ ਰਹਿੰਦੀ ਹੈ, ਨਿਵਾਸ ਰੱਖਦੀ ਹੈ। ਤੋ ਪਰਮਾਤਮਾ ਦੇ ਵੀ ਭਉਣ ਹੈ, ਇਹ ਸਾਰੇ ਹੀ ਭਉਣ ਹੈ। ਜਿੰਨਾ ਵੀ ਦੁਨੀਆਦਾਰੀ ਹੈ, ਜਿੰਨੇ ਵੀ ਦੁਨੀਆ ਦੇ ਪਲੇਸ ਹੈ, ਸਭ ਉਹਦੇ ਭਉਣ ਹੈ। ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮਸਕਾਰ ਹੈ ਤੈਨੂੰ ਹੇ ਵਾਹਿਗੁਰੂ ਜੀਓ, ਤੂੰ ਸਾਰੇ ਰੰਗਾਂ ਵਿੱਚ ਹੈ ਔਰ ਤੂੰ ਪ੍ਰੇਮ ਵਾਲਾ ਹੈ।
ਨਮੋ ਸਰਬ ਭੰਗੇ, ਤੂੰ ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ। ਨਮੋ ਕਾਲ ਕਾਲੇ, ਤੂੰ ਸਾਰਿਆਂ ਦੇ ਕਾਲ ਵੀ ਹੈ, ਕਾਲਾਂ ਦੇ ਸਿਰ ਮਹਾਕਾਲ ਵੀ ਹੈ। ਨਮਸਤੰ ਦਿਆਲੇ, ਹੇ ਦਿਆਲੂ ਜੀਓ ਤੈਨੂੰ ਨਮਸਕਾਰ ਹੈ। ਨਮਸਤੰ ਅਵਰਨੇ, ਤੇਰਾ ਕੋਈ ਵਰਨ ਨਹੀਂ ਹੈ। ਨਮਸਤੰ ਅਮਰਨੇ, ਤੂੰ ਮੌਤ ਤੋਂ ਰਹਿਤ ਹੈ, ਤੇਰੇ ਪਰ ਕੋਈ ਮੌਤ ਨਹੀਂ ਹੈ, ਅਕਾਲ ਹੈ। ਨਮਸਤੰ ਜਰਾਰੰ, ਜਰਾਰੰ ਸ਼ਬਦ ਹੁੰਦਾ ਓਮਨੀਪੋਟੈਂਟ, ਜ਼ੋਰਾਵਰ, ਜਿਹੜਾ ਯੋਗ ਹੁੰਦਾ ਹਰ ਇੱਕ ਚੀਜ਼ ਕਰਨੇ ਦੇ। ਨਮਸਤੰ ਕਰਿਤਾਰੰ, ਤੂੰ ਡੂਅਰ ਹੈ, ਸਾਰੀ ਦੁਨੀਆ ਦਾ ਕਰਨ ਵਾਲਾ ਹੈ, ਸਭ ਸਾਜਨਾ ਤੇਰੀ ਹੈ। ਨਮੋ ਸਰਬ ਧੰਦੇ, ਸਾਰਿਆਂ ਧੰਦਿਆਂ ਦੇ ਵਿੱਚ ਵੀ ਤੂੰ ਹੀ ਹੈ, ਤੈਨੂੰ ਨਮਸਕਾਰ ਹੈ। ਇਹ ਨਮੋ ਸ਼ਬਦ ਵੀ ਨਮਸਤੇ ਵਾਸਤੇ ਹੀ ਆਉਂਦਾ। ਨਮੋ 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 ਨਮੋ, ਨੇਤ 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 ਹੈ। ਨਮੋ ਸਰਬ ਧੰਦੇ, ਨਮੋ ਸਤ ਅਵੰਦੇ, ਅਵੰਦਾ ਹੁੰਦਾ ਹੈ ਡਿਟੈਚਡ, ਸਾਰਿਆਂ ਧੰਦਿਆਂ 'ਚ ਵੀ ਤੂੰ ਹੀ ਹੈ, ਪਰ ਲੋਕਾਂ ਤੋਂ, ਸਾਰੀ ਸ੍ਰਿਸ਼ਟੀ ਤੋਂ ਡਿਟੈਚਮੈਂਟ ਵੀ ਤੇਰੀ ਪੂਰੀ ਹੈ। ਤੂੰ ਕਿਸੇ ਵੀ ਧੰਦੇ 'ਚ ਨਹੀਂ ਹੈ, ਤੂੰ ਸਾਰੇ ਧੰਦਿਆਂ 'ਚ ਵੀ ਹੈ। ਨਮਸਤੰ ਨਿਰਸਾਕੇ, ਤੇਰਾ ਕੋਈ ਸਾਕ ਨਹੀਂ, ਸਭ ਤੈਨੂੰ ਇੱਕ ਜਿਹੀ ਹੈ। ਨਮਸਤੰ ਨਿਰਵਾਕੇ, ਵਾਕ ਹੁੰਦਾ ਹੈ ਡਰ, ਬੇਬਾਕੀ ਨਾਲ ਬੋਲਣਾ, ਬਿਨਾਂ ਡਰ ਤੋਂ ਬੋਲਣਾ। ਉਸੇ ਤਰ੍ਹਾਂ ਤੈਨੂੰ ਨਮਸਕਾਰ ਹੈ, ਹੇ ਫੀਅਰਲੈਸ, ਹੇ ਨਿਰਵਾਕ, ਤੇਰੇ ਚਰਨਾਂ 'ਚ ਨਮਸਕਾਰ ਹੈ। ਨਮਸਤੰ ਰਹੀਮੇ, ਉਹ ਜੈਨਰਸ, ਜੈਨਰਸ ਹੁੰਦਾ ਹੈ ਬਹੁਤ ਦਿਆਲੂ। ਨਮਸਤੰ ਕਰੀਮੇ, ਮਰਸੀਫੁਲ, ਤੂੰ ਬਖਸ਼ਣ ਵਾਲਾ ਹੈ, ਤੈਨੂੰ ਨਮਸਕਾਰ ਹੈ। ਨਮਸਤੰ ਅਨੰਤੇ, ਹੇ ਅਨੰਤ ਜੀਓ ਤੈਨੂੰ ਨਮਸਕਾਰ ਹੈ, ਨਮਸਤੇ ਹੈ। ਤੂੰ ਅਨੰਤ ਹੈ, ਅਨੰਤ ਤੋਂ ਭਾਵ ਹੈ ਇਨਫਿਨਿਟ, ਤੇਰੀ ਕੋਈ ਲਿਮਟ ਨਹੀਂ ਹੈ। ਨਮਸਤੰ ਮਹੰਤੇ, ਤੂੰ ਬਹੁਤ ਬੜਾ ਹੈ, ਗ੍ਰੇਟੈਸਟ, ਮਹਾਨ ਹੈ। ਨਮਸਤਾਸਤਰਾਗੇ, ਤੂੰ ਲਵਰ ਲਾਰਡ ਹੈ, ਪਿਆਰ ਕਰਨੇ ਵਾਲਿਆਂ ਦਾ ਲਾਰਡ ਹੈ। ਸਭ ਪਿਆਰ ਤੇਰੇ ਤੋਂ ਹੀ ਆਉਂਦਾ ਹੈ, ਕਿਸੇ ਬੰਦੇ ਨੂੰ ਪ੍ਰੇਮ ਨਹੀਂ ਆ ਸਕਦਾ ਤੇਰੇ ਤੋਂ ਬਿਨਾਂ। ਪ੍ਰੇਮ ਤੂੰ ਸਿਖਾਉਣਾ ਲੋਕਾਂ ਨੂੰ, ਕਿਉਂਕਿ ਬਿਨ ਗੁਰ ਪ੍ਰੇਮ ਨਾ ਲੱਭਈ। ਪਹਿਲਾਂ ਤੂੰ ਗੁਰੂ ਦਾ, ਗੁਰੂ ਦੀ ਪਹੁੰਚ ਕਰਾਉਣਾ ਹੈ ਬੰਦੇ ਨੂੰ, ਗੁਰੂ ਨੂੰ ਮਿਲਾਉਣਾ ਹੈ, ਫਿਰ ਗੁਰੂ ਸਿਖਾਉਂਦਾ ਬੰਦੇ ਨੂੰ ਪਿਆਰ ਕਰਨਾ। ਬੰਦਾ ਆਪਣੇ ਤੌਰ ਪਰ ਪ੍ਰੇਮ ਨਹੀਂ ਕਰ ਸਕਦਾ। ਗੁਰ ਬਿਨ ਪ੍ਰੇਮ ਨਾ ਲੱਭਈ, ਜਨ ਦੇਖੋ ਮਨ ਨਿਰਜਾਸ, ਜਿਹੜਾ ਆਪਾਂ ਕਰਦੇ ਹਾਂ ਉਹ ਲੈ ਦੇ ਵਪਾਰ ਹੈ। ਪ੍ਰੇਮ ਤਾਂ ਬਹੁਤ ਉੱਚੀ ਅਵਸਥਾ ਹੈ, ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੇ ਵਿੱਚ ਦੇਣਾ ਹੀ ਦੇਣਾ ਹੁੰਦਾ, ਲੈਣ ਦਾ ਸੁਪਨਾ ਵੀ ਨਹੀਂ ਲੈਂਦਾ ਬੰਦਾ ਕਦੇ ਪ੍ਰੇਮੀ ਤੋਂ। ਉਹ ਅਵਸਥਾ, ਉਹ ਰਾਗ। ਨਮਸਤੰ ਸੁਹਾਗੇ, ਮਾਸਟਰ ਲਾਰਡ ਹੈ ਤੂੰ, ਤੈਨੂੰ ਨਮਸਕਾਰ ਹੈ, ਸਾਰਿਆਂ ਦਾ ਭਗਵਾਨ ਹੈ। ਨਮੋ ਸਰਬ ਸੋਖੰ, ਸਾਰਿਆਂ ਨੂੰ ਡਿਸਟਰੋਏ ਕਰਨ ਵਾਲਾ, ਮਾਰਨ ਵਾਲਾ ਵੀ ਤੂੰ ਹੀ ਹੈ, ਤੈਨੂੰ ਨਮਸਕਾਰ ਹੈ। ਨਮੋ ਸਰਬ ਪੋਖੰ, ਸਾਰਿਆਂ ਦੀ ਪਾਲਣਾ ਪੋਸ਼ਣਾ ਵੀ ਤੂੰ ਹੀ ਕਰਦਾ, ਪ੍ਰਤੀਪਾਲਣਾ ਕਰਦਾ, ਤੈਨੂੰ ਨਮਸਕਾਰ ਹੈ। ਨਮੋ ਸਰਬ ਕਰਤਾ, ਸਭ ਸ੍ਰਿਸ਼ਟੀ ਦਾ, ਸਾਰੀ ਰਚਨਾ ਦਾ ਕਰਤਾ ਵੀ ਤੂੰ ਹੀ ਹੈ। ਨਮੋ ਸਰਬ ਹਰਤਾ, ਸਾਰਿਆਂ ਨੂੰ ਮਾਰਨ ਵਾਲਾ ਵੀ ਤੂੰ ਹੀ ਹੈ। ਸਾਡਾ ਜਿਹੜਾ ਹਿੰਦੂ ਫਲਸਫਾ ਹੈ ਭਰਾਵਾਂ ਦਾ, ਉਹ ਇਹ ਕਹਿੰਦਾ ਹੈ ਵੀ ਤਿੰਨ ਦੇਵਤੇ ਹੈ, ਇੱਕ ਪੈਦਾ ਕਰਨ ਵਾਲਾ, ਇੱਕ ਸਭ ਨੂੰ ਰੋਜ਼ੀ ਰੋਟੀ ਦੇਣ ਵਾਲਾ, ਇੱਕ ਮਾਰਨ ਵਾਲਾ, ਲੈ ਕਰਨ ਵਾਲਾ। ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਮੁਰਾਦ ਹੈ। ਪਰ ਗੁਰਬਾਣੀ ਦਾ ਮਤ ਹੋਰ ਹੈ ਵੀ ਤੂੰ ਹੀ ਸਭ ਕੁਛ ਹੈ, ਇਹਨਾਂ ਤਿੰਨਾਂ ਦੇ ਵਿੱਚ ਵੀ ਤੂੰ ਹੀ ਹੈ, ਤੇਰੇ ਤੋਂ ਬਾਹਰ ਕੋਈ ਵੀ ਨਹੀਂ ਹੈ, ਤੇਰਾ ਬਲ ਹੈ ਇਹਨਾਂ ਦੇ ਅੰਦਰ ਵੀ। ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਤੇ ਨਮਸਕਾਰ ਹੈ ਤੈਨੂੰ ਸਾਰੇ ਜੋਗੀਆਂ ਦਾ ਜੋਗੀ ਵੀ ਤੂੰ ਹੀ ਹੈ, ਔਰ ਭੋਗੀਆਂ ਦਾ ਭੋਗੀ ਵੀ ਤੂੰ ਹੀ ਹੈ। ਸਭ ਜਗ੍ਹਾ ਤੂੰ ਹੀ ਹੈ, ਜੋਗਾਂ 'ਚ ਵੀ ਤੂੰ ਹੀ ਹੈ, ਭੋਗਾਂ 'ਚ ਵੀ ਤੂੰ ਹੀ ਹੈ। ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਸਰਬ ਦਿਆਲ, ਦਇਆ ਕਰਨ ਵਾਲਾ, ਤੈਨੂੰ ਨਮਸਕਾਰ ਹੈ। ਤੂੰ ਸਭ ਦਾ ਦਿਆਲੂ ਹੈ, ਸਾਰਿਆਂ ਨੂੰ ਪਾਲਣ ਵਾਲਾ, ਤੈਨੂੰ ਨਮਸਕਾਰ ਹੈ। ਚਾਚਰੀ ਛੰਦ ਤਵੈ ਪ੍ਰਸਾਦ, ਅਰੂਪ ਹੈ ਅਨੂਪ ਹੈ, ਤੇਰਾ ਕੋਈ ਰੂਪ ਨਹੀਂ ਹੈ। ਅਨੂਪ ਹੈ, ਤੇਰੀ ਕੋਈ ਉਪਮਾ ਵੀ ਨਹੀਂ ਦੇ ਸਕਦਾ ਵੀ ਤੇਰੇ ਵਰਗਾ ਕੋਈ ਹੈ। ਇੱਕ ਵਾਰ ਤੁਲਸੀਦਾਸ ਨੇ ਕਿਸੇ ਸੰਤ ਨੂੰ ਮੱਖਣ ਦੇ ਨਾਲ ਤੁਲਨਾ ਦੇ ਦਿੱਤੀ ਵੀ ਤੁਸੀਂ ਤਾਂ ਜੀ ਮੱਖਣ ਵਰਗੇ ਹੋ।
ਪਰ ਫਿਰ ਆਪ ਹੀ ਕਹਿ ਦਿੱਤਾ ਵੀ ਨਹੀਂ ਜੀ ਨਹੀਂ, ਮੈਂ ਇਨਸਾਫ ਨਹੀਂ ਕਰ ਸਕਿਆ। ਮੱਖਣ ਤਾਂ ਪਿਘਲ ਜਾਂਦਾ ਸੇਕ ਨਾਲ, ਸੰਤ ਨਹੀਂ ਇੱਦਾਂ ਪਿਘਲਦਾ ਹੈ। ਸੰਤ ਇੱਕਸਾਰ ਰਹਿੰਦਾ ਹੈ। ਅਜੂ ਹੈ ਅਭੂ। ਇਹ ਵਾਹਿਗੁਰੂ ਜੀਓ, ਤੂੰ ਅਨਬੋਰਨ ਹੈ, ਤੂੰ ਜਨਮਦਾ ਨਹੀਂ ਹੈ। ਅਭੂ ਹੈ, ਤੂੰ ਹਸਤੀ ਰਹਿਤ ਹੈ, ਨੌਨ ਬੀਇੰਗ ਹੈ, तेरी कोई हस्ती भी नहीं है, लेकिन तू है तो सही लख है जो कोई है जरूर हो जे उन्होंने कोई लख है, दिखता भी नहीं है बेपर्द इतना कि हर जर्रे में है उसका ज़हूर, है बापर्द इतना कि नज़र तक आता नहीं। ये किसी अदीब का कथन है, शेर है। अलेख हैं अपेख हैं, तेरे पर कोई लेख नहीं है, तैं सारी सृष्टि के मत्थे पर लेख पा के भेजा होया, पर तू आप अलेख है, तेरे मत्थे पर कोई लेख नहीं है। अभेख है, तेरा कोई भेख नहीं। सृष्टि सब भेखा च फसी हुई है। अनाम है अकाम है, तेरा कोई नाम नहीं है। ਆਪਾਂ ਸਿੱਖ ਸਮਝਦੇ ਹਾਂ ਵੀ ਸ਼ਾਇਦ ਵਾਹਿਗੁਰੂ ਉਹਦਾ ਨਾਮ ਹੈ। ਨਹੀਂ ਨਹੀਂ ਸਾਧ ਸੰਗਤ ਜੀ, ਸਭ ਨਾਮ ਹੀ ਉਸੇ ਨੇ। ਇਸੇ ਕਰਕੇ ਕੋਈ ਇੱਕ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮਾਤਮਾ ਖਾਤਰ ਨਹੀਂ ਆਇਆ ਹੋਇਆ। ਖਿੱਚ ਖੁੱਚ ਕੇ ਆਪਾਂ ਜੋੜ ਦਿੰਦੇ ਹਾਂ ਵੀ ਵਾਹਿਗੁਰੂ ਸ਼ਬਦ ਹੈ ਉਹਦਾ ਨਾਂ ਹੈ। ਨਹੀਂ, ਰਾਮ ਵੀ ਉਸੇ ਦਾ, ਅੱਲਾ ਵੀ ਉਸੇ ਦਾ, ਖੁਦਾ ਵੀ ਉਹੀ ਹੈ, ਗੋਡ ਵੀ ਉਹੀ ਹੈ। ਜਿਵੇਂ ਸੂਰਜ ਹੈ, ਸੂਰਜ ਵੀ ਉਹੀ ਹੈ, ਖੁਰਸ਼ੀਦ ਵੀ ਉਹੀ ਹੈ, ਸੰਨ ਵੀ ਉਹੀ ਹੈ, ਸੂਰਿਆ ਵੀ ਉਹੀ ਹੈ, ਆਫਤਾਬ ਵੀ ਉਹੀ ਹੈ। तो सब नाम उसे दें, ਉਹਦਾ ਇੱਕ ਵੀ ਨਾਮ ਨਹੀਂ ਹੈ। ਇਹ ਵੀ ਬਾਤ ਹੈ। ਇਹ ਹੈ ਇਨ ਬਿਟਵੀਨ ਮਾਰਗ। ਸਭ ਕੁਝ ਤੂੰ ਹੈ ਪਰ ਤੂੰ ਕੁਛ ਵੀ ਨਹੀਂ ਹੈ। ਅਕਾਮ ਹੈ, ਕਾਮਨਾ ਰਹਿਤ, ਤੈਨੂੰ ਕੋਈ ਕਾਮਨਾ ਨਹੀਂ ਹੈ, ਡਿਜ਼ਾਇਰਲੈਸ। ਅਧੇ ਹੈ ਅਭੇ ਹੈ, ਤੂੰ ਨਿਰਾਸਰੇ ਹੈ। ਇਹ ਵਾਹਿਗੁਰੂ ਜੀਓ, ਤੈਨੂੰ ਕਿਸੇ ਦਾ ਆਸਰਾ ਨਹੀਂ ਹੈ। ਬਾਕੀ ਸ੍ਰਿਸ਼ਟੀ ਨੂੰ ਸਭ ਨੂੰ ਕਿਸੇ ਨਾ ਕਿਸੇ ਚੀਜ਼ ਦਾ ਆਸਰਾ। ਅਭੇ ਹੈ, ਤੂੰ ਭੇਦ ਰਹਿਤ ਹੈ। ਅਜੀਤ ਹੈ ਅਪੀਤ ਹੈ, ਤੂੰ ਅਜਿੱਤ ਵੀ ਹੈ, ਤੈਨੂੰ ਜਿੱਤਿਆ ਨਹੀਂ ਜਾ ਸਕਦਾ। ਤੂੰ ਅਭੀਤ ਹੈ, ਤੂੰ ਬਿਨਾਂ ਡਰ ਤੋਂ। ਤੇਰੀ ਮਾਨ ਹੈ ਨਿਦਾਨ ਹੈ, ਤਿੰਨੇ ਲੋਕਾਂ 'ਚ ਤੇਰਾ ਮਾਨ ਹੈ। ਤੂੰ ਖਜ਼ਾਨਾ ਹੈ। ਤੇਰੇ ਵਰਗ ਹੈ ਅਸਰਗ ਹੈ, ਰਜੋ ਸਤੋ ਤਮੋ ਦੇ ਵਿੱਚ ਵੀ ਤੂੰ ਹੀ ਹੈ, ਔਰ ਅਸਰਗ ਵੀ ਤੂੰ ਹੀ ਹੈ। तो साध संगत जी, ये शब्द बार बार आ रहे हैं। मतलब इन्हों का अपन पहला कर लिया पता है, पर आउणगे ये बार बार शब्द सारे मुड़ मुड़ के किसी ना किसी रूप से थोड़ा बहुता शक्ल बदल के। गुरु महाराज के अंदर इन्नी वोकैबलरी है बई आशश करदा मन उन्होंने बातों को सुन सुन के। किन्ना वाहिगुरू के प्रति उन्होंने किन्ने नाम रख दिते। असरगे हुंदा उत्पत्ति रहत, तेरे वर्गे तिन्ना गुणा च रजो सतो और तमो दे विच। तो गुरु साहब वडियाई कर रहे परमात्मा की। देखो क्या सिफत है। ऐसी सिफत शायद किसी होर रहबर ने ना करी हो। तेरे वर्ग हैं असर्ग हैं, अनील हैं अनाद हैं, ये शब्द भी पहला आ ले। अजय हैं आजाद हैं, अनबॉर्न भी तू ही है, इंडिपेंडेंट भी तू ही है, अजूनी अजन्म है अवर्ण है, अपूत हैं अपर्ण है। तू एलिमेंटलैस है, तेरा कोई शरीर नहीं है, भूत नहीं है। तू अभर्ण है, तैनू भरिया नहीं जा सकता, तू पहले ही बहुत भरिया होया। अभर्ण अगंज हैं अपंज है। ये वाहिगुरू जी हो, तुसी परफेक्ट है, तुसी इनविंसीबल है, अजित है, ਤੁਹਾਨੂੰ ਜਿੱਤਿਆ ਨਹੀਂ ਜਾ ਸਕਦਾ। ਅਜੂਝ ਹੈ, ਤੁਹਾਡੇ ਨਾਲ ਕੋਈ ਜੂਝ ਵੀ ਨਹੀਂ ਸਕਦਾ। ਕੋਈ ਤੁਹਾਡੇ ਨਾਲ ਜੇ ਕਹੇ ਵੀ ਮੈਂ ਝਗੜਾ ਕਰੂੰਗਾ, ਝਗੜਾ ਵੀ ਨਹੀਂ ਕਰ ਸਕਦਾ। ਤੁਸੀਂ ਬਹੁਤ ਮਹਾਨ ਹੋ। ਵਾਹਿਗੁਰੂ ਦੀਆਂ ਸਿਫਤਾਂ ਦਾ ਕੋਈ ਲੇਖਾ ਹੀ ਨਹੀਂ ਛੱਡਿਆ। ਟੈਨਸ਼ਨ ਫਰੀ ਹੈ, ਅਜੰਜ, ਝੰਜਟਾਂ ਵਿੱਚ ਨਹੀਂ ਪੈਂਦਾ ਹੈ। ਅਮੀਕ ਹੈ ਰਫੀਕ ਹੈ, ਤੂੰ ਬਹੁਤ ਡੂੰਘਾ ਹੈ, ਗਹਿਰਾ ਹੈ। ਅਮੀਕ ਰਫੀਕ ਮਿੱਤਰ ਨੂੰ ਕਹਿੰਦੇ, ਮਿੱਤਰਾਂ ਦਾ ਵੀ ਮਿੱਤਰ ਜਿਹੜਾ ਹੋਵੇ। ਅਧੰਦ ਹੈ ਅਬੰਧ ਹੈ, ਕੋਈ ਧੰਦਿਆਂ 'ਚ ਨਹੀਂ ਤੂੰ ਪੈਂਦਾ, ਹਾਲਾਂਕਿ ਸਾਰੇ ਹੀ ਧੰਦੇ ਤੇਰੇ। ਅਬੰਧ ਹੈ, ਤੂੰ ਬੰਧਨਾਂ ਵਿੱਚ ਵੀ ਨਹੀਂ ਹੈ, ਬੰਧਨ ਰਹਿਤ ਹੈ।
ਨਿਰਬੂਝ ਹੈ ਅਸੂਝ ਹੈ, ਤੈਨੂੰ ਬੁੱਝਿਆ ਨਹੀਂ ਜਾ ਸਕਦਾ, ਨਾ ਹੀ ਤੈਨੂੰ ਸਮਝਿਆ ਜਾ ਸਕਦਾ। ਬੁੱਝਣਾ ਸਾਧ ਸੰਗਤ ਜੀ ਉਹੀ ਸ਼ਬਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ 'ਚ ਵਾਰ ਆਉਂਦਾ ਹੈ। ਬੁੱਝਣਾ ਗੁਰੂ ਤੋਂ ਹੁੰਦਾ, ਬੰਦਾ ਆਪ ਨਹੀਂ ਬੁੱਝ ਸਕਦਾ। ਬੰਦਾ ਸਮਝ ਸਕਦਾ ਦਿਮਾਗ ਦੇ ਨਾਲ, ਬੁੱਧੀ ਦੇ ਨਾਲ, ਬੁੱਝਣਾ ਨਹੀਂ ਆਉਂਦਾ। ਵਿਦਵਾਨ ਨੂੰ ਬੁੱਝਣਾ ਨਹੀਂ ਆਉਂਦਾ, ਵਿਦਵਾਨ ਸਿਰਫ ਸਮਝ ਸਕਦਾ, ਭਗਤ ਬੁੱਝ ਸਕਦਾ। ਉਹ ਜਿਹੜੀ ਬਿਹਾਈਂਡ ਦਾ ਲਾਈਨ ਬਾਤ ਹੁੰਦੀ ਹੈ, ਕੋਈ ਅਰਥ ਹੁੰਦਾ, ਉਹ ਤੋਂ ਮੁਰਾਦ ਹੈ, ਉਹ ਬੁੱਝਣਾ ਹੁੰਦਾ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੇ ਨਿਤ ਭੇੜ। ਇਹ ਬੁੱਝਣ ਵਾਲੀ ਬਾਤ ਹੈ। ਸਾਰੀ ਗੁਰਬਾਣੀ ਬੁਝਾਰਤ ਹੈ, ਮੁੰਦਾਵਣੀ ਹੈ। ਇਹ ਮੁੰਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਧੀ ਪਾਲ। ਤੋ ਤੂੰ ਨਿਰਬੂਝ ਹੈ ਔਰ ਅਸੂਝ ਹੈ, ਤੂੰ ਮਨੁੱਖਾਂ ਦੀ ਸਮਝ ਤੋਂ ਬਾਹਰ ਹੈ। ਅਕਾਲ ਹੈ ਅਜਾਲ ਹੈ, ਤੇਰੇ ਸਿਰ ਪਰ ਕੋਈ ਕਾਲ ਨਹੀਂ ਹੈ, ਸਾਰੀ ਦੁਨੀਆ ਦੇ ਸਿਰ ਪਰ ਕਾਲ ਹੈ। ਸਾਰਾ ਸ੍ਰਿਸ਼ਟੀ, ਸਾਰੀ ਭਰਮ ਗਿਆਨੀ ਜਿੰਨੇ ਵੀ ਹੈ ਵਿਦਵਾਨ, ਭਰਮ ਗਿਆਨੀ ਉਹਨਾਂ ਨੂੰ ਕਿਹਾ ਜਾਂਦਾ, ਕਿਉਂਕਿ ਉਹ ਗਿਆਨ ਬਹੁਤ ਰੱਖਦੇ ਹੁੰਦੇ ਲੇਕਿਨ ਹੁੰਦੇ ਭਰਮ 'ਚ। ਜਿਵੇਂ ਸੱਪ ਨੂੰ ਹਨੇਰੇ ਵਿੱਚ ਰੱਸੀ ਨੂੰ ਸੱਪ ਸਮਝਿਆ ਜਾਂਦਾ ਹੈ ਨਾ, ਰਾਜ ਭਅੰਗ ਪ੍ਰਸੰਗ ਜੈਸੇ ਹੈ ਆਪ ਕਛ ਮਰਮ ਜਨਾਇਆ, ਤਾਂ ਉਹ ਭਰਮ ਵਿੱਚ ਵਿਦਵਾਨ ਹੁੰਦਾ। ਤੂੰ ਕਿਸੇ ਭਰਮ 'ਚ ਨਹੀਂ ਹੈ। ਵਾਹਿਗੁਰੂ ਜੀਓ, ਤੂੰ ਨਾ ਤੇਰੇ ਸਿਰ ਦੇ ਉੱਤੇ ਕਾਲ ਹੈ, ਪਰਿਓ ਕਾਲ ਸਵੈ ਜਗ ਉੱਪਰ, ਮਾਹੇ ਲਿਖੇ ਭਰਮ ਗਿਆਨੀ। ਤੂੰ ਅਜਾਲ ਹੈ, ਤੇਰੇ ਪਰ ਕੋਈ ਜਾਲ ਨਹੀਂ ਹੈ। ਜਿਵੇਂ ਪੰਛੀਆਂ ਨੂੰ ਜਾਲ ਫਸਾ ਲੈਂਦਾ, ਤੈਨੂੰ ਨਹੀਂ ਫਸਾਇਆ ਜਾ ਸਕਦਾ। ਅਲਾਹ ਹੈ ਅਜਾਹ ਹੈ। ਇਹ ਸ਼ਬਦ ਸਾਧ ਸੰਗਤ ਜੀ ਉਹ ਅੱਲਾ ਨਹੀਂ ਹੈ, ਅਲਾਹ ਬਿਨਾਂ ਲਾਹੇ ਤੋਂ, ਬਿਨਾਂ ਕਿਸੇ ਲਾਭ ਤੋਂ। ਤੈਨੂੰ ਕੋਈ ਮਤਲਬ ਨਹੀਂ ਹੈ ਵੀ ਮੈਂ ਇਹ ਚੀਜ਼ 'ਚੋਂ ਆਹ ਲਾਹਾ ਖੱਟਾਂ। ਅਜਾਹ ਹੈ, ਤੇਰਾ ਕੋਈ ਪਲੇਸ ਨਹੀਂ, ਜਗ੍ਹਾ ਨਹੀਂ ਹੈ। ਜਾਏ ਜਗ੍ਹਾ ਨੂੰ ਕਹਿੰਦੇ ਆ। ਅਨੰਤ ਹੈ ਮਹੰਤ ਹੈ, ਤੂੰ ਅਨੰਤ ਹੈ, ਇਨਫਿਨਿਟ ਹੈ, ਔਰ ਮਹੰਤ ਹੈ, ਮਹਾਨ ਹੈ। ਮਹਾਨਤਾ, ਮਹੰਤ ਸ਼ਬਦ ਵੈਸੇ ਤਾਂ ਅੱਜ ਕੱਲ੍ਹ ਸਿੱਖ ਜਗਤ ਵਿੱਚ ਥੋੜ੍ਹੀ ਜਿਹੀ ਬੁਰੀ ਸੈਂਸ ਵਿੱਚ ਆਉਂਦਾ, ਕਿਉਂਕਿ ਮਹੰਤਾਂ ਦੇ ਕਾਰਨਾਮੇ ਖਰਾਬ ਹੋ ਗਏ ਸੀ। ਵੈਸੇ ਮਹੰਤ ਸ਼ਬਦ ਤਾਂ ਪਿਆਰਾ ਸੀ ਬਹੁਤ ਪਹਿਲਾਂ, ਪਰ ਹੁਣ ਅੱਜ ਕੱਲ੍ਹ ਮਹੰਤ ਕਹਿਣਾ ਕੁਛ ਥੋੜ੍ਹਾ ਜਿਹਾ ਨਿਰਾਦਰੀ ਦਾ ਸ਼ਬਦ ਬਣ ਗਿਆ। ਸਮੇਂ ਨਾਲ ਬਦਲ ਜਾਂਦੀ ਹੈ ਟੋਨ। ਅਲੀਕ ਹੈ ਨਿਰਸਰੀਕ ਹੈ, ਤੂੰ ਅਜਿੱਤ ਹੈ, ਤੂੰ ਨਿਰਸਰੀਕ ਹੈ, ਤੇਰਾ ਕੋਈ ਸ਼ਰੀਕ ਨਹੀਂ। ਤੈਂ ਆਪਣਾ ਸ਼ਰੀਕ ਕਿਸੇ ਨੂੰ ਬਣਾਇਆ ਹੀ ਨਹੀਂ ਹੈ। ਨਾ ਤੇਰਾ ਕੋਈ ਧੜਾ ਹੈ, ਤੇਰਾ ਕੋਈ ਰਿਸ਼ਤੇਦਾਰ ਨਹੀਂ ਹੈ। ਨਿਰਲੰਭ ਹੈ, ਤੂੰ ਬਿਨਾਂ ਆਸਰੇ ਤੋਂ, ਤੂੰ ਪ੍ਰੋਪਲੈਸ ਹੈ, ਅਸੰਭ ਹੈ, ਤੈਨੂੰ ਕਿਸੇ ਨੇ ਪੈਦਾ ਨਹੀਂ ਕਰਿਆ। ਸਵੰਭੂ ਸ਼ਬਦ ਹੈ ਜਿਹੜਾ ਸੰਸਕ੍ਰਿਤ ਦਾ, ਸਹਿਭੰਗ ਵੀ ਆਉਂਦਾ ਹੈ ਮੂਲ ਮੰਤਰ 'ਚ। ਤੂੰ ਅਸੰਭੂ ਹੈ, ਤੈਨੂੰ ਕਿਸੇ ਨੇ ਪੈਦਾ ਨਹੀਂ ਕਰਿਆ। ਸਵੰਭ ਹੈ, ਆਪਣੇ ਆਪ ਤੋਂ ਪੈਦਾ ਹੋਇਆ। ਅਗੰਮ ਹੈ ਅਜੰਮ ਹੈ, ਅਗੰਮ ਹੁੰਦਾ ਜਿਹਦੇ ਥਾਈਂ ਪਹੁੰਚ ਨਾ ਹੋਵੇ, ਗਮਣਾ ਹੁੰਦਾ ਪਹੁੰਚ, ਜਾਣਾ ਕਿਸੇ ਕੋਲ। ਅਗੰਮ ਜਿਹਦੇ ਥਾਈਂ ਪਹੁੰਚ ਨਹੀਂ ਹੁੰਦੀ। ਅਜਨਮ ਹੈ, ਤੇਰਾ ਕੋਈ ਜਨਮ ਨਹੀਂ ਹੁੰਦਾ। ਅਭੂਤ ਹੈ ਅਛੂਤ ਹੈ, ਤੇਰਾ ਕੋਈ ਸਰੀਰ ਨਹੀਂ ਹੈ, ਤੂੰ ਅਛੂਤ ਵੀ ਹੈ, ਛੁਇਆ ਨਹੀਂ ਜਾ ਸਕਦਾ। ਅਲੋਕ ਹੈ ਅਸ਼ੋਕ ਹੈ, ਤੇਰਾ ਕੋਈ ਲੋਕ ਨਹੀਂ ਹੈ, ਕੋਈ ਜਗ੍ਹਾ ਨਹੀਂ ਹੈ, ਸਭ ਜਗ੍ਹਾ 'ਚ ਵੀ ਤੂੰ ਹੀ ਹੈ। ਅਸ਼ੋਕ ਹੈ, ਤੈਨੂੰ ਕੋਈ ਸ਼ੋਕ ਨਹੀਂ ਹੈ, ਸੌਰਵ, ਕੋਈ ਦੁੱਖ ਤਕਲੀਫ ਨਹੀਂ ਹੈ। ਅਕਰਮ ਹੈ ਅਭਰਮ ਹੈ, ਤੂੰ ਕਰਮ ਰਹਿਤ ਹੈ, ਨਿਸ਼ਕਰੀ ਹੈ। ਅਭਰਮ ਹੈ, ਤੈਨੂੰ ਕੋਈ ਭਰਮ ਨਹੀਂ ਹੈ। ਅਜੀਤ ਹੈ ਅਭੀਤ ਹੈ, ਅਜਿੱਤ ਹੈ, ਬਿਨਾਂ ਡਰ ਤੋਂ ਹੈ। ਦੇਖੋ ਸਾਧ ਸੰਗਤ ਜੀ, ਅਭੀਤ ਸ਼ਬਦ ਪਿੱਛੇ 2-3 ਜਗ੍ਹਾ ਆ ਲਿਆ, ਹੁਣ ਫੇਰ ਆਇਆ। ਅਵਾਹ ਹੈ ਅਗਾਹ ਹੈ, ਬਿਨਾਂ ਵਾਹਨ ਤੋਂ ਹੈ। ਸਾਰੇ ਦੇਵੀ ਦੇਵਤਿਆਂ ਦਾ ਕੋਈ ਨਾ ਕੋਈ ਵਾਹਨ ਹੈ। ਕੱਲ੍ਹ ਵਿਚਾਰ ਕਰੀ ਸੀ ਆਪਾਂ ਨੇ, ਜਿਵੇਂ ਸੀਤਲਾ ਮਾਤਾ ਖੋਤੇ ਦੀ ਸਵਾਰੀ ਕਰਦੀ ਹੈ, ਵਿਸ਼ਨੂੰ ਗਰੜ ਦੀ ਸਵਾਰੀ ਕਰਦੇ ਹੈ। ਇਸ ਤਰੀਕੇ ਨਾਲ ਤੇਰਾ ਕੋਈ ਵਾਹਨ ਨਹੀਂ ਹੈ, ਤੂੰ ਬਿਨਾਂ ਵਾਹਨ ਤੋਂ ਹੈ। ਵਹੀਕਲ ਨੂੰ ਵਾਹਨ ਕਹਿੰਦੇ। ਅਗਾਹ ਹੈ, ਤੇਰਾ ਕੋਈ ਗਾਹ ਨਹੀਂ ਪਾ ਸਕਦਾ, ਬਹੁਤ ਵਿਸ਼ਾਲ ਹੈ। ਅਥਾਹ ਹੈ, ਅਮਾਨ ਹੈ, ਅਮਾਨਯ ਹੈ,
कौन तेरी मानता कर सकता है। और निधान है, खजाना है, अनेक हैं फिर एक हैं। ਇਹ ਵਾਹਿਗੁਰੂ ਜੀ, ਉਹ ਤੁਸੀਂ ਇੱਕ ਵੀ ਹੋ ਔਰ ਫਿਰ ਅਨੇਕ ਵੀ ਬਣ ਜਾਂਦੇ ਆ, ਮੁੜ ਕੇ ਫਿਰ ਇੱਕ ਬਣ ਜਾਂਦੇ। ਇਹ ਸਮਝਣਾ ਬਹੁਤ ਮੁਸ਼ਕਲ ਹੈ ਬੁੱਧੀ ਨੂੰ। ਬੁੱਧੀ ਕਹੇਗੀ ਜਾਂ ਇੱਕ ਹੈ ਬੰਦਾ ਜਾਂ ਅਨੇਕ ਹੋ ਸਕਦਾ, ਦੋ ਕਿਵੇਂ ਹੋ ਗਿਆ। ਇਹੀ ਫਲਸਫਾ ਸਾਰਾ ਹੀ, ਵੇਦਾਂ 'ਚ ਵੀ ਇਹੀ ਹੈ ਔਰ ਕੁਰਾਨ 'ਚ ਵੀ ਇਹੀ ਹੈ, ਕੁਰਾਨ ਸ਼ਰੀਫ 'ਚ, ਔਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਇਹੀ ਹੈ। ਕਦੇ ਤੂੰ ਇੱਕ ਬਣ ਜਾਂਦਾ ਹੈ, ਸਮੇਟ ਲੈਣਾ ਸਭ ਕਾਸੇ ਨੂੰ, ਆਪਣੀ ਰਚਨਾ ਨੂੰ, ਕ੍ਰੀਏਸ਼ਨ ਨੂੰ, ਕਦੇ ਵਿੱਚ ਵੜ ਕੇ ਫੇਰ ਬੈਠ ਜਾਂਦਾ। ਸਭ ਦੇ ਵਿੱਚ ਤੂੰ ਹੀ ਰਮਿਆ ਹੋਇਆ। ਮੁਸੱਵਰ ਜਿਹੜਾ ਬੁੱਤ ਘਾੜਾ ਹੁੰਦਾ, ਉਹ ਮੂਰਤੀ ਬਣਾ ਕੇ ਉਹਦੇ ਵਿੱਚ ਨਹੀਂ ਬੈਠਦਾ, ਲੇਕਿਨ ਪਰਮਾਤਮਾ ਨੇ ਸਾਰਾ ਆਪਣੀਆਂ ਮੂਰਤੀਆਂ ਬਣਾ ਕੇ ਉਹਦੇ ਵਿੱਚ ਬੈਠਾ। ਮੁਸੱਵਰ ਆਪਣੀ ਤਸਵੀਰ ਦੇ ਵਿੱਚ ਬੈਠਾ। ਇਹ ਖਿਆਲ ਗੁਰਮਤ ਦਾ, ਫਲਸਫੇ ਦਾ, ਬਲਕਿ ਸਾਰੇ ਧਾਰਮਿਕ ਫਲਸਫਿਆਂ ਦਾ। ਹੁਣ ਇਹ ਗੱਲ ਨੂੰ ਸਮਝਣਾ ਇੱਕ ਬੁੱਧੀ ਖਾਤਰ ਬੜਾ ਮੁਸ਼ਕਲ ਹੈ। ਬੁੱਧੀ ਜਾਂ ਇੱਕ ਪਾਸੇ ਹੈ ਜਾਂ ਬਹੁਤਿਆਂ ਕੰਨੀ, ਉਹ ਇਨ ਬਿਟਵੀਨ ਰਸਤਾ, ਮਾਰਗ ਹੈ ਜਿਹੜਾ, ਉਹਨੂੰ ਚੁਣ ਨਹੀਂ ਸਕਦੀ। ਪਰ ਗੁਰੂ ਸਾਹਿਬਾਨ ਦਾ ਜਿਹੜਾ ਮਾਰਗ ਹੈ, ਭਗਤ ਸਾਹਿਬਾਨਾਂ ਦਾ, ਉਹ ਇਨ ਬਿਟਵੀਨ ਰਸਤਾ ਹੈ। ਕਦੇ ਉਹ ਇੱਧਰ ਜਾਂ ਉੱਧਰ ਦੀ ਬਾਤ ਨਹੀਂ ਕਰਦੇ। ਜੇ ਇੱਕ ਜਗ੍ਹਾ ਇੱਕ ਦੀ ਗੱਲ ਆ ਗਈ ਤਾਂ ਦੂਜੀ ਜਗ੍ਹਾ ਅਨੇਕਤਾ ਦੀ ਗੱਲ ਆਏਗੀ। ਜੇ ਇੱਕ ਜਗ੍ਹਾ ਲਿਖ ਦਿੱਤਾ ਵੀ ਸੰਸਾਰ ਹੈ ਜਿਹੜਾ, ਇਹ ਤਾਂ ਬਿਰਸਨਹਾਰ ਹੈ, ਕੂੜ ਹੈ, ਤਾਂ ਦੂਜੀ ਜਗ੍ਹਾ ਸੰਸਾਰ ਨੂੰ ਫਿਰ ਬਹੁਤ ਸੱਚੇ ਦੀ ਕੋਠੜੀ ਕਰਕੇ ਕਹਿ ਦਿੱਤਾ। ਇਹ ਜੱਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਦੁਨੀਆ ਜਿਹੜੀ ਹੈ ਇਹ ਉਹਦੇ ਵਾਸ ਕਰਕੇ ਪਵਿੱਤਰ ਵੀ ਹੈ, ਪਰ ਇੱਕ ਪਾਸੇ ਨਾਸ਼ਵਾਨ ਕਹਿ ਰਹੇ, ਕੂੜ ਹੈ ਇਹ ਸਾਰਾ ਕੁਛ, ਦੂਜੇ ਪਾਸੇ ਸੱਚੋ ਸੱਚ ਹੈ, ਕਿਉਂਕਿ ਉਹਦਾ ਵਿੱਚ ਵਾਸਾ ਹੈ। ਤੋ ਇਹ ਸਮਝਣਾ ਰਸਤਾ ਬੁੱਧੀ ਨੂੰ ਥੋੜ੍ਹਾ ਜਿਹਾ ਢੈਲੀ ਕਰਕੇ, ਹਉਮੈ ਨੂੰ ਢੈਲੀ ਕਰਕੇ, ਤਾਂ ਹੀ ਇਹਦੀ ਸਮਝ ਆ ਸਕਦੀ ਹੈ। ਨਹੀਂ ਤਾਂ ਇਹ ਰਸਤਾ, ਇਹ ਮਾਰਗ ਦਾ ਗਿਆਨ ਹੋਣਾ ਬਹੁਤ ਮੁਸ਼ਕਲ ਹੈ। ਸਾਧ ਸੰਗਤ ਜੀਓ, ਇਹ ਤਾਂ ਅਸੀਂ ਆਪਣੀ ਤੁੱਛ ਬੁੱਧੀ ਅਨੁਸਾਰ ਇਹ ਵਿਚਾਰ ਜਾਪ ਸਾਹਿਬ ਦੀ, ਸ਼ਬਦ ਥੋੜ੍ਹੇ ਜਿਹੇ ਔਖੇ ਜ਼ਰੂਰ ਨੇ, ਪਰ ਜਿਸ ਵੀ ਪਰਸਨ ਨੇ ਥੋੜ੍ਹੀ ਜਿਹੀ ਹਿੰਮਤ ਕਰਕੇ 20-30 ਸ਼ਬਦ ਨੋਟ ਕਰ ਲਏ ਚੰਗੀ ਤਰ੍ਹਾਂ, ਉਹ ਵਾਰ-ਵਾਰ ਆਉਣੇ। ਸਿੱਖਾਂ ਨੂੰ ਗੁਰੂ ਸਾਹਿਬ ਸਮੱਤ ਵੀ ਦਿੰਦੇ, ਫਿਰ ਕੋਈ ਔਖੀ ਗੱਲ ਵੀ ਨਹੀਂ ਹੈ ਸਮਝਣਾ। ਜੇ ਬੁੱਝਣਾ ਔਖਾ ਤਾਂ ਸਮਝਿਆ ਤਾਂ ਜਾ ਸਕਦਾ ਬੁੱਧੀ ਨਾਲ। ਸੋ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਸੰਗਤ ਵੀ ਜਾਣ ਦਾ ਇਹੀ ਫਾਇਦਾ, ਸੰਗਤ ਵਿੱਚੋਂ ਇਹ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਕ ਵਾਰ ਕਿਸੇ ਪੁਰਸ਼ ਨੇ ਨਾਮਦੇਵ ਜੀ ਨੂੰ ਪੁੱਛ ਲਿਆ ਵੀ ਬਾਬਾ ਜੀ, ਤੁਸੀਂ ਰਾਜੇ ਦੀ ਜੇਲ੍ਹ ਵਿੱਚ ਇੰਨੇ ਤਸੀਹੇ ਕੱਟੇ, ਕਦੇ ਗਿਲਾ ਨਹੀਂ ਕਰਿਆ, ਪਰ ਜਿੱਦਣ ਤੁਹਾਨੂੰ ਮੰਦਿਰ 'ਚ ਧੱਕੇ ਵੱਜੇ ਤੁਸੀਂ ਪਰਮਾਤਮਾ ਦੇ ਨਾਲ ਬਹੁਤ ਬੜਾ ਗਿਲਾ ਕਰਿਆ। ਤੁਸੀਂ ਬੈਠ ਗਏ ਧਿਆਨ ਧਰ ਕੇ ਵੀ ਧੱਕੇ ਮੇਰੇ ਨਹੀਂ ਪਏ, ਧੱਕੇ ਤੇਰੇ ਪਏ, ਅਸਲ 'ਚ ਮੈਂ ਤਾਂ ਤੇਰਾ ਭਗਤ ਹਾਂ, ਆ ਜਾ ਹੁਣ ਇਹਨਾਂ ਨੂੰ, ਪੰਡਤਾਂ ਨੂੰ ਗਿਆਨ ਦੇ ਦੇ। ਔਰ ਦੇਖ ਲਓ ਪਰਮਾਤਮਾ ਨੂੰ ਆਉਣਾ ਪਿਆ। ਫੇਰ ਦਿਆ ਨਾਮੇ ਕੋ ਦੇਹਰਾ, ਪੰਡੀਅਨ ਕੋ ਪਿਛਵਾਰ ਲਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹਰਾ ਫੇਰ। ਬੁੱਧੀ ਵਾਲੇ ਵੀ ਨਹੀਂ ਮੰਨਦੇ ਗੱਲ ਨੂੰ, ਮੰਨ ਸਕਦੇ ਵੀ ਨਹੀਂ ਹੈ। ਬੁੱਧੀ ਕਿਆ ਹੋਈ ਫਿਰ? ਜਦੋਂ ਵਿਵੇਕ ਆ ਗਿਆ ਤਾਂ ਗੱਲ ਆਪੇ ਮੰਨ ਜਾਣੀ ਹੈ। ਕਿਉਂਕਿ ਜਿਹੜਾ ਆਪਤ ਗਿਆਨ ਹੈ ਸਾਧ ਸੰਗਤ ਜੀਓ, ਆਪਤ ਗਿਆਨ ਹੁੰਦਾ ਜਿਹੜਾ ਆਪਾਂ ਕਿਸੇ 'ਤੇ ਵਿਸ਼ਵਾਸ ਕਰਦੇ ਹਾਂ ਰਹਿਬਰ 'ਤੇ, ਉਹਦੀ ਗੱਲ ਦਾ ਆਪਾਂ ਨੂੰ ਮੰਨਣਾ ਪੈਂਦਾ, ਰੋਕਣਾ ਹੂ ਮੰਨਦੇ ਹੁੰਦੇ ਹਾਂ। ਤਾਂ ਗੁਰਬਾਣੀ ਆਪਤ ਗਿਆਨ ਹੈ ਸਾਡੇ ਵਾਸਤੇ। ਕਿਸੇ ਹੋਰਾਂ ਖਾਤਰ ਵੇਦ ਹੋਣਗੇ ਆਪਤ ਗਿਆਨ, ਉਪਨਿਸ਼ਦ ਹੋਣਗੇ, ਮੁਬਾਰਕ ਹੈ ਉਹਨਾਂ ਨੂੰ, ਪਰ ਸਾਡੇ ਵਾਸਤੇ ਜਿਹੜਾ ਗੁਰਬਾਣੀ ਹੈ, ਗੁਰੂਆਂ ਦੇ ਬਚਨ ਹੈ, ਇਹ ਆਪਤ ਗਿਆਨ ਹੈ। ਜਿਵੇਂ ਉਹਨਾਂ ਨੇ ਕਿਹਾ ਅਸੀਂ ਉਹਨੂੰ ਮੰਨਣਾ। ਮੰਨਣ ਦਾ ਕਾਰਨ ਵੀ ਹੈ। ਦੇਖੋ ਤਵੀ ਦੇ ਉੱਤੇ ਬੈਠ ਜਾਣਾ ਔਰ ਆਪਣਾ ਜਿਹੜਾ ਇੱਕ ਵਿਸ਼ਵਾਸ ਹੈ ਉਹ ਨਾ ਛੱਡਣਾ, ਬੜੀ ਸੌਖੀ ਗੱਲ ਸੀਗੀ। ਅੱਜ ਕੱਲ੍ਹ ਦੁਨੀਆ ਕਿਆ ਕਰਦੀ ਹੈ, ਜਦੋਂ ਜੀਭ ਹਿਲਾ ਦਿੰਦੀ ਹੈ ਕੋਈ ਗੱਲ ਕਹਿ ਕੇ, ਜੇ ਦਿਖਦਾ ਨਾ ਮੂਹਰੇ ਤੋਂ ਡੰਡਾ, ਨਹੀਂ ਜੀ ਨਹੀਂ, ਮੈਂ ਤਾਂ ਕਿਹਾ ਹੀ ਨਹੀਂ ਹੈ। ਤਾਂ ਗੁਰੂ ਸਾਹਿਬ ਦੇ ਅੱਗੇ ਤਾਂ ਉਹਨਾਂ ਨੇ ਖੋਲ੍ਹ ਕੇ ਰੱਖ ਦਿੱਤੀ ਸੀ ਬਾਤ ਵੀ, ਜਾਂ ਤਾਂ ਸਾਡੇ ਮੁਹੰਮਦ ਸਾਹਿਬ ਦੀ ਵਡਿਆਈ ਵਿੱਚ ਕੁਛ ਸਤਰਾਂ ਪਾ ਦਿਓ ਵਿੱਚ, ਨਹੀਂ ਫਿਰ ਡੈਥ ਵਾਸਤੇ ਤਿਆਰ ਹੋ ਜਾਓ।
ਉਹ ਕਹਿੰਦੇ ਭਾਈ ਅਸੀਂ ਤਿਆਰ ਹਾਂ, ਜੋ ਤੁਸੀਂ ਕਰਨਾ ਕਰ ਲਓ, ਜੋ ਸੱਚ ਤਾਂ ਉਹ ਲਿਖ ਦਿੱਤਾ, ਮੈਂ ਝੂਠ ਨਹੀਂ ਪਾ ਸਕਦਾ ਵਿੱਚ ਇਹਦੇ, ਖੋਟ ਨਹੀਂ ਪਾਈ ਜਾ ਸਕਦੀ। ਉਹ ਆਪਣਾ ਜਿਹੜਾ ਉਹਨਾਂ ਦਾ ਵਿਸ਼ਵਾਸ ਹੁੰਦਾ, ਇੱਕ ਨਿਸ਼ਚਾ ਹੁੰਦਾ, ਉਹ ਤੋਂ ਡੋਲਦੇ ਨਹੀਂ ਕਦੇ ਵੀ। ਤਾਂ ਬਾਬਾ ਨਾਮਦੇਵ ਜੀ ਜਦੋਂ ਧੱਕੇ ਵੱਜ ਗਏ, ਉਦੋਂ ਬੈਠੇ ਆ ਫਿਰ ਪਰਮਾਤਮਾ ਦੇ ਨਾਲ ਬੈਠੇ ਗਿਲਾ ਕਰ ਰਹੇ ਵੀ ਆ ਜਾ ਹੁਣ, ਆਉਣਾ ਪਿਆ। ਤਾਂ ਫਿਰ ਕਿਸੇ ਨੇ ਪੁੱਛ ਲਿਆ ਵੀ ਫਿਰ ਜਦ ਇੰਨੇ ਤਸੀਹੇ ਰਾਜੇ ਦੀ ਜੇਲ੍ਹ ਵਿੱਚ ਝੱਲੇ, ਫਿਰ ਹੁਣ ਤੁਸੀਂ ਗਿਲਾ ਇੰਨਾ ਕਿਉਂ ਕਰਿਆ ਪਰਮਾਤਮਾ ਨਾਲ, ਉਦੋਂ ਕਿਉਂ ਨਹੀਂ ਕਰਿਆ? ਬੜਾ ਦਿਲਚਸਪ ਸਵਾਲ ਹੈ। ਜਵਾਬ ਇਹ ਹੈ ਸਾਧ ਸੰਗਤ ਜੀਓ, ਵੀ ਬਾਬਾ ਨਾਮਦੇਵ ਜੀ ਕਹਿੰਦੇ ਵੀ ਜਦੋਂ ਮੈਂ ਜੇਲ੍ਹ ਵਿੱਚ ਸੀ ਰਾਜੇ ਦੀ, ਉਦੋਂ ਮੇਰੇ ਸਰੀਰ ਨੂੰ ਯਾਤਨਾ ਸੀਗੀ ਉਹਨਾਂ ਦੀ ਦਿੱਤੀ ਹੋਈ, ਪਰ ਇੱਥੇ ਮੇਰੇ ਅੰਦਰ ਜਿਹੜਾ ਇਸ਼ਟ ਹੈ ਵਾਹਿਗੁਰੂ, ਮੈਂ ਉਹਦੇ ਹੀ ਘਰ ਤੋਂ, ਮੰਦਰ ਤੋਂ ਧੱਕੇ ਖਾਵਾਂ, ਯਾਨੀ ਆਪਣੇ ਇਸ਼ਟ ਦੇ ਘਰੋਂ ਹੀ ਧੱਕੇ ਖਾਵਾਂ ਔਰ ਆਪਣੇ ਇਸ਼ਟ ਨੂੰ ਤੰਗ ਕਰਾਂ, ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਬਹੁਤ ਗਹਿਰੀ ਗੱਲ ਹੈ। ਇਹਦੇ 'ਚ ਮੇਰੀ ਆਤਮਾ ਦੇ ਦੁੱਖ ਸ਼ਾਮਲ ਹੈ। ਉਦੋਂ ਮੇਰੇ ਸਰੀਰ ਨੂੰ ਤਕਲੀਫ ਸੀ ਸਿਰਫ ਰਾਜੇ ਦੀ ਕੈਦ 'ਚ। ਮੈਨੂੰ ਤਾਂ ਇਸ ਗੱਲ ਦਾ ਅਫਸੋਸ ਹੈ ਵੀ ਮੈਂ ਆਪਣੇ ਇਸ਼ਟ ਦੇ ਘਰੋਂ ਹੀ ਮੈਨੂੰ ਧੱਕੇ ਵੱਜੇ, ਕਿਉਂਕਿ ਇਹ ਸਮਝਿਆ ਜਾਂਦਾ ਵੀ ਮੰਦਰ ਵਿੱਚ ਪਰਮਾਤਮਾ ਰੱਬ ਹੈ, ਤਾਂ ਅੰਦਰ ਵੀ ਰੱਬ ਹੈ। ਤਾਂ ਆਪਣੇ ਇਸ਼ਟ ਦੇ ਘਰੋਂ ਹੀ ਆਪਣੇ ਇਸ਼ਟ ਨੂੰ ਧੱਕੇ ਮਿਲਾਉਣੇ, ਖਾਣੇ, ਇਹ ਗੱਲ ਕਹਿੰਦੇ ਜੀ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ। ਇਹ ਵਾਹਿਗੁਰੂ ਜੀ, ਉਹ ਬੀਠਲ ਕਹਿੰਦੇ ਸੀ ਵੈਸੇ ਪਰਮਾਤਮਾ ਨੂੰ, ਹੇ ਬੀਠਲਾ ਆ ਜਾ ਹੁਣ, ਦੇ ਦੇ ਦਰਸ਼ਨ, ਕਰਦੇ ਇਹਨਾਂ ਨੂੰ ਗਿਆਨ ਦੇ ਦੇ, ਇਹਨਾਂ ਨੂੰ ਪਤਾ ਨਹੀਂ ਜੋ ਇਹ ਕਰ ਰਹੇ ਹੈ। ਔਰ ਪਰਮਾਤਮਾ ਨੂੰ ਆਉਣਾ ਪਿਆ। ਇਹ ਹੈ ਬਾਬਾ ਨਾਮਦੇਵ ਜੀ ਦੀ ਬਾਤ। ਸਾਧ ਸੰਗਤ ਜੀਓ, ਜਿਹੜੀਆਂ 18 ਸਿੱਧੀਆਂ ਹੈ, ਉਹਨਾਂ ਦੇ ਵਿੱਚ ਇੱਕ ਪਰਾਕਾਇਆ ਸਿੱਧੀ ਹੁੰਦੀ ਹੈ। ਵੈਸੇ ਸਾਇੰਸ ਵਾਲੇ ਤਾਂ ਸ਼ਾਇਦ ਸਿੱਧੀਆਂ ਨੂੰ ਮੰਨਦੇ ਵੀ ਨਹੀਂ ਹੋਣਾ, ਪੜ੍ਹੇ ਹੋਏ ਤਾਂ ਅਸੀਂ ਵੀ ਸਾਇੰਸ ਹੈ, ਪਰ ਸਾਨੂੰ ਗੁਰਬਾਣੀ ਕਰਕੇ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ। ਅਦਰਵਾਈਜ਼ ਬੁੱਧੀ ਜਿਹੜੀ ਸਾਇੰਸ ਪੜ੍ਹੀ ਹੋਈ ਹੈ, ਉਹ ਮੰਨਦੀ ਨਹੀਂ ਇਹਨਾਂ ਚੀਜ਼ਾਂ ਨੂੰ। ਪਰਾਕਾਇਆ ਕਿਆ ਹੁੰਦੀ ਹੈ? ਪਰਾਕਾਇਆ ਹੁੰਦਾ ਹੈ ਆਪਣੇ ਆਪ ਨੂੰ ਇੰਨਾ ਮਹੀਨ ਕਰਕੇ ਦੂਜੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਣਾ। ਸਿੱਧ ਲੋਕ ਕਰਦੇ ਸੀ ਇਸ ਤਰ੍ਹਾਂ। ਇਹ ਵੀ ਤਪੱਸਿਆ ਦੇ ਨਾਲ ਆਉਂਦੀਆਂ ਇਹ ਚੀਜ਼ਾਂ, ਕੋਈ ਸੌਖੀਆਂ ਨਹੀਂ ਹੈ। ਕਾਲਾ ਇਲਮ ਹੈ, ਰੱਬ ਤੋਂ ਦੂਰ ਦਾ ਰਸਤਾ ਵੈਸੇ ਇਹ ਹੈ, ਪਰ ਉਹਦੇ ਹੁਕਮ ਵਿੱਚ। ਸਿੱਧੀਆਂ ਵੀ ਉਹਦੇ ਹੁਕਮ ਵਿੱਚ ਹੈ। ਇਹ ਰਿੱਧੀਆਂ ਸਿੱਧੀਆਂ ਤਾਂ ਪਿੱਛੇ ਲੱਗੀਆਂ ਫਿਰਦੀਆਂ ਭਗਤਾਂ ਦੇ। ਨਵਨਿਧ 18 ਸਿੱਧੀ ਪਿੱਛੇ ਲੱਗੀਆਂ ਫਿਰੈਂ, ਜੋ ਹਰ ਹਿਰਦੈ ਸਦਾ ਵਸਾਏ। ਇਹ ਨਹੀਂ ਹੈ ਵੀ ਇਹ ਨਹੀਂ ਹੈ, ਸਾਡੀ ਪਹੁੰਚ ਨਹੀਂ ਹੈ। ਅਸੀਂ ਜੇ ਪ੍ਰੈਕਟਿਸ ਕਰਕੇ ਉਸ ਤਰ੍ਹਾਂ ਕਿਸੇ ਸਿੱਧ ਤੋਂ ਪੁੱਛਾਂਗੇ ਤਾਂ ਸਾਨੂੰ ਵੀ ਆ ਸਕਦੀਆਂ, ਪਰ ਇਹ ਰਸਤਾ ਰੱਬ ਤੋਂ ਦੂਜਾ, ਰਿੱਧ ਸਿੱਧ ਅਵਰਾ ਸਾਧ ਹੈ। ਤੋ ਜਿਹੜੀ ਪ੍ਰਕਾਇਆ ਹੈ, ਦੂਜੇ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਣਾ, ਹੈ ਤਾਂ ਇਹ ਗੱਲ ਬਹੁਤ ਔਖੀ ਹੈ। ਪਰ ਸਿੱਧ ਜਿਹੜੇ ਪ੍ਰੈਕਟਿਸ ਕਰਦੇ ਸੀਗੇ, ਜਿਨ੍ਹਾਂ ਨੂੰ ਬਾਬਿਆਂ ਨੇ ਗਿਆਨ ਦਿੱਤਾ ਹੈ, ਉਹ ਇਹ ਗੱਲਾਂ ਕਰਦੇ ਸੀਗੇ। ਜਦੋਂ ਪਰਮਾਤਮਾ ਕਿਸੇ ਸੰਤ ਦੇ, ਗੁਰੂ ਸਾਹਿਬਾਨਾਂ ਦੇ ਹਿਰਦੇ ਵਿੱਚ ਪ੍ਰਵੇਸ਼ ਕਰਿਆ, ਬੋਲਿਆ ਉਹਨਾਂ ਦੇ ਅੰਦਰੋਂ, ਉਹ ਪ੍ਰਕਾਇਆ ਹੀ ਸਿੱਧੀ ਹੈ। ਪਰਮਾਤਮਾ ਕੋਲ ਤਾਂ ਸਾਰੀਆਂ ਹੀ ਸਿੱਧੀਆਂ ਰਿੱਧੀਆਂ, ਜੋ ਕੁਛ ਵੀ ਹੈ ਸਭ ਪਰਮਾਤਮਾ ਹੀ ਹੈ। ਇਹ ਤਾਂ ਇੱਕ ਛੋਟੀ ਗੱਲ ਹੈ ਸਿੱਧੀ, ਇੱਕ ਬੰਦਾ ਸਿੱਖ ਲਵੇ ਪ੍ਰਕਾਇਆ ਸਿੱਧੀ। ਪਰਮਾਤਮਾ ਤਾਂ ਸਰਬ ਸ਼ਕਤੀਮਾਨ ਹੈ, ਉਹ ਤਾਂ ਹਰਨ ਭਰਨ ਜਾਂ ਕਾ ਨੇਤਰ ਫੋਰ, ਸਾਰੀ ਦੁਨੀਆ ਦੇ ਖਜ਼ਾਨੇ ਉਹੀ ਹੈ, ਨਿਧਾਨ ਹੈ ਉਹ। ਹੀਰੇ ਮੋਤੀ ਰਤਨ ਜਵਾਹਰ ਸਭ ਉਸੇ ਦੇ ਤਾਂ ਹੈ, ਸਾਰੀਆਂ ਸਿੱਧੀਆਂ ਉਸੇ ਦੀਆਂ, ਰਿੱਧੀਆਂ ਉਸੇ ਦੀਆਂ। ਤੋ ਇੱਕ ਉਹਨਾਂ 'ਚੋਂ ਪ੍ਰਕਾਇਆ। ਪ੍ਰਕਾਇਆ ਦੂਜੇ ਦੇ ਹਿਰਦੇ 'ਚ ਪ੍ਰਵੇਸ਼ ਕਰ ਜਾਣਾ। ਤੋ ਭਗਤਾਂ ਦੇ ਅੰਦਰ ਵੀ ਪਰਮਾਤਮਾ ਪ੍ਰਵੇਸ਼ ਕਰਿਆ ਹੋਇਆ ਹੁੰਦਾ, ਪ੍ਰਗਟ ਹੋਇਆ ਵਾ ਹੁੰਦਾ। ਹਾਲਾਂਕਿ ਸਭ ਦੇ ਡੋਰਮੈਂਟ ਸਟੇਜ 'ਚ, ਹਰ ਪ੍ਰਾਣੀ ਮਾਤਰ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ, ਨਾਮ ਹਰ ਇੱਕ ਦੇ ਅੰਦਰ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਉਹਦੀ ਕੋਈ ਵਿਧੀ ਹੈ ਕੱਢਣ ਦੀ ਬਾਹਰ। ਖੂਹ 'ਚੋਂ ਲੱਜੂ ਬੰਨ੍ਹ ਕੇ, ਰੱਸਾ ਬੰਨ੍ਹ ਕੇ ਆਪਾਂ ਪਾਣੀ ਦਾ ਘੜਾ ਜਾਂ ਬਾਲਟੀ ਬਾਹਰ ਕੱਢ ਲੈਂਦੇ। ਪਰਮਾਤਮਾ ਨੂੰ ਜੇ ਪ੍ਰਗਟ ਕਰਨਾ ਹੈ, ਬਾਹਰ ਕੱਢਣਾ ਹੈ, ਤਾਂ ਫਿਰ ਸੰਗਤ ਵਿੱਚ ਜਾ ਕੇ ਸ਼ਬਦ ਦੇ ਨਾਲ, ਸ਼ਬਦ ਦੀ ਰੱਸੀ ਬਣਾਉਣੀ ਪਊਗੀ। ਭਗਤਾਂ ਨੇ ਕਰਿਆ ਇਹ ਕੰਮ। 35 ਮਹਾਂਪੁਰਖਾਂ ਦੇ ਅੰਦਰੋਂ ਪਰਮਾਤਮਾ ਪ੍ਰਗਟ ਹੋਇਆ ਵਾ ਸੀਗਾ। ਹੋਂ ਆਪੋਂ ਬੋਲ ਨਾ ਜਾਣਦਾ, ਉਹ ਆਪ ਨਹੀਂ ਸੀ ਬੋਲ ਰਹੇ, ਉਹਨਾਂ ਦੇ ਅੰਦਰੋਂ ਉਹੀ ਦੈਵੀ ਜੋਤ ਬੋਲ ਰਹੀ ਸੀ, ਪਰਮਾਤਮਾ ਦੀ ਪ੍ਰਗਟ ਹੋਏ ਵੇ ਸੀਗੇ।
ਤੋ ਸਾਧ ਸੰਗਤ ਜੀ ਉਹ ਵਿਚਾਰ ਕਰਦਿਆਂ ਕਈ ਵਾਰ ਕੋਈ ਅਪਸ਼ਬਦ ਨਿਕਲ ਜਾਂਦਾ ਹੈ, ਕਿਉਂਕਿ ਦੁਨੀਆ ਦੇ ਵਿੱਚ ਇੱਕ ਜੀ ਬੁੱਧੀ ਨਹੀਂ ਹੈ ਸਭ ਦੀ, ਨਾ ਹੀ ਇੱਕ ਜਿਹਾ ਲੈਵਲ ਹੈ ਸੋਚਣ ਦਾ। ਦਾਸਰੇ ਤੋਂ ਬਹੁਤ ਜ਼ਿਆਦਾ ਮਹਾਨ ਰੂਹਾਂ ਵੀ ਬੈਠੀਆਂ ਸਿੱਖ ਜਗਤ ਵਿੱਚ, ਕੁਛ ਨੈਚੁਰਲੀ ਪਿੱਛੇ ਵੀ ਹੋਣਗੇ। ਹੁਣ ਸਾਰਿਆਂ ਨੇ ਜਦੋਂ ਇਹ ਬਾਤ ਸੁਣਨੀ ਹੈ ਤਾਂ ਕਿਸੇ ਨੇ ਉਹਨੂੰ ਕਿਸੇ ਐਂਗਲ ਤੋਂ ਲੈਣਾ, ਕਿਸੇ ਨੇ ਕਿਸੇ ਐਂਗਲ ਤੋਂ ਲੈਣਾ। ਸੁਣਨ ਵਾਲੇ ਦੀ ਪਰਸੈਪਸ਼ਨ ਆਪਣੀ ਹੁੰਦੀ ਹੈ। ਬੋਲਣ ਵਾਲੇ ਦੇ ਅੰਦਰ ਇੱਕ ਖਿਆਲ ਹੁੰਦਾ, ਸੁਣਨ ਵਾਲੇ ਭਾਵੇਂ ਉਹਨੂੰ 10 ਖਿਆਲ ਸਮਝ ਲੈਣ। ਸਮਝਦੇ ਆ ਲੋਕ, ਇੱਦਾਂ ਕਰਦੇ ਆ। ਗੁਰਬਾਣੀ ਦਾ ਇੱਕ ਖਿਆਲ ਹੈ, ਸੌਟ ਹੈ ਸਾਰਾ। ਜਦ ਵੀ ਕੋਈ ਮਹਾਂਪੁਰਸ਼ ਬੋਲਦਾ, ਕੋਈ ਬੰਦਾ ਵੀ ਬੋਲਦਾ, ਚਾਹੇ ਉਹਦੇ ਮਨ 'ਚ ਇੱਕ ਖਿਆਲ ਹੁੰਦਾ, ਦੋ ਹੋ ਨਹੀਂ ਸਕਦੇ ਜਦ ਬੋਲਦਾ। ਲੇਕਿਨ ਆਪਾਂ ਜਿੰਨੇ ਵੀ ਗੁਰਬਾਣੀ ਪੜ੍ਹਦੇ ਹਾਂ ਸਭ ਨੇ ਅਲੱਗ ਅਲੱਗ ਕਰਿਆ ਹੋਇਆ। ਟਕਸਾਲਾਂ ਵਾਲੇ ਭਰਾ ਹੋਰ ਤਰ੍ਹਾਂ ਸੋਚਦੇ ਆ, ਮਿਸ਼ਨਰੀ ਹੋਰ ਤਰ੍ਹਾਂ ਸੋਚਦੇ ਆ, ਕਈ ਹੋਰ ਇਸ ਤਰ੍ਹਾਂ ਸੋਚਦੇ ਆ। ਬਿਲਕੁਲ। ਤੋ ਸੁਣਨ ਵਾਲੇ ਦੀ ਪਰਸੈਪਸ਼ਨ ਅਲੱਗਾ ਹੋ ਸਕਦੀ ਹੈ। ਇਸੀ ਕਰਕੇ ਵਿਆਕਰਨ ਪਾਇਆ ਹੋਇਆ ਗੁਰੂ ਸਾਹਿਬ ਨੇ, ਵੀ ਦੋ ਜਾਂ ਤਿੰਨ ਰਸਤੇ ਬਣਾ ਲਿਓ, ਗੱਲ ਇੱਕੋ ਹੀ, ਥੋਟ ਇੱਕੋ ਹੀ ਹੈ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕੋ ਹੀ ਵਿਚਾਰ ਹੁੰਦੀ ਪਿੱਛੇ ਦਿੱਤੀ ਹੋਈ। ਅਸੀਂ ਭਾਵੇਂ ਸੋਚਣ ਵਿੱਚ ਸਮਝਣ ਵਿੱਚ ਉਹਨੂੰ ਕਿੰਨੇ ਹੀ ਬਣਾ ਲਈਏ, ਉਹ ਸਾਡੀ ਆਪਣੀ ਪਰਸੈਪਸ਼ਨ ਹੈ ਬੁੱਧੀ ਦੀ। ਗੁਰੂ ਸਾਹਿਬ ਦਾ ਤਾਂ ਇੱਕੋ ਹੀ ਖਿਆਲ ਹੁੰਦਾ ਜੋ ਜੀ ਗੱਲ ਉਹ ਕਹਿ ਰਹੇ ਹੈ। ਇਸੀ ਕਰਕੇ ਜਿਹੜੇ ਔਂਕੜ ਦਲੈਂਕੜ ਸਿਆਰੀ ਬਿਆਰੀ ਉਹਨਾਂ ਨੇ ਇਹ ਗੁਰਬਾਣੀ 'ਚ ਪਾਈ ਹੈ, ਜਦ ਕਿ ਦੁਨੀਆ ਦੇ ਕਿਸੇ ਵੀ ਗ੍ਰੰਥ 'ਚ ਨਹੀਂ ਹੈ। ਇਹ ਵਿਲੱਖਣਤਾ ਹੈ। ਇੰਨਾ ਕਮਾਲ ਸਾਹਿਤਕਾਰੀ ਦਾ, ਬ੍ਰਹਮ ਗਿਆਨ ਦਾ ਨਹੀਂ ਹੈ ਕਿਧਰੇ ਵੀ ਅਵੇਲੇਬਲ। ਇੱਕਣ ਮੱਖਣ ਕੱਢ ਕੇ ਰੱਖਿਆ ਹੋਇਆ, ਸਾਰੇ ਗ੍ਰੰਥ ਪਵਿੱਤਰ ਹੈ। ਟੋਇਨਬੀ ਨੇ ਇਸੇ ਕਰਕੇ ਕਿਹਾ ਸੀਗਾ, ਟੋਇਨਬੀ ਆਪ ਜੀ ਨੂੰ ਗਿਆਤ ਹੋਊਗਾ, ਇੱਕ ਇਤਿਹਾਸਕਾਰ ਸੀ। UN ਵੱਲੋਂ ਡਿਊਟੀ ਲੱਗੀ ਹੈ, ਅਜੋਕੇ ਸਮੇਂ ਦੀ ਉਹ ਗੱਲ ਹੈ, ਬਹੁਤੀ ਦੇਰ ਦੀ ਗੱਲ ਨਹੀਂ ਹੈ, ਵੀ ਤੁਸੀਂ ਸਾਰੇ ਧਰਮਾਂ ਦਾ ਅਧਿਐਨ ਕਰਕੇ ਸਾਰੇ ਧਰਮਾਂ ਦੇ ਬਾਰੇ 'ਚ ਲਿਖੋ, ਉਹਨਾਂ ਦੇ ਧਾਰਮਿਕ ਗ੍ਰੰਥਾਂ ਬਾਰੇ ਲਿਖੋ। ਉਹਨੇ ਅਧਿਐਨ ਕਰਿਆ, ਕਈ ਸਾਲ ਲਿਖਿਆ। ਉਸ ਤੋਂ ਬਾਅਦ ਕਿਸੇ ਲੇਡੀ ਨੇ ਉਹਨੂੰ ਪੁੱਛ ਲਿਆ, ਬਈ ਜੀ ਤੁਸੀਂ ਸਾਰਿਆਂ ਧਰਮਾਂ ਦਾ ਅਧਿਐਨ ਕਰਿਆ, ਸਭ ਤੋਂ ਜ਼ਿਆਦਾ ਵਧੀਆ ਧਾਰਮਿਕ ਗ੍ਰੰਥ ਕਿਹੜਾ ਲੱਗਿਆ? ਜਵਾਬ ਸੁਣੋ। ਟੋਇਨਬੀ ਕਹਿੰਦਾ ਹੈ, ਜਿੰਨੇ ਵੀ ਧਾਰਮਿਕ ਗ੍ਰੰਥ ਹੈ, ਆਲ ਰਿਲੀਜੀਅਸ ਬੁੱਕਸ ਕੰਟੇਨ ਟਰੂਥ, ਸਾਰਿਆਂ ਵਿੱਚ ਸੱਚ ਹੈ, ਬਟ ਗੁਰੂ ਗ੍ਰੰਥ ਕੰਟੇਨਸ ਫੁੱਲਨੈਸ ਆਫ ਟਰੂਥ। ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚ ਦੀ ਭਰਮਾਰ ਹੈ, ਸਮੁੱਚਾ ਸੱਚ ਹੈ, ਫੁੱਲਨੈਸ। ਸੱਚ ਸਾਰਿਆਂ 'ਚ ਹੈ, ਆਲੇ ਦੁਆਲੇ ਪੜੇਥਣ ਲੱਗਿਆ ਹੋਇਆ, ਵਿੱਚ ਲੁਕਿਆ ਵਾ ਹੁੰਦਾ। ਅਤੇ ਗੁਰਬਾਣੀ ਦੇ ਵਿੱਚ ਉਹ ਮੱਖਣ ਦੇ ਰੂਪ 'ਚ ਕੱਢਿਆ ਪਿਆ, ਉਹ ਦੁੱਧ ਹੈ, ਇਹ ਮੱਖਣ ਹੈ। ਬਾਕੀ ਧਾਰਮਿਕ ਗ੍ਰੰਥ ਵੀ ਪਵਿੱਤਰ ਹੈ, ਸਤਿਕਾਰਤ ਹੈ, ਉਹ ਦੁੱਧ ਹੈ, ਇੱਧਰ ਮੱਖਣ ਕੱਢਿਆ ਪਿਆ ਦੁੱਧ 'ਚੋਂ। ਇਹ ਟੋਇਨਬੀ ਦਾ ਖਿਆਲ ਹੈ, ਅੰਗਰੇਜ਼ ਦਾ। ਔਰ ਨਾਲ ਲੱਗਦਾ ਹੀ ਸਵਾਲ ਉਸ ਲੇਡੀ ਨੇ ਫੇਰ ਦਾਗ ਦਿੱਤਾ, ਵੀ ਸਭ ਤੋਂ ਵਧੀਆ ਮਨੁੱਖ ਕਿਹੜੇ ਧਰਮ ਦਾ ਲੱਗਿਆ ਤੁਹਾਨੂੰ? ਹੈ ਤਾਂ ਉਹ ਅੰਗਰੇਜ਼ ਸੀਗਾ, ਸਿੱਖ ਵੀ ਨਹੀਂ ਸੀਗਾ ਉਹ। ਉਹ ਕਹਿੰਦਾ ਜੀ, ਉਹ ਸਿੱਖ ਜਿਹਨੇ ਕੇਸ ਰੱਖੇ ਵੇ ਹੋਵੇ, ਦਾੜਾ ਪ੍ਰਕਾਸ਼ ਕਰਿਆ ਹੋਵੇ, ਉਹ ਸਭ ਤੋਂ ਵਧੀਆ ਲੱਗਦਾ ਮੈਨੂੰ। ਅਗਲਾ ਸਵਾਲ ਫੇਰ ਕਰ ਦਿੱਤਾ, ਵੀ ਸਭ ਤੋਂ ਕੋਝਾ ਮਨੁੱਖ ਅਗਲੀ ਕਿਹੜਾ ਹੁੰਦਾ? ਕਹਿੰਦਾ ਜੀ, ਉਹ ਸਿੱਖ ਜਿਹਨੇ ਦਾੜੀ ਟ੍ਰਿਮ ਕਰੀ ਵੀ ਹੁੰਦੀ, ਕੇਸ ਕਤਲ ਕਰੇ ਵੀ ਹੁੰਦੇ, ਉਹ ਸਭ ਤੋਂ ਕੋਝਾ ਮਨੁੱਖ ਹੁੰਦਾ। ਹੁਣ ਆਪ ਜੀ ਆਪ ਸਮਝ ਲਿਓ, ਜਿਹੜੇ ਕਈ ਕੇਸਾਂ ਨੂੰ ਰੱਖਣਾ ਨਹੀਂ ਚਾਹੁੰਦੇ, ਉਂਝ ਗੁਰਬਾਣੀ ਦੀਆਂ ਗੱਲਾਂ ਕਰਦੇ ਆ, ਧਾਰਮਿਕਤਾ ਦੀਆਂ ਗੱਲਾਂ ਕਰਦੇ ਆ। ਮੁਬਾਰਕ ਹੈ ਉਹਨਾਂ ਨੂੰ ਜੋ ਸੋਚਦੇ ਆ। ਉਹ ਇਹ ਵੀ ਕਹਿੰਦੇ ਆ ਵੀ ਕੇਸਾਂ 'ਚ ਕਿਹੜੇ ਰੱਬ ਰੱਖਿਆ ਹੋਇਆ। ਇਹੋ ਜਿਹੀਆਂ ਗੱਲਾਂ ਬਹੁਤ ਦਾਸਰੇ ਨਾਲ ਵੀ ਟੈਲੀਫੋਨ ਹੁੰਦੇ ਰਹਿੰਦੇ, ਪਰ ਜੋ ਟੋਇਨਬੀ ਨੇ ਕਿਹਾ ਉਹ ਆਪ ਜੀ ਨਾਲ ਸਾਂਝਾ ਕਰਿਆ। ਔਰ ਗੁਰੂ ਮਹਾਰਾਜ ਦਾ ਹੁਕਮ ਵੀ ਇਹੀ ਹੈ ਵੀ ਕੇਸਾਂ ਦਾ ਕਤਲ ਨਹੀਂ ਕਰਨਾ। ਇਹ ਕੋਈ ਦਸ਼ਮੇਸ਼ ਜੀ ਨੇ ਨਹੀਂ ਕਹੀ ਗੱਲ, ਇਹ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਪਹਿਲਾਂ ਹੀ ਕਹਿ ਦਿੱਤੀ ਸੀ, ਵੀ ਮਰਦਾਨਿਆਂ, ਨੀਰੂ ਭਾਈ ਨੀਰੂ ਦੇ ਜਵਾਬ 'ਚ, ਵੀ ਮਰਦਾਨਿਆਂ, ਇੱਕ ਤਾਂ ਕੇਸਾਂ ਦਾ ਕਤਲ ਨਹੀਂ ਕਰਨਾ, ਇੱਕ ਆਏ ਗਏ ਅਭਿਆਗਤ ਦੀ ਸੇਵਾ ਕਰਨੀ, ਇੱਕ ਸਤਨਾਮ ਦਾ ਜਾਪ ਕਰਨਾ, ਇਹ 3 ਕਰਮ ਕਰਨੇ। ਔਰ ਜਨਮ ਸਾਖੀ 'ਚ ਆਉਂਦਾ ਸਾਧ ਸੰਗਤ ਜੀਓ, ਬਈ ਮਰਦਾਨਾ ਜੀ ਵੀ ਨਾਮਦਾਨ ਦੇਣ ਦੇ ਅਧਿਕਾਰੀ ਸੀਗੇ ਉਸ ਟਾਈਮ, ਚਰਨ ਪਹਲ ਹੁੰਦੀ ਸੀ ਉਦੋਂ। ਹੁਣ ਇਹ ਤਾਂ ਚਲੋ ਵਿਸ਼ਾ ਹੈ ਵਿਦਵਾਨਾਂ ਦਾ, ਪਰ ਇਹ ਆਉਂਦਾ ਹੈ ਲਿਖਤ ਵਿੱਚ। ਕਿਉਂਕਿ ਜਿਹੜਾ ਬੰਦਾ ਪਰਮਾਤਮਾ ਨੂੰ ਪ੍ਰਾਪਤ ਹੋ ਜਾਏ, ਉਹਦੇ ਅੰਦਰ ਪ੍ਰਗਟ ਹੋ ਜਾਏ, ਚੌਥਾ ਗੁਣ ਬਣ ਜਾਏ ਉਹਦਾ,
ਉਹ ਫਿਰ ਉਹਨੂੰ ਤਾਂ ਮਾਨਤਾ ਗੁਰੂ ਨਾਨਕ ਸਾਹਿਬ ਉਹਦੇ ਚਰਨਾਂ ਦੇ ਪੈਣ ਦੀ ਬਾਤ ਕਰਦੇ ਆ, ਚਰਨ ਚੱਟਣ ਤੱਕ ਦੀ ਗੱਲ ਵੀ ਹੈ ਗੁਰਬਾਣੀ 'ਚ, ਨਾਨਕ ਤਿਸ ਪੱਗ ਚੱਟ ਹੈ। ਜਿਹੜਾ ਬੰਦਾ ਉਸ ਅਵਸਥਾ 'ਚ ਪਹੁੰਚ ਗਿਆ, ਮਹਾਂਪੁਰਸ਼ ਬਣ ਗਿਆ, ਉਹਦੀ ਤਾਂ ਇੰਨੀ ਮਾਨਤਾ ਹੈ ਵੀ ਗੁਰੂ ਸਾਹਿਬ ਖੁਦ ਉਹਦੇ ਚਰਨਾਂ 'ਚ ਝੁਕਣ ਦੀ ਗੱਲ ਕਰਦੇ ਆ, ਔਰ ਝੁਕੇ। ਬਾਬੇ ਲਹਿਣਾ ਦੇ ਚਰਨਾਂ 'ਚ ਮੱਥਾ ਨਹੀਂ ਟੇਕਿਆ ਗੁਰੂ ਨਾਨਕ ਪਾਤਸ਼ਾਹ ਨੇ ਜਦ ਗੁਰਿਆਈ ਦਿੱਤੀ। ਔਰ ਉਹੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਝੁਕੇ ਬਾਅਦ 'ਚ। ਵਡਿਆਈ ਨਾਮ ਦੀ ਹੈ, ਸਰੀਰਾਂ ਦੀ ਨਹੀਂ ਹੈ। ਬੁੱਧੀ ਸਰੀਰਾਂ ਨੂੰ ਬੜਾ ਕਰਦੀ ਹੈ, ਬੁੱਧੀ ਨੂੰ ਬੜਾ ਕਰਦੀ ਹੈ, ਲੇਕਿਨ ਜਿਹੜੇ ਗੁਰਮਤਿ ਹੈ ਇਹ ਬ੍ਰਹਮ ਗਿਆਨ ਨੂੰ ਬੜਾ ਕਰਦੀ ਹੈ, ਜਿਹੜਾ ਕਿ ਸਾਡੀ ਸਮਝ ਤੋਂ ਉੱਪਰ ਹੈ, ਯਾਨੀ ਜਿਹੜਾ ਸਾਡੇ ਬੁੱਝਣੇ 'ਚ ਨਹੀਂ ਆ ਸਕਦਾ। ਅਬੂਝ ਇਸੀ ਕਰਕੇ ਸ਼ਬਦ ਆਇਆ, ਹੇ ਵਾਹਿਗੁਰੂ ਜੀ ਤੁਸੀਂ ਅਬੂਝ, ਸਾਨੂੰ ਸੰਗਤ ਨੂੰ ਮਿਲਾ ਦਿਓ, ਗੁਰੂ ਨੂੰ ਮਿਲਾ ਦਿਓ, ਤਾਂ ਕਿ ਸਾਨੂੰ ਵੀ ਬੁੱਝਣਾ ਆ ਜਾਏ। ਬੰਦਾ ਭਾਵੇਂ ਸਮਝੀ ਜਾਂਦਾ ਅਕਲ ਦੇ ਨਾਲ ਵੀ ਮੈਂ ਤਾਂ ਸਭ ਕੁਝ ਜਾਣਦਾ, ਹੁਣ ਬਾਣੀ ਪੜ੍ਹ ਲਈ ਬਹੁਤ ਵਧੀਆ, ਮੈਨੂੰ ਤਾਂ ਹੁਣ ਆਉਂਦੀ ਹੈ ਸਾਰੀ ਬਾਣੀ। ਨਹੀਂ ਨਹੀਂ, ਬਾਣੀ ਇਹ ਠੀਕ ਹੈ, ਬਾਣੀ ਪੜ੍ਹਨੀ ਕੰਠ ਕਰਨੀ ਬੜਾ ਅੱਛਾ ਉੱਦਮ ਹੈ, ਪਰ ਇਸ ਤੋਂ ਅਗਲੀ ਗੱਲ ਹੈ ਫਿਰ ਜਿਹੜੀ ਲੁਕਮੀ ਗੱਲ ਹੈ ਉਹ ਹੈਗੀ ਬੁੱਝਣੇ ਵਾਲੀ। ਬਿਹਾਈਂਡ ਦਾ ਲਾਈਨ ਬਾਤ ਕਿਆ ਹੈ, ਉਹ ਮਹਾਰਾਜ ਦਵੇ ਸਾਨੂੰ, ਕਿਰਪਾ ਕਰ ਦੇਵੇ, ਜੇ ਪੂਰੀ ਕਿਰਪਾ ਕਰ ਦੇਵੇ। ਕਿਰਪਾ ਤਾਂ ਕੰਠ ਕਰਨੇ ਵਾਲੇ ਪਰ ਵੀ ਹੁੰਦੀ ਹੈ, ਕਿਰਪਾ ਰੋਜ਼ ਬਾਣੀ ਪੜ੍ਹਨੇ ਵਾਲੇ ਪਰ ਵੀ ਹੈ, ਤਾਂ ਹੀ ਪੜ੍ਹਦਾ, ਨਹੀਂ ਤਾਂ ਬਾਹਰ ਬੈਠੇ ਜੜਦੇ ਮਰਦੇ ਹੁੰਦੇ ਲੋਕ ਖੁੰਡਾਂ ਪਰ ਬੈਠੇ, ਔਰ ਕਮੈਂਟ ਕਰਦੇ ਹੁੰਦੇ ਵੀ ਲੈ ਗੁਰਦੁਆਰੇ 'ਚ ਕਿਆ ਰੱਖਿਆ, ਮੰਦਿਰਾਂ 'ਚ ਮਨ ਸਾਫ਼ ਚਾਹੀਦਾ, ਐਂ ਕਹਿੰਦੇ ਸੁਣੇ ਦੱਸਦੇ ਨੇ, ਮਨ ਸਾਫ਼ ਚਾਹੀਦਾ। ਔਰ ਐਂ ਗੱਲਾਂ ਕਰਦੇ ਵੀ ਜਾਣੀ ਉਹਨਾਂ ਸਾਰਿਆਂ ਦਾ ਮਨ ਸਾਫ਼ ਹੈ, ਉੱਥੇ ਜਿਹੜੇ ਗੱਪਾਂ ਮਾਰਦੇ ਹੁੰਦੇ ਬੈਠੇ, ਜਣੇ ਕਾਣੇ ਦੀ ਨਿੰਦਿਆ ਕਰਦੇ, ਜਿਹੜਾ ਕੋਈ ਕੋਲ ਨੂੰ ਲੰਘ ਗਿਆ। ਗੁਰਦੁਆਰੇ ਵਾਲਿਆਂ ਪਰ ਤਾਂ ਖਾਸ ਤਵਾ ਲਾਉਂਦੇ ਆ। ਚਲੋ ਇੱਕ ਕਾਰਨ ਹੋ ਸਕਦਾ ਵੀ ਕਿਸੇ ਗੁਰਦੁਆਰੇ ਦੇ ਗ੍ਰੰਥੀ ਦਾ ਆਚਰਨ ਨਾ ਠੀਕ ਹੋਵੇ, ਉਹਦੀ ਦੀ ਗੱਲ ਕਰੀ ਜਾ ਸਕਦੀ ਹੈ, ਪਰ ਉਹ ਆਪ ਕਿੰਨੇ ਕੁ ਚੰਗੇ ਹੁੰਦੇ, ਕਿਉਂਕਿ ਗੁਰਦੁਆਰੇ ਸਾਹਿਬ ਜਾਏ ਤੋਂ ਬਿਨਾਂ, ਸੰਗਤ ਕਰੇ ਤੋਂ ਬਿਨਾਂ ਬੰਦਾ ਸੱਚਾ ਹੋ ਹੀ ਨਹੀਂ ਸਕਦਾ, ਨਾ ਸਾਫ਼ ਹੋ ਸਕਦਾ। ਮਨ ਕਿੱਕਣ ਸਾਫ਼ ਹੋ ਜੂ ਬੰਦੇ ਦਾ? ਇੱਕੋ ਇੱਕ ਵਾਹਿਦ ਤਰੀਕਾ ਹੈ ਸੰਗਤ ਕਰਨੀ, ਸੰਗਤ ਵਿੱਚ ਸਾਫ਼ ਹੋਣਾ ਹੈ, ਉੱਥੇ ਪਤਾ ਚੱਲਣਾ ਵੀ ਬੰਦੇ ਦੇ ਅੰਦਰ ਕਿੰਨੇ ਔਗਣ ਹੈ। ਬੰਦਾ ਤਾਂ ਸਮਝਦਾ ਹੀ ਇਹੀ ਹੈ ਵੀ ਮੈਂ ਤਾਂ ਠੀਕ ਹੈ, ਇਹੀ ਤਾਂ ਈਗੋ ਹੈ, ਇਹੀ ਹਉਮੈ, ਇਹੀ ਕੱਢਣੀ ਹੈ। ਤੋ ਚਲੋ ਮਹਾਰਾਜ ਸਾਨੂੰ ਵੀ ਸਮੱਤ ਬਖਸ਼ੈ, ਹੋਰ ਗਿਆਨ ਦਵੇ, ਜਿਹੜਾ ਲੁਕਿਆ ਪਿਆ ਉਹ ਵੀ ਸਾਨੂੰ ਦਵੇ। ਕਿਉਂਕਿ ਦੇਖੋ ਬੰਦੇ ਦੀ ਲਿਮਟ ਹੈ, ਉਹ ਲਿਮਟਲੈਸ ਹੈ। ਅੱਜ ਵੀ ਵਿਚਾਰ ਆਈ, ਕੱਲ੍ਹ ਵੀ ਆਈ ਹੈ, ਗੁਰੂ ਮਹਾਰਾਜ ਫਰਮਾ ਰਹੇ ਹੈ ਵੀ ਤੂੰ, ਤੇਰੀ ਤਾਂ ਕੋਈ ਲਿਮਟ ਹੀ ਨਹੀਂ ਹੈ, ਤੂੰ ਤਾਂ ਬਸ ਤੂੰ ਸਭ ਕੁਛ ਹੈ, ਤੂੰ ਕੁਛ ਵੀ ਨਹੀਂ ਹੈ, ਕਿਹਾ ਹੀ ਨਹੀਂ ਜਾ ਸਕਦਾ ਕੁਛ ਉਹਦੇ ਬਾਰੇ 'ਚ। ਬਖਸ਼ ਲਵੇ, ਕਿਸੇ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।